ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰ ਦੀ ਕਲਾਸ ਨੰਬਰ 4 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ 15 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਦੇ ਟੌਪ 77 MCQ ਕਰਾਂਗੇ। ਇਸ ਤੋਂ ਪਹਿਲੀ ਕਲਾਸ ਦੇ ਵਿੱਚ ਆਪਾਂ ਜਿਹੜੀਆਂ ਪਹਿਲੀਆਂ 3 ਕਲਾਸਾਂ ਹੋਈਆਂ ਨੇ, ਉਹਦੇ ਵਿੱਚ ਆਪਾਂ ਪਹਿਲਾਂ ਤਾਂ ਜੂਨ ਦੇ MCQ ਕੀਤੇ ਸੀ, ਜਿਹਦੇ ਵਿੱਚ ਕਿ ਆਪਾਂ ਟੌਪ 111 MCQ ਕੀਤੇ ਹੋਏ ਨੇ ਜੂਨ ਦੇ ਕਰੰਟ ਅਫੇਅਰ ਦੇ। ਉਸ ਤੋਂ ਤੀਸਰੀ ਕਲਾਸ ਦੇ ਵਿੱਚ ਆਪਾਂ ਜੁਲਾਈ ਦੇ 1 ਤੋਂ ਲੈ ਕੇ 50 ਤੱਕ MCQ ਕੀਤੇ ਹੋਏ ਨੇ। ਇਹਦੀ ਨਾਲ ਹੀ PDF ਮੈਂ ਤੁਹਾਨੂੰ ਤਿੰਨਾਂ ਕਲਾਸਾਂ ਦੀ PDF ਤੁਹਾਨੂੰ ਮੈਂ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕੀਤੀ ਹੋਈ ਆ, ਸੋ ਤੁਸੀਂ ਉਹਦੇ ਤੋਂ ਆਪਦੀ ਰਿਵੀਜ਼ਨ ਕਰ ਸਕਦੇ ਹੋ। ਪਰ ਕੋਸ਼ਿਸ਼ ਕਰਿਆ ਕਰੋ ਕਿ ਇੱਕ ਵਾਰ ਨਾਲ ਵੀਡੀਓ ਦੇਖ ਲਿਆ ਕਰੋ, ਕਿਉਂਕਿ ਜ਼ਿਆਦਾ ਟਾਈਮ ਆਪਾਂ ਨਹੀਂ ਲਗਾਉਂਦੇਗੇ ਵੀਡੀਓ ਦੇ ਵਿੱਚ ਵੀ, ਤਾਂ ਨਾਲ ਆਪਾਂ ਟੂ ਦੀ ਪੁਆਇੰਟ ਹੀ ਗੱਲ ਕਰਦੇ ਹਾਂ। ਉਹਦੇ ਨਾਲ ਇਹ ਹੁੰਦਾ ਕਿ ਇੱਕ ਵਾਰ ਤੁਸੀਂ ਵੀਡੀਓ ਦੇਖ ਲਓਗੇ ਤੇ ਨਾਲ ਤੁਹਾਨੂੰ PDF ਦੂਜੇ ਦਿਨ ਤੀਜੇ ਦਿਨ ਤੁਹਾਨੂੰ ਨਾਲ ਹੀ ਮੈਂ ਅਪਲੋਡ ਕਰ ਦਿੰਦਾ ਹੁੰਦਾ ਵਾ, ਤੇ ਉਹਦੇ ਨਾਲ ਤੁਹਾਡੀ ਰਿਵੀਜ਼ਨ ਬਹੁਤ ਵਧੀਆ ਹੋ ਜਾਏਗੀ। ਠੀਕ ਆ, ਬਾਕੀ ਤੁਸੀਂ ਕਰੰਟ ਅਫੇਅਰ ਲਈ ਜਿਹੜਾ ਵੀ ਸੋਰਸ ਫੋਲੋ ਕਰ ਰਹੇ ਹੋ ਉਹ ਫੋਲੋ ਕਰਦੇ ਰਹੋ। ਮੈਂ ਤੁਹਾਨੂੰ ਦੱਸੇ ਹੋਏ ਨੇ ਕਿ ਕਿਹੜੇ ਕਿਹੜੇ ਸੋਰਸ ਤੁਸੀਂ ਫੋਲੋ ਕਰਨੇ ਨੇ। ਤੁਸੀਂ ਜਨਵਰੀ 2022 ਤੋਂ ਕਰੰਟ ਅਫੇਅਰ ਕਰਨੇ ਨੇ, ਮੈਂ ਤੁਹਾਨੂੰ ਜੂਨ 2022 ਤੋਂ ਕਰ ਰਿਹਾ। ਉਹ ਵੀ ਟੌਪ 100 ਹੋ ਗਿਆ, ਚਾਹੇ 150 ਹੋ ਗਿਆ, ਚਾਹੇ 125 ਹੋ ਗਿਆ MCQ। ਸੋ ਇਹੀ MCQ ਮੈਂ ਤੁਹਾਨੂੰ ਕਰਵਾ ਰਿਹਾ, ਕਿਉਂਕਿ ਅਜੇ ਆਪਣੇ ਕੋਲ ਥੋੜਾ ਜਿਹਾ ਸਮੇਂ ਦੀ ਕਮੀ ਕਰਕੇ ਆਪਾਂ ਸਾਰੇ ਕਰੰਟ ਅਫੇਅਰ ਮੈਂ ਤੁਹਾਨੂੰ ਨਹੀਂ ਕਰਵਾ ਪਾ ਰਿਹਾ, ਕਿਉਂਕਿ ਆਪਣੇ ਜਿਹੜੇ ਮੇਨ ਸਬਜੈਕਟ ਜਿਹੜੇ GK ਦੇ ਸਬਜੈਕਟ ਨੇ ਉਹ ਅਜੇ ਆਪਣੇ ਥੋੜੇ ਜਿਹੇ ਪੈਂਡਿੰਗ ਪਏ ਨੇ। ਜਿਵੇਂ ਹੀ ਆਪਣੇ ਉਹ ਖਤਮ ਹੋਣਗੇ ਤੇ ਨਾਲ ਹੀ ਆਪਾਂ ਕਰੰਟ ਅਫੇਅਰ ਦੀਆਂ ਕਲਾਸਾਂ ਵੀ ਆਪਾਂ ਵਧਾ ਦੇਵਾਂਗੇ। ਜਿੱਦਾਂ ਕਿ ਹੁਣ ਆਪਾਂ 100 ਜਾਂ 150 MCQ ਕਰਦੇ ਹਾਂ, ਜੋ ਕਿ ਮੰਥਲੀ ਹੋਇਆ ਕਰਨਗੇ, ਤਾਂ ਇਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਵੀਕਲੀ ਕਰ ਦੇਵਾਂਗੇ। ਫਿਲਹਾਲ ਤੁਸੀਂ ਇੱਕ ਵਾਰੀ ਕਰੰਟ ਅਫੇਅਰ ਦਾ ਬੋਝ ਤੁਹਾਡੇ ਉੱਤੇ ਪਏਗਾ ਕਿ ਤੁਸੀਂ ਇੱਕ ਵਾਰੀ ਕਿਤੋਂ ਹੋਰ ਥੋੜੀ ਬਹੁਤ ਤਿਆਰੀ ਅਲੱਗ ਤੋਂ ਕਰਨੀ ਪੈਣੀ ਆ, ਸਪੈਸ਼ਲੀ ਜਿਹੜੇ ਕੈਂਡੀਡੇਟ PSSB PPSC ਦਾ ਪੇਪਰ ਦੇ ਰਹੇ ਨੇ, ਕਿਉਂਕਿ PPSC 'ਚ ਕਰੰਟ ਅਫੇਅਰ ਦਾ ਬਹੁਤ ਜ਼ਿਆਦਾ ਰੋਲ ਹੋਏਗਾ। ਸੋ ਅਲੱਗ ਤੋਂ ਤੁਹਾਨੂੰ ਬਹੁਤ ਵਧੀਆ ਲੈਵਲ ਦੇ ਕਰੰਟ ਅਫੇਅਰ ਕਰਨੇ ਪੈਣੇ ਆ। ਠੀਕ ਹੈ ਜੀ, ਸੋ ਸ਼ੁਰੂ ਕਰਦੇ ਹਾਂ ਜੀ ਆਪਾਂ। ਇਹ ਵਾਲੇ MCQ ਆਪਣੇ PSSB ਲਈ ਬਹੁਤ ਮਹੱਤਵਪੂਰਨ ਹੋਣਗੇ, ਕਿਉਂਕਿ ਇਹਦੇ ਇਹੋ ਜਿਹੇ ਹੀ MCQ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ ਸੈਸ਼ਨ। ਲਓ ਜੀ, ਪਹਿਲੀ ਆਪਣਾ MCQ ਆ ਗਿਆ, ਕਹਿੰਦਾ ਜੀ ਨਵੇਂ ਸੰਸਦ ਭਵਨ ਦੀ ਛੱਤ ਤੇ ਰਾਸ਼ਟਰੀ ਪ੍ਰਤੀਕ ਦਾ ਅਨਵੀਲਡ ਕਿਹਨੇ ਕੀਤਾ, ਕਿਸ ਨੇ ਕੀਤਾ। ਠੀਕ ਆ, ਜਿਹੜੀ ਨਵੀਂ ਆਪਣਾ ਸੰਸਦ ਬਿਲਡਿੰਗ ਪਾਰਲੀਮੈਂਟ ਬਿਲਡਿੰਗ ਬਣੀ ਆ, ਨਰਿੰਦਰ ਮੋਦੀ ਨੇ ਕੀਤਾ, ਆਪਣਾ ਅਮਿਤ ਸ਼ਾਹ ਨੇ ਕੀਤਾ, ਰਾਮਨਾਥ ਕੋਵਿੰਦ ਨੇ ਕੀਤਾ, ਜਾਂ ਨਰਿੰਦਰ ਸਿੰਘ ਤੋਮਰ ਨੇ ਕੀਤਾ ਵਾ। ਸੋ ਇਹਦਾ ਬਿਲਕੁਲ ਸਹੀ ਜੀ ਆਨਸਰ ਬਣਦਾ ਜੀ, ਨਰਿੰਦਰ ਮੋਦੀ ਨੇ ਇਹ ਕੀਤਾ ਵਾ। ਠੀਕ ਹੈ ਜੀ, ਉਦਘਾਟਨ। ਨੈਕਸਟ ਕਰਦੇ ਹਾਂ ਜੀ। ਸੋ ਇਹਦੇ ਨਾਲ ਹੀ ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਐਡੀਸ਼ਨਲ ਇਨਫੋਰਮੇਸ਼ਨ ਵੀ ਦਿੱਤੀ ਹੋਈ ਆ, ਸੋ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਾਂਗੇ। ਸੋ ਇਹਦੀ ਜਿਹੜੀ ਹਾਈਟ ਜੇਕਰ ਆਪਾਂ ਗੱਲ ਕਰੀਏ ਤਾਂ 6.5 ਮੀਟਰ ਜਾਂ 20 ਫੁੱਟ ਹਾਈਟ ਆ ਇਹਨਾਂ ਦੀ। 8595 ਕਿਲੋਗ੍ਰਾਮ ਇਹਦਾ ਵਜਨ ਆ, ਤੇ ਬ੍ਰੋਂਜ਼ ਦਾ ਇਹ ਬਣਿਆ ਹੋਇਆ ਵਾ। ਸੈਂਟਰਲ ਵੀਜ਼ਾ ਪ੍ਰੋਜੈਕਟ ਵਾ ਜਿਹੜਾ ਇਹ ਹਰਦੀਪ ਸਿੰਘ ਨੇ, ਦਿੱਲੀ ਪ੍ਰੋਜੈਕਟ ਕਿਹਨੇ ਇਹ ਕੀਤਾ ਹੈਂਡ, ਟਾਟਾ ਵੱਲੋਂ। ਨੈਕਸਟ ਆਪਾਂ ਕਰਦੇ ਹਾਂ। ਸੋ ਹੇਠ ਦਿੱਤੇ ਵਿੱਚੋਂ ਕਿਹੜਾ ਭਾਰਤ ਦਾ ਸਭ ਤੋਂ ਲੰਬਾ, ਜੇਕਰ ਆਪਾਂ ਗੱਲ ਕਰੀਏ ਸਭ ਤੋਂ ਲੰਬਾ ਜੀਵਿਤ ਟਾਈਗਰ ਸੀ, ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਰਾਜਨ ਸੀ, ਰਾਜਾ ਸੀ, ਮਹੀਪ ਸੀ, ਜਾਂ ਸਮਰਾਟ ਸੀ। ਸੋ ਜੇਕਰ ਤੁਸੀਂ ਪਹਿਲਾਂ ਤੋਂ ਹੀ ਕਰੰਟ ਅਫੇਅਰ ਫੋਲੋ ਕਰ ਰਹੇ ਹੋ, ਕਿਤੇ ਕੋਈ ਵੀ ਸੋਰਸ ਤੋਂ ਪੜ੍ਹ ਰਹੇ ਹੋ, ਤਾਂ ਤੁਹਾਡੇ ਇਹ MCQ ਸਾਰੇ ਸੋਲਵ ਹੋਣੇ ਚਾਹੀਦੇ ਨੇ, ਕਿਉਂਕਿ ਮੈਂ ਸਿਰਫ ਇੰਪੋਰਟੈਂਟ MCQ ਹੀ ਲੈ ਕੇ ਆਇਆ ਵਾਂ। ਸੋ ਇਹਦਾ ਨਾਮ ਆ ਜੀ ਰਾਜਾ। ਠੀਕ ਆ ਜੀ, ਰਾਜਾ ਵਾ ਜਿਹੜਾ ਸਭ ਤੋਂ ਲੰਬਾ ਜੀਵਤ ਟਾਈਗਰ ਰਿਹਾ ਵਾ। ਠੀਕ ਆ, ਲੌਂਗੈਸਟ ਸਰਵਾਈਵਿੰਗ ਟਾਈਗਰ ਰਿਹਾ ਵਾ। ਸੋ ਇਹਦੀ ਕਿੰਨੇ ਸਾਲ ਉਮਰ ਆ ਇਹਦੀ ਜੀ, 25 ਸਾਲ ਉਮਰ ਰਹੀ ਆ। ਨੈਕਸਟ ਆਪਾਂ ਕਰਦੇ ਹਾਂ ਜੀ। ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ 53 ਨੰਬਰ ਕੁਐਸਚਨ ਦੇ ਵਿੱਚ ਆ ਗਿਆ ਜੀ, ਵਿਸ਼ਵ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਹੁਣੇ 2022 ਦੀ ਹੋਈ ਆ। ਇਹਦੇ ਨਾਲ 100 ਮੀਟਰ ਦੀ ਇੱਕ ਹੋਈ ਸੀ। ਠੀਕ ਆ ਜੀ, ਉਹਦੇ ਵਿੱਚ ਮਤਲਬ ਕਿ ਸੋਨ ਤਗਮਾ ਕਿਹਨੇ ਜਿੱਤਿਆ ਵਾ? 94 ਸਾਲਾ ਔਰਤ ਆ, ਉਹਨੇ ਸੋਨ ਤਗਮਾ ਜਿੱਤਿਆ। ਕੀ ਨਾਮ ਆ ਉਹਨਾਂ ਦਾ? ਭਗਵਾਨੀ ਦੇਵੀ, ਭਾਵਨਾ ਦੇਵੀ, ਭਿਵਾਨੀ ਦੇਵੀ ਦਾ, ਪਿਸ਼ਵਾਨੀ ਦੇਵੀ, ਦੱਸੋ ਜੀ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣਦੇ ਨੇ। ਠੀਕ ਆ, ਸਪੋਰਟਸ ਦੇ ਵਿੱਚ ਉਹ ਕੁਐਸਚਨ ਬਣਦਾ ਵਾ। ਸੋ ਇਹ ਤਗਮਾ ਜਿੱਤਣ ਵਾਲੀ ਔਰਤ ਦਾ ਨਾਮ ਵਾ ਜੀ ਭਗਵਾਨੀ ਦੇਵੀ। ਇਹਦਾ ਨਾਮ ਚੰਗੀ ਤਰ੍ਹਾਂ ਯਾਦ ਕਰ ਲਿਓ, ਕਿਉਂਕਿ ਪੇਪਰ ਦੇ ਵਿੱਚ ਜੇਕਰ ਇਹੋ ਜਿਹਾ ਕੁਐਸਚਨ ਆਏਗਾ ਤਾਂ ਬਿਲਕੁਲ ਕਲੋਜ਼ ਆਪਸ਼ਨਸ ਦਿੱਤੀਆਂ ਹੋਣਗੀਆਂ। ਠੀਕ ਆ, ਦੇਖੋ ਜਿੱਦਾਂ ਕਿ ਭਾਵਨਾ ਦੇਵੀ ਹੋ ਗਈ, ਭਿਵਾਨੀ ਦੇਵੀ ਹੋ ਗਈ, ਪਿਸ਼ਵਾਨੀ ਦੇਵੀ ਹੋ ਗਈ। ਠੀਕ ਆ, ਭਾਗਵਾਨੀ ਦੇਵੀ ਯਾਦ ਕਰਨਾ ਹੈ। ਨੈਕਸਟ ਕਰਦੇ ਹਾਂ ਜੀ ਆਪਾਂ। ਬਾਕੀ ਜਦੋਂ ਤੁਹਾਡੇ ਕੋਲ PDF ਹੋਏਗੀ ਨਾ, ਇੱਕ ਵਾਰ ਤੁਸੀਂ ਕਲਾਸ ਦੇਖ ਲਈ ਤਾਂ ਤੁਹਾਡੇ ਇੱਕ ਵਾਰੀ ਮਾਈਂਡ ਦੇ ਵਿੱਚ ਉਹ ਚੀਜ਼ ਛਪ ਜੇਗੀ। PDF ਤਾਂ ਉਸ ਤੋਂ ਬਾਅਦ ਤੁਹਾਨੂੰ 5 ਤੋਂ 7 ਮਿੰਟ ਦੇ ਵਿੱਚ ਤੁਸੀਂ PDF ਤੋਂ ਇਹ 100-150 ਕੁਐਸਚਨ ਰੀਡ ਕਰ ਸਕਦੇ ਹੋ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਜੀ ਆਪਾਂ ਨਾਲ। ਕਿਹੜੇ ਦੇਸ਼ ਨੇ ਮਾਰਬਰਗ ਵਾਇਰਸ ਦੇ 2 ਸ਼ੱਕੀ ਮਾਮਲਿਆਂ ਦੀ ਰਿਪੋਰਟ ਕੀਤੀ ਹੈ? ਬੁਰਕੀਨਾ ਫਾਸੋ, ਟੋਗੋ, ਘਾਨਾ, ਜਾਂ ਲਵੋਰੀ ਕੋਸਟ ਨੇ। ਦੱਸੋ ਜੀ 54 ਦਾ ਕੀ ਆਨਸਰ ਬਣਦਾ। ਸੋ ਆਪਾਂ ਜ਼ਿਆਦਾ ਟਾਈਮ ਨਹੀਂ ਲਵਾਂਗੇ, ਤੁਸੀਂ ਪਾਊਸ ਕਰਕੇ ਆਪਦਾ ਆਨਸਰ ਆਪਦੇ ਦਿਮਾਗ 'ਚ ਸੋਚ ਸਕਦੇ ਹੋ। ਜੇਕਰ ਨਹੀਂ ਵੀ ਸੋਚ ਰਹੇ ਤਾਂ ਵੀ ਤੁਹਾਨੂੰ ਆਨਸਰ ਬਾਅਦ ਵਿੱਚ ਪਤਾ ਲੱਗ ਜਾਏਗਾ। ਸੋ ਇਹਦਾ ਬਣਦਾ ਵਾ ਜੀ ਆਨਸਰ ਘਾਨਾ। ਠੀਕ ਹੈ ਜੀ, ਸੋ ਇੱਥੇ ਆਪਣੇ ਮਾਰਬਰਗ ਵਾਇਰਸ ਦੇ 2 ਸ਼ੱਕੀ ਮਾਮਲਿਆਂ ਦੀ ਰਿਪੋਰਟ ਆਈ ਆ। ਸੋ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ, ਜੂਨ, ਜੁਲਾਈ ਤੇ ਅਗਸਤ ਦੇ ਵਿੱਚ ਇਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਨਿਊਜ਼ ਆ ਰਹੀਆਂ ਨੇ। ਸੋ ਮੈਂ ਉਹ ਸਾਰੀਆਂ ਜਿਹੜੀਆਂ ਖਾਸ ਕਰ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਬਣਦੀਆਂ ਨੇ, ਹੋਰ ਵੀ ਬਹੁਤ ਨਿਊਜ਼ ਆ ਰਹੀਆਂ ਨੇ, ਇਹ ਵਾਲੀਆਂ ਤਾਂ ਮੈਂ ਤੁਹਾਨੂੰ ਸਾਰੀਆਂ ਕਰਵਾ ਦੇਵਾਂਗਾ। ਠੀਕ ਆ, ਜੂਨ, ਜੁਲਾਈ, ਅਗਸਤ। ਸੋ ਇਹਦੇ ਬੇਸ ਦੇ ਉੱਤੇ ਹੀ ਤੁਸੀਂ ਮਤਲਬ ਕਿ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਰਨਾ, ਕਿਉਂਕਿ ਇਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਬਣਨ ਦੀ ਬਹੁਤ ਜ਼ਿਆਦਾ ਸੰਭਾਵਨਾ ਰਹੇਗੀ। ਠੀਕ ਆ,
ਸੋ ਨੈਕਸਟ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹਨੂੰ ਫਾਦਰ ਆਫ ਇੰਡੀਅਨ ਇੰਟਰਨੈਟ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਦੇਹਾਂਤ ਹੋ ਰਿਹਾ। ਮੋਸਟ ਇੰਪੋਰਟੈਂਟ ਕੁਐਸਚਨ ਆ, ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ ਜਿਹੜੇ ਪਰਸਨ ਇਨ ਨਿਊਜ਼ ਹੁੰਦੇ ਨੇ। ਬਰਜਿੰਦਰ ਕੇ ਸਿੰਗਿਆਲ ਜਾਂ ਆਪਣਾ ਸੁਖਵਿੰਦਰ ਬਿਸ਼ਨੋਈ ਜਾਂ ਰਜਿੰਦਰ ਨਾਗਰ ਆ ਜਾਂ ਆਪਣਾ ਨਨ ਆਫ ਦੀਸ ਆ, ਦੱਸੋ ਜੀ। 55 ਦਾ ਸੌਰੀ ਕੀ ਆਨਸਰ ਬਣੇਗਾ। ਸੋ ਇਹਨਾਂ ਦਾ ਨਾਮ ਬਣਦਾ ਪਿਆ ਜੀ ਆਪਣਾ ਬਰਜਿੰਦਰਾ ਕੇ ਸਿੰਘਾਲ ਆ, ਜਿਨ੍ਹਾਂ ਨੂੰ ਕਿ ਫਾਦਰ ਆਫ ਇੰਡੀਅਨ ਇੰਟਰਨੈਟ ਕਿਹਾ ਜਾਂਦਾ ਵਾ। ਬਹੁਤ ਇੰਪੋਰਟੈਂਟ ਕੁਐਸਚਨ ਵਾ, ਠੀਕ ਆ। ਸੋ ਇਹਨਾਂ ਦੇ ਯਤਨਾਂ ਕਰਕੇ ਹੀ ਜੇਕਰ ਆਪਾਂ ਗੱਲ ਕਰੀਏ, ਭਾਰਤ ਪਹਿਲਾ ਦੇਸ਼ ਬਣਿਆ ਸੀ ਦੁਨੀਆ ਦਾ, ਸੌਰੀ ਤੀਜਾ ਦੇਸ਼ ਬਣਿਆ ਸੀ ਜਿਹਨੇ ਕਿ ਕਮਰਸ਼ੀਅਲ ਇੰਟਰਨੈਟ ਦੀਆਂ ਸੇਵਾਵਾਂ ਸ਼ੁਰੂ ਹੋਈਆਂ ਸੀ, ਠੀਕ ਆ। ਕਮਰਸ਼ੀਅਲ ਇੰਟਰਨੈਟ ਜਿਹੜਾ ਹੁੰਦਾ ਵਾ, ਸੋ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹਨੂੰ ਤੁਸੀਂ ਮਾਰਕਅਪ ਕਰ ਲੈਣਾ। ਸੋ ਹੁਣ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਆਪਣਾ ਕੀਤਾ ਵਾ, ਠੀਕ ਆ, ਨਾਲ ਐਡ ਕਰਤਾ। ਸੋ ਫਾਦਰ ਆਫ ਸਟੈਟਿਸਟਿਕਸ ਦੇ ਇਹਦੇ ਪੀਸੀ ਮੋਹਨਾ ਬਿਸ ਹੈਗੇ ਆ, ਠੀਕ ਆ। ਇਹ ਯਾਦ ਕਰਨਾ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ। ਤੇ ਇੱਕ ਨੈਸ਼ਨਲ ਸਟੈਟਿਸਟਿਕਸ ਡੇ ਕਦੋਂ ਮਨਾਇਆ ਜਾਂਦਾ ਵਾ, ਇਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ। ਮੈਂ ਤੁਹਾਨੂੰ ਬਹੁਤ ਵਾਰ ਕਰਵਾ ਚੁੱਕਿਆ ਮੈਂ, ਪੇਪਰ 'ਚ ਬਹੁਤ ਵਾਰ ਰਿਪੀਟ ਹੁੰਦਾ ਵਾ ਇਹ। ਫਾਦਰ ਆਫ ਇੰਡੀਅਨ PSU ਵੀ ਕ੍ਰਿਸ਼ਨਾ ਮੂਰਤੀ ਆ। ਫਾਦਰ ਆਫ ਇੰਡੀਅਨ ਇੰਟਰਨੈਟ ਬੀ ਕੀ ਸਿੰਗਾਲ, ਜਿਨ੍ਹਾਂ ਦਾ ਹੁਣੇ ਰੀਸੈਂਟਲੀ ਦੇਹਾਂਤ ਹੋਇਆ। ਆਪਣੇ ਕੁਐਸਚਨ ਦਾ ਜਿਹੜਾ ਆਨਸਰ ਬਣਿਆ ਵਾ। ਫਾਦਰ ਆਫ ਗ੍ਰੀਨ ਰੈਵੋਲੂਸ਼ਨ MS ਸਵਾਮੀਨਾਥਨ। ਫਾਦਰ ਆਫ ਵਾਈਟ ਰੈਵੋਲੂਸ਼ਨ ਵਰਗਿਜ਼ ਕਰੀਅਨ, ਠੀਕ ਆ। ਇੱਕ ਮੈਂ ਤੁਹਾਨੂੰ ਰੈਵੋਲੂਸ਼ਨ ਦੇ ਉੱਤੇ ਇੱਕ ਵੈਸੇ ਤਾਂ ਮੇਰਾ ਇੱਕ ਜੋ ਆਪਾਂ 200 MCQ ਕੀਤੇ ਸੀ PPSC 'ਚ, ਉਹਦੇ ਵਿੱਚ ਮੈਂ ਤੁਹਾਨੂੰ PDF ਦੇ ਵਿੱਚ ਪ੍ਰੋਵਾਈਡ ਕਰਤਾ ਸੀ, ਪਰ ਫਿਰ ਵੀ ਮੈਂ ਇਹਦੇ ਨਾਲ ਰਿਲੇਟਡ ਤੁਹਾਨੂੰ ਇੱਕ ਤੋਂ ਅਲੱਗ ਤੋਂ ਸੈਸ਼ਨ ਪੇਪਰ ਤੋਂ ਪਹਿਲਾਂ ਪ੍ਰੋਵਾਈਡ ਕਰਦਾ, ਕਿਉਂਕਿ ਇਹਦੇ ਵਿੱਚੋਂ ਵੀ ਪੇਪਰ 'ਚ ਕੁਐਸਚਨ ਬਣਦੇ ਨੇ, ਠੀਕ ਆ, ਜਰਨਲ ਨੌਲੇਜ ਦੇ ਵਿੱਚੋਂ। ਨੈਕਸਟ ਆ ਗਿਆ ਜੀ, ਹੁਣ ਜੀ ਉਹ ਕਹਿੰਦੇ ਜੀ ਕਿਹਨੇ ਫਾਰਮੂਲਾ 1 ਰੇਸਿੰਗ ਡਰਾਈਵਰ ਨੇ ਆਸਟ੍ਰੇਲੀਅਨ F1 ਗ੍ਰੈਂਡ ਪ੍ਰਿਕਸ ਜਿੱਤੀ ਆ। ਗ੍ਰੈਂਡ ਪ੍ਰਿਕਸ ਹੋ ਗਈਆਂ ਨਾ, F1 ਗ੍ਰੈਂਡ ਪ੍ਰਿਕਸ, ਚਾਹੇ ਉਹ ਆਸਟ੍ਰੇਲੀਅਨ ਹੋਵੇ, ਚਾਹੇ ਉਹ ਕੈਨੇਡੀਅਨ ਹੋਵੇ, ਚਾਹੇ ਬ੍ਰਿਟੇਨ ਹੋਵੇ। ਇਹਦੇ ਵਿੱਚੋਂ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਬਣਦੇ ਨੇ, ਤੇ ਇਸ ਵਾਰ ਵੀ ਇਹਦੇ ਵਿੱਚੋਂ ਕੁਐਸਚਨ ਪਿਛਲੇ ਵੀ 2021 ਦੇ ਪੇਪਰ ਚੱਕ ਕੇ ਦੇਖ ਲਓ, PSSS ਵੀ ਇਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਪੁੱਛਦਾ ਵਾ। ਕਿਹਨੇ ਜਿੱਤੀ ਆ ਜੀ? ਮੈਕਸ ਵੈਸਟਰਾਪਨ ਨੇ ਜਿੱਤੀ ਆ, ਕਾਰਲੋਸ ਸੈਂਜ਼ ਨੇ ਜਿੱਤੀ ਆ, ਲੂਇਸ ਹੈਮਿਲਟਨ ਨੇ ਜਿੱਤੀ ਆ, ਜਾਂ ਚਾਰਲਸ ਲੈਕਟ੍ਰੈਕ ਨੇ ਜਿੱਤੀ ਆ ਜੀ। ਸੋ ਇਹਦਾ ਸਹੀ ਆਨਸਰ ਬਣਦਾ ਜੀ ਆਸਟ੍ਰੇਲੀਅਨ ਕਿਹਨੇ ਜਿੱਤਿਆ ਜੀ? ਚਾਰਲਸ ਲੈਕਟ੍ਰੈਕ ਨੇ ਜਿੱਤਿਆ। ਨੈਕਸਟ ਕਰਦੇ ਹਾਂ ਜੀ ਆਪਾਂ। ਹੇਠ ਲਿਖਿਆਂ ਵਿੱਚੋਂ ਕਿਸ ਸਾਈਟ ਨੂੰ ਰਾਸ਼ਟਰੀ ਮਹੱਤਵ ਦੇ ਸਮਾਰਕ ਵਜੋਂ ਘੋਸ਼ਿਤ ਕੀਤਾ ਗਿਆ ਹੈ? ਇਹੋ ਜਿਹੇ ਕੁਐਸਚਨ ਜਿਹੜੇ ਨੈਸ਼ਨਲ ਇੰਪੋਰਟੈਂਸ ਨੂੰ ਕੋਈ ਵੀ ਮਤਲਬ ਸਮਾਰਕ ਘੋਸ਼ਿਤ ਕੀਤਾ ਜਾਂਦਾ ਵਾ, ਉਹਦੇ ਵਿੱਚੋਂ ਵੀ PSSB ਦੇ ਪੇਪਰਾਂ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਹਾਲ ਹੀ ਦੇ ਵਿੱਚ ਰੀਸੈਂਟਲੀ। ਸੰਕਲਪ ਭੂਮੀ ਬਨਿਆਨ ਟਰੀ ਆਪਣਾ। ਨੈਕਸਟ ਆ ਗਿਆ ਪ੍ਰਤਾਪ ਰਾਓ ਭੌਂਸਲੇ ਹਾਈ ਸਕੂਲ, A ਐਂਡ B ਜਾਂ ਆਪਣਾ ਨਨ ਆਫ ਦਿਸ ਆ। ਦੱਸੋ ਜੀ। ਸੋ ਆਪਣੇ ਦਿਮਾਗ ਦੇ ਵਿੱਚ ਤੁਸੀਂ ਸੋਚਣਾ। ਸੋ ਇਹਦਾ ਬਣਦਾ ਵਾ ਜੀ A ਐਂਡ B, ਬਿਲਕੁਲ ਸਹੀ ਆਨਸਰ ਬਣਦਾ ਪਿਆ ਵਾ ਜੀ ਇਹਦਾ, ਠੀਕ ਆ। ਰਾਸ਼ਟਰੀ ਮਹੱਤਵ ਦੇ ਸਮਾਰਕ ਵਜੋਂ ਘੋਸ਼ਿਤ ਕੀਤਾ ਗਿਆ ਵਾ। ਹੁਣ ਜੇਕਰ ਇਹਦੀ ਆਪਾਂ ਗੱਲ ਕਰੀਏ ਤਾਂ ਸੰਕਲਪ ਭੂਮੀ ਬਨਿਆਨ ਟਰੀ ਆ ਜਿਹੜਾ, ਉਹ ਵਡੋਦਰਾ ਗੁਜਰਾਤ ਦੇ ਵਿੱਚ ਸਥਿਤ ਆ, ਜਿਨ੍ਹਾਂ ਨੂੰ ਇਹ ਰਾਸ਼ਟਰੀ ਮਹੱਤਵ ਦਾ ਸਮਾਰਕ ਘੋਸ਼ਿਤ ਕੀਤਾ। ਪ੍ਰਤਾਪ ਰਾਓ ਭੌਂਸਲੇ ਹਾਈ ਸਕੂਲ ਆ ਜਿਹੜਾ, ਉਹ ਹੈਗਾ ਜੀ ਸਤਾਰਾ ਮਹਾਰਾਸ਼ਟਰ ਦੇ ਵਿੱਚ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਸੋ ਇਹਨੂੰ ਮਾਰਕਅਪ ਕਰ ਲਿਓ। ਸੋ ਇਹਦੇ ਵਿੱਚ ਮੈਂ ਲੈ ਕੇ ਹੀ ਇੰਪੋਰਟੈਂਟ ਕੁਐਸਚਨ ਆਇਆ ਮੈਂ, ਠੀਕ ਆ। ਵੈਸੇ ਤਾਂ ਬਹੁਤ ਕਰੰਟ ਅਫੇਅਰ ਹੋ ਜਾਂਦੇ ਨੇ, ਜੇਕਰ ਤੁਸੀਂ ਕਰਨ ਲੱਗ ਜਾਓ ਨਾ ਇੱਕ ਦਿਨ ਦੇ ਵਿੱਚ ਤੁਹਾਨੂੰ ਘੱਟੋ ਘੱਟ 100 ਕਰੰਟ ਅਫੇਅਰ ਦੇ ਕੁਐਸਚਨ ਮਿਲ ਜਾਣਗੇ, ਠੀਕ ਆ। ਪਰ ਆਪਾਂ ਸਾਰੇ ਨਹੀਂ ਕਰਨੇ ਹੁੰਦੇਗੇ, ਠੀਕ ਆ। ਆਪਾਂ ਸਿਰਫ ਇੰਪੋਰਟੈਂਟ ਕਰਨੇ ਨੇ। ਸੋ ਇਸੇ ਲਈ ਮੈਨੂੰ ਇਸ ਤਰ੍ਹਾਂ ਹੋਇਆ ਕਿ ਜੇਕਰ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਨਾਲ ਕਰਵਾ ਦੂੰਗਾ ਤਾਂ ਪਹਿਲਾਂ ਤੋਂ ਵੀ ਤੁਹਾਡੀ ਤੁਸੀਂ ਜਿਹੜੇ ਵੀ ਸੋਰਸ ਤੋਂ ਤੁਸੀਂ ਪੜ੍ਹੇ ਹੋਵੋਗੇ, ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਮੈਂ ਕਿ ਸਟੱਡੀ IQ ਚੈਨਲ ਆ ਇੱਕ, ਉਹਨੂੰ ਤੁਸੀਂ ਫੋਲੋ ਕਰੋ। ਸਟੱਡੀ IQ 'ਚ ਇਹਦੇ ਤੁਹਾਨੂੰ ਬੈਸਟ 300 ਵੀ ਮੰਥਲੀ ਮਿਲ ਜਾਣਗੇ, ਤੇ ਤੁਹਾਨੂੰ ਬਾਕੀ ਵੀ ਡੇਲੀ ਬੇਸਿਸ ਦੇ ਉੱਤੇ ਵੀ ਤੁਹਾਨੂੰ MCQ ਕਰੰਟ ਅਫੇਅਰ ਦੇ ਮਿਲ ਜਾਣਗੇ। ਇਹ ਤੁਸੀਂ ਕਰ ਲਓ। PSSB ਲਈ ਇਹ ਇਨਫ ਹੋਣਗੇ, ਤੇ ਪੰਜਾਬ ਪੁਲਿਸ ਲਈ। PPSC ਲਈ ਤੁਹਾਨੂੰ ਕਰੰਟ ਅਫੇਅਰ ਮਤਲਬ ਅਫੇਅਰਸ ਕਲਾਊਡਸ ਜਾਂ ਕੋਈ ਵਧੀਆ ਮੈਗਜ਼ੀਨ ਫੋਲੋ ਕਰਨੀ ਪੈਣੀ ਆ, ਕਿਉਂਕਿ PPSC ਦੇ ਵਿੱਚ ਥੋੜੇ ਜਿਹੇ ਕੁਐਸਚਨ ਤੁਸੀਂ ਦੇਖੋਗੇ ਕਿ ਥੋੜੇ ਜਿਹੇ ਵਧੀਆ ਲੈਵਲ ਦੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ, ਕਰੰਟ ਅਫੇਅਰ ਦੇ। ਹੁਣ ਆ ਗਿਆ ਜੀ ਵਿਸ਼ਵ ਮਲਾਲਾ ਦਿਵਸ ਕਿਹੜੇ ਦਿਨ ਮਨਾਇਆ ਜਾਂਦਾ? 9 ਜੁਲਾਈ, 11 ਜੁਲਾਈ, 12 ਜੁਲਾਈ ਜਾਂ 18 ਜੁਲਾਈ? ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਹੋਇਆ ਕੁਐਸਚਨ ਆ ਜੀ। 18 ਜੁਲਾਈ। ਮੈਂ ਤੁਹਾਨੂੰ ਪਹਿਲਾਂ ਇਹ 2 ਤੋਂ 3 ਵਾਰੀ ਕਰਵਾ ਚੁੱਕਿਆ ਮੈਂ ਇਹ ਕੁਐਸਚਨ। ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਜੀ ਇਹ ਮਲਾਲਾ ਡੇ ਆ ਨਾ, ਇੱਕ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ 2014 ਦੇ ਵਿੱਚ। ਕਿਹਨੂੰ ਮਿਲਿਆ ਸੀ? ਇੱਕ ਤਾਂ ਸੀ ਜੀ ਮਲਾਲਾ ਯੂਸਫਜ਼ਾਈ, ਤੇ ਨਾਲ ਸੀਗੇ ਜੀ ਕੈਲਾਸ਼ ਸਤਿਆਰਥੀ, ਠੀਕ ਹੈ। ਇਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਮਿਲਿਆ ਸੀ ਕਿ ਨੋਬਲ ਪੀਸ ਪ੍ਰਾਈਜ਼ 2014, ਠੀਕ ਹੈ। ਨੋਬਲ ਪ੍ਰਾਈਜ਼ ਦੇ ਉੱਤੇ ਆਪਾਂ ਬਹੁਤ ਜਲਦੀ ਇੱਕ ਵੀਡੀਓ ਲੈ ਕੇ ਆ ਰਹੇ ਹਾਂ। ਨੈਕਸਟ, ਵਿਸ਼ਵ ਆਬਾਦੀ ਸੰਭਾਵਨਾ 2022 ਦੇ ਅਨੁਸਾਰ, ਠੀਕ ਆ। ਹੁਣੇ ਵਰਲਡ ਪੋਪੂਲੇਸ਼ਨ ਪ੍ਰੋਸਪੈਕਟ ਜਾਰੀ ਹੋਇਆ ਵਾ, ਠੀਕ ਆ, 2022 ਦੇ ਅਨੁਸਾਰ। ਉਹ ਕਹਿੰਦਾ ਜੀ ਭਾਰਤ ਆ ਜਿਹੜਾ ਕਿਹੜੇ ਸਾਲ ਮਤਲਬ ਦੁਨੀਆ ਦੇ ਉੱਤੇ, ਜਿਵੇਂ ਧਰਤੀ ਦੇ ਉੱਤੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼, ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੀਨ 1 ਨੰਬਰ ਤੇ ਆ। ਤੇ ਕਿਹੜਾ ਦੇਸ਼ ਆ ਜਿਹੜਾ ਕਿਹੜੇ ਸਾਲ ਤੱਕ ਜਾ ਕੇ ਆਪਣਾ ਚੀਨ ਨੂੰ ਪਛਾੜ ਦੇਵੇਗਾ? 2022 ਤੱਕ, 23 ਤੱਕ, 24 ਤੱਕ ਜਾਂ 25 ਤੱਕ, ਠੀਕ ਆ। ਭਾਰਤ ਦੀ ਗੱਲ ਹੋ ਰਹੀ ਆ। ਭਾਰਤ ਇਸ ਟਾਈਮ ਦੇ ਉੱਤੇ ਸਭ ਤੋਂ ਵੱਧ ਆਬਾਦੀ ਵਾਲਿਆਂ ਦੇ ਵਿੱਚ ਦੂਜੇ ਨੰਬਰ ਤੇ ਆ, ਚੀਨ 1 ਨੰਬਰ ਤੇ ਆ, ਠੀਕ ਆ। ਜੇਕਰ ਹੁਣ ਥੋੜਾ ਜਿਹਾ ਇਹਨਾਂ ਨੇ ਮਤਲਬ ਕਿ ਰਿਪੋਰਟ ਕੱਢੀ ਸੀ, ਠੀਕ ਆ, ਉਹਦੇ ਵਿੱਚ ਉਹਨਾਂ ਨੇ ਆਈਡੀਆ ਲਗਾਇਆ ਵਾ ਕਿ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ
142.6 ਕਰੋੜ ਆਬਾਦੀ ਆ ਇਸ ਟਾਈਮ ਦੇ ਉੱਤੇ ਚਾਈਨਾ ਦੀ, ਠੀਕ ਆ। ਜੇਕਰ ਉਹਨਾਂ ਨੇ ਇੰਡੀਆ ਦੀ ਆਬਾਦੀ ਆਪਾਂ ਦੇਖੀਏ, ਠੀਕ ਆ, ਇਹਨਾਂ ਨੇ ਜਿਹੜਾ ਉਹ ਕੱਢਿਆ ਵਾ, ਠੀਕ ਆ, ਤਾਂ ਇਹਦੇ ਵਿੱਚ 141.2 ਕਰੋੜ ਇਦਾਂ ਕਰਕੇ ਆ, ਠੀਕ ਆ, ਠੀਕ ਆ, 141.2 ਕਰੋੜ, ਠੀਕ ਆ ਜੀ। ਸੋ ਇਹ ਆਬਾਦੀ ਆ, ਠੀਕ ਆ, ਭਾਰਤ ਦੀ। ਸੋ ਤੁਸੀਂ ਦੇਖ ਲਓ ਕੋਈ ਜ਼ਿਆਦਾ ਫਰਕ ਨਹੀਂਗਾ। ਤਾਂ ਉਹਨਾਂ ਨੇ ਕਿਹਾ ਵਾ ਜੀ ਇਹਦੇ ਵਿੱਚ, ਇਸ ਰਿਪੋਰਟ ਦੇ ਮੁਤਾਬਕ ਕਹਿੰਦਾ ਜੀ ਅਗਲੇ ਸਾਲ, ਮਤਲਬ ਕਿ ਆਉਣ ਵਾਲੇ ਸਾਲ 2023 ਚ ਭਾਰਤ 1 ਨੰਬਰ ਤੇ ਹੋ ਜਾਏਗਾ ਪੋਪੂਲੇਸ਼ਨ ਦੇ ਮਾਮਲੇ ਦੇ ਵਿੱਚ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹਨੂੰ ਮਾਰਕਅਪ ਕਰ ਲਿਓ। ਨੈਕਸਟ ਕਰਦੇ ਹਾਂ ਜੀ। ਹੁਣ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੇਠ ਲਿਖੇ ਵਿੱਚੋਂ ਕਿਸ ਰਾਜ ਵਿੱਚ ਦੇਵਘਰ ਹਵਾਈ ਅੱਡੇ ਦਾ ਉਦਘਾਟਨ ਕੀਤਾ। ਕੋਈ ਵੀ ਨਵਾਂ ਮਤਲਬ ਉਦਘਾਟਨ ਹੁੰਦਾ ਵਾ, ਠੀਕ ਆ, ਕਿਸੇ ਵੀ, ਚਾਹੇ ਉਹ ਹਵਾਈ ਅੱਡਾ ਵਾ, ਚਾਹੇ ਰੇਲਵੇ ਸਟੇਸ਼ਨ ਆ, ਇਸ ਤਰ੍ਹਾਂ ਦੇ, ਜਾਂ ਮਤਲਬ ਉਹ ਆਪਾਂ ਨੂੰ ਯਾਦ ਕਰਨੇ ਹੁੰਦੇ ਨੇ, ਠੀਕ ਆ, ਕਿਉਂਕਿ ਪੇਪਰ ਦੇ ਵਿੱਚ ਉਹ ਐਕਸਪੈਕਟਡ ਕੁਐਸਚਨ ਹੁੰਦੇ ਨੇ। ਬਿਹਾਰ 'ਚ ਕੀਤਾ ਵਾ ਜੀ, ਉੱਤਰ ਪ੍ਰਦੇਸ਼ 'ਚ ਕੀਤਾ, ਝਾਰਖੰਡ 'ਚ ਕੀਤਾ ਵਾ, ਜਾਂ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਇਹ ਕੀਤਾ ਵਾ। ਸੋ ਇਹਦਾ ਤੁਸੀਂ ਸੋਚਣਾ ਵਾ ਕਿ ਕਿਹੜਾ ਆਨਸਰ ਬਣਦਾ। ਸੋ 60 ਨੰਬਰ ਕੁਐਸਚਨ ਦਾ ਆਨਸਰ ਬਣਦਾ ਦੇਵਘਰ ਹਵਾਈ ਅੱਡਾ ਝਾਰਖੰਡ ਦੇ ਵਿੱਚ ਓਪਨ ਕੀਤਾ ਵਾ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ 61 ਨੰਬਰ। ਹਾਂਜੀ, ਬਰਮਿੰਘਮ ਬਰਤਾਨੀਆ ਦੇ ਵਿੱਚ ਹੁਣੇ ਰੀਸੈਂਟਲੀ ਨੇ ਬਰਤਾਨੀਆ ਦੇ ਵਿੱਚ, ਠੀਕ ਆ ਜੀ, ਮਤਲਬ ਬਰਮਿੰਘਮ ਦੇ ਵਿੱਚ, ਬ੍ਰਿਟੇਨ ਦੇ ਵਿੱਚ ਹੁਣੇ ਆਗਾਮੀ ਜਿਹੜੀਆਂ ਰਾਸ਼ਟਰਮੰਡਲ ਖੇਡਾਂ ਹੋਈਆਂ, ਠੀਕ ਆ, ਕਾਮਨਵੈਲਥ ਗੇਮ ਹੋਈਆਂ, ਉਹ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਕਪਤਾਨ ਕਿਹਨੂੰ ਚੁਣਿਆ ਗਿਆ ਵਾ। ਸਮ੍ਰਿਤੀ ਮੰਦਾਨਾ, ਸ਼ਫਾਲੀ ਵਰਮਾ, ਹਰਮਨਪ੍ਰੀਤ ਕੌਰ ਜਾਂ ਦੀਪਤੀ ਸ਼ਰਮਾ। ਸੋ ਇਹ ਵੀ ਇੰਪੋਰਟੈਂਟ ਬਣਦਾ, ਕਿਉਂਕਿ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤੀ ਜਿਹੜੀ ਆਪਣੀ ਭਾਰਤ ਦੀ ਨਹੀਂ, ਵੂਮਨ ਦੀ ਜਿਹੜੀ T20 ਕ੍ਰਿਕਟ ਆ, ਇਹਦੇ ਵਿੱਚ ਵਾਪਸੀ ਹੋਈ ਆ, ਠੀਕ ਆ। ਸੋ ਪਿਛਲੇ ਆਪਾਂ MCQ ਦੇ ਵਿੱਚ ਕੀਤਾ ਸੀ ਪਿਛਲੀ ਕਲਾਸ 'ਚ। ਸੋ ਇਹ ਆਇਆ ਜੀ ਹਰਮਨਪ੍ਰੀਤ ਕੌਰ, ਇਹਦਾ ਆਨਸਰ ਬਿਲਕੁਲ ਸਹੀ ਬਣਦਾ ਪਿਆ ਵਾ ਜੀ, ਠੀਕ ਆ ਜੀ। ਨੈਕਸਟ ਕਰਦੇ ਹਾਂ, ਕੌਣ ਸੀ ਕਪਤਾਨ? ਹਰਮਨਪ੍ਰੀਤ ਕੌਰ। ਹੇਠ ਲਿਖਿਆਂ ਵਿੱਚੋਂ ਕਿਹੜਾ ਹਵਾਈ ਅੱਡਾ ਵਾ ਜਿਹੜਾ ਦੇਸ਼ ਦਾ ਪਹਿਲਾ ਕਾਰਬਨ ਨਿਊਟਰਲ ਹਵਾਈ ਅੱਡਾ ਹੋਵੇਗਾ? ਲੇਹ ਏਅਰਪੋਰਟ, ਜੈਪੁਰ ਏਅਰਪੋਰਟ, ਕੋਝਿਕੋਡ ਏਅਰਪੋਰਟ ਜਾਂ ਆਪਣਾ ਕੋਚੀਨ ਏਅਰਪੋਰਟ? ਦੱਸੋ ਜੀ। ਬਿਲਕੁਲ ਸਹੀ ਜੀ, ਲੇਹ ਏਅਰਪੋਰਟ ਇੱਕ ਇਹੋ ਜਿਹਾ ਏਅਰਪੋਰਟ ਹੋਏਗਾ, ਠੀਕ ਆ, ਜਿਹੜਾ ਕਿ ਆਪਣੇ ਦੇਸ਼ ਭਾਰਤ ਦਾ ਪਹਿਲਾ ਕਾਰਬਨ ਨਿਊਟਰਲ ਹਵਾਈ ਅੱਡਾ ਹੋਏਗਾ, ਠੀਕ ਆ, ਏਅਰਪੋਰਟ ਹੋਏਗਾ। ਇੰਪੋਰਟੈਂਟ ਕੁਐਸਚਨ ਬਣਦਾ ਏਅਰਪੋਰਟ 'ਚੋਂ, ਤੁਸੀਂ ਚੱਕ ਕੇ ਦੇਖ ਲਓ PSSB ਦਾ ਪਿਛਲਾ 2021 ਦੇ ਪੇਪਰ, ਉਹ 'ਚ 1-2 ਕੁਐਸਚਨ ਏਅਰਪੋਰਟਸ ਦੇ ਵਿੱਚੋਂ ਇਸ ਤਰ੍ਹਾਂ ਪੁੱਛੇ ਹੋਏ ਨੇ, ਠੀਕ ਆ। ਨੈਕਸਟ ਆਪਾਂ ਕਰਦੇ ਹਾਂ। ਹਾਂਜੀ, ਜੂਨ ਦੇ ਮਹੀਨੇ, ਹਰੇਕ ਮਹੀਨੇ ਨਾ ਹੁਣੇ ਰੀਸੈਂਟਲੀ ਇੱਕ ਆਪਣਾ ਕੀਤਾ ਸੀ ਇਹਨਾਂ ਨੇ, ICC ਨੇ, ਪਿਛਲੇ ਸਾਲ 2021 ਤੋਂ, ਕਿ ਹਰੇਕ ਮਹੀਨੇ ਇੱਕ ਪਲੇਅਰ ਆਫ ਦੀ ਮੰਥ ਦਾ ਅਵਾਰਡ ਦਿੱਤਾ ਜਾਂਦਾ ICC ਵੱਲੋਂ, ਇੰਟਰਨੈਸ਼ਨਲ ਕ੍ਰਿਕਟ ਕੰਟਰੋਲ ਬੋਰਡ ਵੱਲੋਂ। ਤਾਂ ਉਹਦੇ ਲਈ ਇੱਕ ਮੇਲ ਦਾ ਅਵਾਰਡ ਦਿੱਤਾ ਜਾਂਦਾ, ਮੇਲ ਨੂੰ ਜਾਂਦਾ, ਤੇ ਇੱਕ ਜਾਂਦਾ ਵਾ ਆਪਣਾ ਫੀਮੇਲ ਨੂੰ, ਠੀਕ ਆ। ਉਹ ਦੱਸਿਆ ਇਹਨਾਂ ਨੇ ਕਿ ਜੂਨ ਮਹੀਨੇ ਦੇ ਵਿੱਚ ਕਿਹੜੇ ਨੂੰ ਦਿੱਤਾ ਵਾ, ਠੀਕ ਆ। ਜੌਨੀ ਬੈਰਸਟੋ ਜਾਂ ਮੈਰੀਜ਼ੋਨੀ ਕੈਪ ਨੂੰ, ਐਂਜਲਾ ਮੈਥਿਊਜ਼ ਜਾਂ ਆਪਣਾ ਟੂਬਾ ਹਸਨ ਨੂੰ, ਕੇਸ਼ਵ ਮਹਾਰਾਜਾ ਜਾਂ ਅਲਾਈਸਾ ਹੈਲਜੂ ਜਾਂ ਨਨ ਆਫ ਦਿਸ? ਦੱਸੋ ਜੀ। ਸੋ ਇਹਦੀ ਮੈਂ ਤੁਹਾਨੂੰ ਲਿਸਟ ਜਨਵਰੀ ਤੋਂ ਪ੍ਰੋਵਾਈਡ ਕਰ ਦਾਂਗਾ, ਠੀਕ ਹੈ, ਕੋਈ ਜ਼ਿਆਦਾ ਔਖਾ ਨਹੀਂਗਾ ਕੁਐਸਚਨ। ਸੋ ਪੇਪਰ ਦੇ ਵਿੱਚ ਬਣ ਸਕਦਾ ਵਾ ਇਹ ਕੁਐਸਚਨ ਰੀਸੈਂਟਲੀ, ਚਾਹੇ ਉਹ ਜੂਨ 'ਚੋਂ ਵੀ ਪੁੱਛ ਸਕਦੇ ਆ, ਜੁਲਾਈ 'ਚੋਂ ਵੀ ਪੁੱਛ ਸਕਦੇ ਆ, ਅਗਸਤ 'ਚੋਂ ਹੋ ਸਕਦਾ, ਜਨਵਰੀ 'ਚੋਂ ਵੀ ਪੁੱਛ ਸਕਦੇ ਨੇ। ਸੋ ਜੌਨੀ ਬੈਰਸਟੋ ਜਿਹੜਾ ਵਾ, ਇਹਨੂੰ ਪਲੇਅਰ ਆਫ ਦੀ ਮੰਥ ਦਾ ਅਵਾਰਡ ਦਿੱਤਾ ਗਿਆ, ਤੇ ਨਾਲ ਜਿਹੜੀ ਫੀਮੇਲ ਦੇ ਵਿੱਚੋਂ ਕਿਹੜੇ ਕੌਣ ਆ? ਮਾਰੀਜ਼ਾਨਾ ਕੱਪ। ਨੈਕਸਟ ਕਰਦੇ ਹਾਂ ਜੀ ਆਪਾਂ 64 ਨੰਬਰ ਕੁਐਸਚਨ। ਸੋ ਨੈਕਸਟ ਦੇ ਵਿੱਚ ਆ ਗਿਆ ਜੀ ਸਾਡਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਜਿਹਨੂੰ ਕਿ ਆਪਾਂ NHAI ਕਹਿੰਦੇ ਆ, ਤੇ ਮਹਾਰਾਸ਼ਟਰ ਮੈਟਰੋ ਨੇ ਕਿਸ ਸ਼ਹਿਰ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਬਾ, ਦੁਨੀਆ ਦਾ, ਯਾਦ ਕਰੋ ਜੀ ਇਹਨੂੰ, ਦੁਨੀਆ ਦਾ ਸਭ ਤੋਂ ਲੰਬਾ ਡਬਲ ਡੇਕਰ ਪੁਲ ਬਣਾਇਆ ਹੈ? ਮੁੰਬਈ 'ਚ, ਨਾਸਿਕ 'ਚ, ਪੂਨੇ 'ਚ ਜਾਂ ਨਾਗਪੁਰ 'ਚ? ਸੋ ਇਹਦਾ ਸਹੀ ਆਨਸਰ ਬਣਦਾ ਜੀ ਨਾਗਪੁਰ, ਬਿਲਕੁਲ ਸਹੀ ਬਣਦਾ, D ਆਨਸਰ ਇਹਦਾ ਸਹੀ ਬਣਦਾ ਪਿਆ, ਨਾਗਪੁਰ। ਨੈਕਸਟ ਚੱਲਦੇ ਹਾਂ ਜੀ। ਕਿਹੜਾ ਦੇਸ਼ ਆ ਜਿਹੜਾ ਇੰਟਰਪੋਲ ਦੇ ਬਾਲ ਜਿਨਸੀ ਸ਼ੋਸ਼ਣ ਡੇਟਾਬੇਸ ਵਿੱਚ ਸ਼ਾਮਲ ਹੋਣ ਵਾਲਾ 68ਵਾਂ ਦੇਸ਼ ਬਣ ਗਿਆ ਹੈ? ਦੱਸੋ ਜੀ। ਬੰਗਲਾਦੇਸ਼, ਭੂਟਾਨ, ਪਾਕਿਸਤਾਨ ਜਾਂ ਇੰਡੀਆ? ਦੱਸੋ ਜੀ ਕਿਹੜਾ ਵਾ ਜਿਹੜਾ ਇੰਟਰਪੋਲ ਦੇ ਜਿਹੜੇ ਮਤਲਬ ਚਾਈਲਡ ਸੈਕਸੂਅਲ ਅਬਿਊਜ਼ ਡੇਟਾਬੇਸ ਦੇ ਵਿੱਚ ਸ਼ਾਮਲ ਹੋ ਗਿਆ ਵਾ ਹੁਣੇ ਰੀਸੈਂਟਲੀ? ਸੋ ਇਹ ਆ ਜੀ ਆਪਣਾ ਭਾਰਤ, ਠੀਕ ਹੈ ਜੀ, ਇੰਡੀਆ। D ਆਨਸਰ ਹੈ ਇਹਦਾ ਵੀ, ਆਪਸ਼ਨ ਸਹੀ ਬਣਦੀ ਪਈ ਆ। ਸੋ ਇੰਟਰਪੋਲ ਦਾ ਹੈੱਡਕੁਆਟਰ ਕਿੱਥੇ ਆ ਜੀ? ਲਿਆਨ, ਫਰਾਂਸ ਦੇ ਵਿੱਚ ਆ, ਤੇ ਇਹਦਾ ਹੈੱਡ ਇਸ ਟਾਈਮ ਦੇ ਉੱਤੇ ਕੌਣ ਆ? ਨਾਸਿਰ ਅਲ ਅਹਿਮਦੀ ਅਲੀ ਅਲ ਰੈਸੀ, UAE ਤੋਂ, ਠੀਕ ਹੈ। ਨੈਕਸਟ ਆਪਾਂ ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਦਾ 67ਵਾਂ ਕੈਂਪਸ ਦਾ ਉਦਘਾਟਨ ਹੋਇਆ, ਉਹ ਕਹਿੰਦੇ ਜੀ ਕਿਹੜੇ ਰਾਜ ਦੇ ਵਿੱਚ ਕੀਤਾ ਗਿਆ ਇਹਦਾ? ਹਰਿਆਣੇ 'ਚ, ਪੰਜਾਬ 'ਚ, ਉੱਤਰ ਪ੍ਰਦੇਸ਼ ਜਾਂ ਰਾਜਸਥਾਨ ਦੇ ਵਿੱਚ? ਦੱਸੋ ਜੀ। ਸੋ ਇਹਦਾ ਸਹੀ ਆਨਸਰ ਬਣਦਾ ਜੀ ਹਰਿਆਣਾ। ਹਰਿਆਣਾ ਦੇ ਵੀ ਸ਼ਾਇਦ ਇਹ ਪੰਚਕੂਲਾ ਦੇ ਵਿੱਚ ਉਦਘਾਟਨ ਕੀਤਾ ਗਿਆ ਵਾ। ਨੈਕਸਟ ਆਪਾਂ ਗੱਲ, ਸੋ ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ ਕਿੱਥੇ ਹੋਇਆ ਵਾ ਜੀ? ਪੰਚਕੂਲਾ, ਹਰਿਆਣਾ। ਨੈਕਸਟ ਚੱਲਦੇ ਹਾਂ ਜੀ। ਆਹ ਦੇਖੋ ਜੀ, ਆ ਗਿਆ ਨਾ ਸਾਇੰਸ ਐਂਡ ਟੈਕ ਦੇ ਵਿੱਚੋਂ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਪਿਆ, ਇਹਨੂੰ ਚੰਗੀ ਤਰ੍ਹਾਂ ਤੁਸੀਂ ਉਹ ਕਰ ਲੈਣਾ ਵਾ, ਠੀਕ ਆ। ਹੁਣੇ ਨਾ ਪੁਲਾੜ ਏਜੰਸੀ ਆ, ਇਹਨੇ ਨਾ ਵੈਬ ਟੈਲੀਸਕੋਪ ਦੇ ਨਾਲ ਆਪਣੀ ਤਾਰਿਆਂ ਦੀਆਂ, ਤਾਰਿਆਂ, ਸਟਾਰਸ ਹੋ ਗਏ, ਠੀਕ ਆ, ਗਲੈਕਸੀ ਹੋ ਗਈਆਂ ਜਾਂ ਐਕਸਪਲੋਨੇਟ ਹੋ ਗਏ, ਠੀਕ ਆ, ਇਹਨਾਂ ਦੀਆਂ ਤਸਵੀਰਾਂ ਖਿੱਚੀਆਂ ਨੇ। ਕਿਹੜੀ ਪੁਲਾੜ ਏਜੰਸੀ ਆ? ਉਹਨਾਂ ਨੇ ਨਾਸਾ ਵਾ, ਇਸਰੋ ਵਾ, CNSA ਆ ਜਾਂ ਜਾਕਸਾ? ਬਹੁਤ ਇੰਪੋਰਟੈਂਟ ਕੁਐਸਚਨ ਆ, ਮੈਂ ਬਾਰ-ਬਾਰ ਕਹਿ ਰਿਹਾ, ਇਹਨੂੰ ਸਟਾਰ ਮਾਰਕ ਕਰ ਲਓ, ਠੀਕ ਆ ਜੀ।
ਸੋ ਇਹਦਾ ਆਨਸਰ ਬਣਦਾ ਵਾ ਜੀ ਨਾਸਾ ਵਾ ਕੰਪਨੀ, ਠੀਕ ਹੈ ਜੀ, ਉਹ ਆਪਣੀ ਪੁਲਾੜ ਏਜੰਸੀ। ਨੈਕਸਟ ਸਪੇਸ ਏਜੰਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ ਜੀ। ਸ਼੍ਰੀਲੰਕਾ, ਆ ਦੇਖੋ ਜੀ, ਹੁਣ ਸ਼੍ਰੀਲੰਕਾ ਦੇ ਵਿੱਚ ਤੁਹਾਨੂੰ ਪਤਾ ਵੀ ਇਕਨੋਮਿਕਸ ਕ੍ਰਾਈਸਿਸ ਆਏ ਸੀਗੇ ਹੁਣੇ ਰੀਸੈਂਟਲੀ, ਠੀਕ ਹੈ। ਸ਼੍ਰੀਲੰਕਾ ਦੀ ਆਰਥਿਕ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਸੀ। ਆਪਾਂ ਸਾਰਿਆਂ ਨੇ ਨਿਊਜ਼ ਦੇ ਵਿੱਚ ਪੜ੍ਹਿਆ ਸੀਗਾ ਉੱਥੇ ਕੀ ਹਾਲ ਹੋ ਰਿਹਾ ਸੀ ਤੇ ਉਹਨਾਂ ਦਾ ਕੀ ਉਹਨਾਂ ਦਾ ਸਿਚੁਏਸ਼ਨ ਹੋਈ ਸੀ। ਤਾਂ ਉਹਨਾਂ ਨੇ ਨਾ ਹੁਣੇ ਰੀਸੈਂਟਲੀ ਇੱਕ ਸ਼੍ਰੀਲੰਕਾ ਦਾ ਨਵਾਂ ਕਾਰਜਕਾਰੀ ਰਾਸ਼ਟਰਪਤੀ ਕਿਹਨੂੰ ਬਣਿਆ, ਠੀਕ ਹੈ, ਕਾਰਜਕਾਰੀ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ। ਹੁਣ ਰੀਸੈਂਟਲੀ ਜੇਕਰ ਆਪਾਂ ਅੱਗੇ ਤੁਹਾਨੂੰ MCQ ਆਏਗਾ, ਸੋ ਪਰਮਾਨੈਂਟ ਪ੍ਰੈਜ਼ੀਡੈਂਟ ਜਾਂ ਆਪਣਾ ਪ੍ਰਾਈਮ ਮਿਨਿਸਟਰ ਦੇ ਉੱਤੇ, ਉਹ ਵੀ ਮੈਂ ਤੁਹਾਨੂੰ ਇਹਦੇ ਵਿੱਚ ਹੀ ਸਲਾਈਡ ਦੇ ਵਿੱਚ ਆਨਸਰ ਤੁਹਾਨੂੰ ਮਿਲ ਜਾਏਗਾ। ਸੋ ਪਹਿਲਾਂ ਦੱਸਣਾ ਕਿ ਐਕਟਿੰਗ ਪ੍ਰੈਜ਼ੀਡੈਂਟ ਕਿਹੜਾ ਬਣਿਆ ਸੀ ਉਸ ਤੋਂ ਪਹਿਲਾਂ। ਮਹਿੰਦਾ ਯਾਪਾ ਅਬੇਵਰਦਨ, ਰਾਨਿਲ ਵਿਕਰਮਸਿੰਘੇ, ਸ਼ਿਵੰਦਰਾਸ਼ਿਲਾ ਜਾਂ ਆਪਣਾ ਜਗਤ ਕੋਦਿਤਵਾਲਾ। ਸੋ ਇਹਦਾ ਸਹੀ ਆਨਸਰ ਬਣਦਾ ਜੀ ਰਾਨਿਲ ਵਿਕਰਮਸਿੰਘੇ ਆਪਣਾ ਐਕਟਿੰਗ ਰਾਸ਼ਟਰਪਤੀ ਬਣਾਇਆ ਸੀ, ਠੀਕ ਹੈ। ਨੈਕਸਟ ਆਪਾਂ ਕਰਦੇ ਹਾਂ ਜੀ, ਠੀਕ ਹੈ ਜੀ। ਪ੍ਰਾਈਮ ਮਿਨਿਸਟਰ, ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਰਾਨਿਲ ਵਿਕਰਮਸਿੰਘੇ ਐਕਟਿੰਗ ਪ੍ਰੈਜ਼ੀਡੈਂਟ, ਮਤਲਬ ਇਹ ਪ੍ਰਾਈਮ ਮਿਨਿਸਟਰ ਸੀਗਾ ਤਾਂ ਇਹਨੂੰ ਐਕਟਿੰਗ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਰਾਨਿਲ ਵਿਕਰਮਸਿੰਘੇ ਨੂੰ, ਠੀਕ ਹੈ। ਸੋ ਵੈਸੇ ਇਸ ਤੋਂ ਅਗਲਾ ਜਿਹੜਾ ਕੁਐਸਚਨ ਹੋਊਗਾ ਉਹ ਜ਼ਿਆਦਾ ਇੰਪੋਰਟੈਂਟ ਹੋਊਗਾ, ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਇਹ ਚੇਂਜ ਹੋ ਗਿਆ, ਠੀਕ ਹੈ। ਅਗਲੇ ਦੇ ਵਿੱਚ ਤੁਹਾਨੂੰ ਮੈਂ ਪੂਰੀ ਡਿਟੇਲ ਸਮਝਾਵਾਂਗਾ, ਸੋ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ, ਤਾਂ ਕਰਕੇ ਮੈਂ ਬਿਲਕੁਲ ਨਾਲ ਨਹੀਂ ਐਡ ਕੀਤਾ ਹੈ। ਕਿਹੜੀ ਰਾਜ ਸਰਕਾਰ ਨੇ ਅਭਿਲਾਸ਼ੀ ਹੁਣੇ ਰੀਸੈਂਟਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਠੀਕ ਹੈ, PMFBY ਵਿੱਚ ਮੁੜ ਸ਼ਾਮਲ ਹੋਣ ਦਾ ਐਲਾਨ ਕੀਤਾ ਵਾ? ਉੜੀਸਾ, ਗੋਆ, ਰਾਜਸਥਾਨ ਜਾਂ ਆਂਧਰਾ ਪ੍ਰਦੇਸ਼? ਬਿਲਕੁਲ ਸਹੀ ਜੀ, ਇਹ ਬਣਦੀ ਹੈ ਜੀ ਆਪਣੀ ਆਂਧਰਾ ਪ੍ਰਦੇਸ਼ ਨੇ ਹੁਣੇ ਰੀਸੈਂਟਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚ ਵਾਪਸ ਸ਼ਾਮਲ ਹੋਣ ਦਾ ਉਹ ਕੀਤਾ ਵਾ। ਤਾਂ ਇਹਦੀ ਫਸਲ ਬੀਮਾ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਦੀ ਕੋਈ ਵੀ ਯੋਜਨਾ ਹੁੰਦੀ ਆ, ਠੀਕ ਆ, ਹੁਣੇ ਰੀਸੈਂਟਲੀ ਖਾਸ ਕਰ ਜਿਹੜੀ ਹੁਣ 2015 ਤੋਂ ਬਾਅਦ ਲਾਂਚ ਹੋਈਆਂ ਨੇ ਜਿਹੜੀਆਂ, ਉਹ ਸਾਰੀਆਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਤੇ ਕਿ ਇਹਨਾਂ ਦੀ ਮਤਲਬ ਤਰੀਕ ਕਿਹੜੀ ਆ। ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਵੀ ਇੱਕ ਪ੍ਰੋਵਾਈਡ ਕੀਤਾ ਸੀ, ਫਿਰ ਵੀ ਮੈਂ ਦੁਬਾਰਾ ਉਹ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਾਂਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 13 ਜੁਲਾਈ 2016 ਨੂੰ ਸ਼ੁਰੂ ਹੋਈ ਸੀ, ਠੀਕ ਹੈ ਜੀ, ਇਹ ਯਾਦ ਕਰਨਾ। ਹੁਣ ਜੀ ਜੁਲਾਈ 2022 ਚ ਜਾਪਾਨ ਸਰਕਾਰ ਨੇ ਹੁਣੇ ਆਰਡਰ ਆਫ ਦਾ ਰਾਈਜ਼ਿੰਗ ਸਨ, ਠੀਕ ਹੈ, ਆਰਡਰ ਆਫ ਦੀ ਰਾਈਜ਼ਿੰਗ ਸਨ, ਚੰਗੀ ਤਰ੍ਹਾਂ ਕਰਨਾ, ਗੋਲਡ ਐਂਡ ਸਿਲਵਰ ਸਟਾਰ ਬਾਏ ਕਿਸ ਨੂੰ ਪ੍ਰਦਾਨ ਕੀਤਾ ਗਿਆ, ਠੀਕ ਹੈ, ਕਿਹਨੇ ਕੀਤਾ ਜਾਪਾਨ ਨੇ, ਕਿਹੜਾ ਸ਼ਖਸ ਆ ਉਹ? ਰਵੀ ਪਰਮਾਰ ਆ, ਨਾਰਾਇਣ ਕੁਮਾਰ ਆ, ਪ੍ਰਮੋਦ ਤੋਮਰ ਆ ਜਾਂ ਸੰਦੀਪ ਮਿਸ਼ਰਾ ਵਾ? ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹਨੂੰ ਤੁਸੀਂ ਬਿਲਕੁਲ ਵੀ ਉਹ ਨਹੀਂ ਕਰਨਾ, ਠੀਕ ਹੈ, ਸਕਿਪ। ਕਿਹੜਾ ਜੀ? ਰਾਈਜ਼ਿੰਗ ਸਨ, ਆਰਡਰ ਆਫ ਦਾ ਰਾਈਜ਼ਿੰਗ ਸਨ, ਗੋਲਡ ਐਂਡ ਸਿਲਵਰ ਸਟਾਰ। ਸੋ ਇਹਦਾ ਬਿਲਕੁਲ ਸਹੀ ਬਣਦਾ ਪਿਆ ਵਾ ਜੀ, ਇਹਦਾ ਆਨਸਰ ਆਪਣਾ ਬਣਦਾ ਪਿਆ ਵਾ ਜੀ ਇਹਦਾ ਬੀ, ਨਾਰਾਇਣ ਕੁਮਾਰ ਨੂੰ ਇਹ ਦਿੱਤਾ ਗਿਆ ਵਾ। ਨੈਕਸਟ ਆਪਾਂ ਕਰਦੇ ਹਾਂ। ਤੇ ਇੱਕ ਨਾ ਛੱਤੀਸਗੜ੍ਹ ਆਪਣਾ ਅਵਾਰਡ 2022 ਫ੍ਰਾਂਸਿਸ ਕੈਰੇ ਨੂੰ ਦਿੱਤਾ। ਕੋਵਿਡ ਚੈਂਪੀਅਨ ਅਵਾਰਡ ਕਿਹਨੂੰ ਦਿੱਤਾ ਜੀ? ਕੋਚੀਨ 에ਅਰਪੋਰਟ ਨੂੰ ਦਿੱਤਾ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ, ਠੀਕ ਆ। ਜਿਹੜਾ ਆ ਛੱਤੀਸਗੜ੍ਹ ਅਵਾਰਡ ਹੁੰਦਾ ਵਾ ਨਾ, ਜਿਹੜਾ ਫ੍ਰਾਂਸਿਸ ਕੈਰੇ ਨੂੰ ਦਿੱਤਾ, ਇਹ ਕਿਹਦੇ ਵਿੱਚ ਦਿੱਤਾ ਜਾਂਦਾ? ਆਰਕੀਟੈਕਚਰ ਦੇ ਵਿੱਚ ਦਿੱਤਾ ਜਾਂਦਾ, ਆਰਕੀਟੈਕਚਰ ਦੇ ਵਿੱਚ ਦਿੱਤਾ ਜਾਂਦਾ ਵਾ, ਠੀਕ ਹੈ ਜੀ, ਇੰਪੋਰਟੈਂਟ ਬਣਦਾ ਵਾ, ਠੀਕ ਹੈ। ਇਹ ਆਰਕੀਟੈਕਟ ਨੇ, ਠੀਕ ਹੈ, ਫ੍ਰਾਂਸਿਸ ਕੈਰੇ, ਜਿਹੜਾ 2022 ਦਾ ਅਵਾਰਡ ਮਿਲਿਆ। ਤੇ ਕੋਵਿਡ ਚੈਂਪੀਅਨ ਅਵਾਰਡ ਕਿਹਨੂੰ ਮਿਲਿਆ? ਕੋਚੀਨ 에ਅਰਪੋਰਟ ਨੂੰ। ਇਹ ਸ਼ਾਇਦ ਮੇਰਾ ਪਿਛਲੀ ਤੁਹਾਡੀ ਜੂਨ ਦੇ ਕਰੰਟ ਅਫੇਅਰ ਦੇ ਵਿੱਚ ਤੁਹਾਨੂੰ ਕਰਵਾਇਆ ਵੀ ਹੋਇਆ। ਹੁਣ ਆ ਗਿਆ ਜੀ ਨੈਕਸਟ, ਡਰੱਗਸ ਕੰਟਰੋਲ ਜਰਨਲ ਆਫ ਇੰਡੀਆ DCGI ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨੇ ਹੇਠ ਲਿਖਿਆਂ ਵਿੱਚੋਂ ਕਿਸਮਾਂ ਵਿੱਚੋਂ ਕਿਸ ਕਿਸਮ ਦੇ ਕੈਂਸਰ ਦੇ ਵਿਰੁੱਧ ਦੇਸ਼ ਦੀ ਪਹਿਲੀ ਸਵਦੇਸ਼ੀ ਤੌਰ ਤੇ ਵਿਕਸਿਤ, ਠੀਕ ਆ, ਆਪਣੀ ਇੰਡੀਜੀਨਸ ਡਿਵੈਲਪਡ ਹਿਊਮਨ ਜੇਕਰ ਆਪਾਂ ਗੱਲ ਕਰੀਏ, ਠੀਕ ਆ, ਪੈਪੀਲੋਮਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਆ। ਬਲੈਡਰ ਕੈਂਸਰ ਆ, ਬ੍ਰੈਸਟ ਕੈਂਸਰ ਲਈ ਆ, ਲੀਵਰ ਕੈਂਸਰ ਲਈ ਜਾਂ ਸਰਵੀਕਲ ਕੈਂਸਰ ਲਈ ਆ, ਠੀਕ ਆ ਜੀ। ਸੋ ਇਹ ਬਣਦਾ ਵਾ ਜੀ ਆਪਣਾ ਸਰਵੀਕਲ ਕੈਂਸਰ ਨੂੰ ਉਹ ਹੋਈ ਆ, ਠੀਕ ਆ ਜੀ। ਇਹਦਾ ਤੁਸੀਂ ਆ ਵੀ ਨਾਮ ਜ਼ਰੂਰ ਯਾਦ ਕਰਨਾ ਵਾ, ਠੀਕ ਆ, HPV। ਨੈਕਸਟ ਆਪਾਂ ਵੈਕਸੀਨ ਦਾ। ਸੋ ਹੁਣ ਜੇਕਰ ਆਪਾਂ ਨੂੰ ਇੱਕ ਹੋਰ ਛੋਟਾ ਜਿਹਾ ਮੈਂ ਤੁਹਾਨੂੰ ਲੈ ਕੇ ਆਇਆ ਵਾਂ, ਠੀਕ ਆ, ਜਿਹੜਾ ਹੁਣ ਰੀਸੈਂਟਲੀ ਪਹਿਲਾਂ ਆਪਾਂ ਕਰ ਲੈਂਦੇ ਹਾਂ, ਠੀਕ ਆ, ਜਿਹਦੀ ਹੁਣ ਆਪਾਂ ਸਰਵੀਕਲ ਕੈਂਸਰ ਲਈ ਜਿਹੜੀ ਵੈਕਸੀਨ, ਇਹ ਕਿਹਨੇ ਤਿਆਰ ਕੀਤੀ ਹੈ ਜੀ? ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਕੀਤੀ ਆ। ਸਿਰਮ ਇੰਸਟੀਚਿਊਟ ਆਫ ਇੰਡੀਆ ਦਾ ਹੈੱਡਕੁਆਟਰ ਕਿੱਥੇ ਆ ਜੀ? ਪੂਨੇ 'ਚ। ਇਹਦੇ ਸਿਰਮ ਇੰਸਟੀਚਿਊਟ ਆਫ ਇੰਡੀਆ ਦੇ ਫਾਊਂਡਰ ਕੌਣ ਨੇ? ਸਾਈਰਸ ਪੂਨਾਵਾਲਾ। ਬਹੁਤ ਇੰਪੋਰਟੈਂਟ ਬਣਦਾ, ਇਹਨਾਂ ਨੂੰ ਚੰਗੀ ਤਰ੍ਹਾਂ ਨਾਮ ਯਾਦ ਹੋਣੇ ਚਾਹੀਦੇ ਆ। CEO ਕੌਣ ਨੇ ਜੀ? ਆਦਰ ਪੂਨਾਵਾਲਾ, ਠੀਕ ਆ। ਹੁਣੇ ਰੀਸੈਂਟਲੀ ਲੋਕ ਮਾਨਿਆ ਤਿਲਕ ਅਵਾਰਡ ਦਿੱਤਾ ਗਿਆ, ਉਹ ਕਿਹਨੂੰ ਦਿੱਤਾ ਗਿਆ? ਸਾਈਰਸ ਪੂਨਾਵਾਲਾ ਨੂੰ। ਹੁਣ ਦੇਖੋ, ਹੁਣ ਜੀ ਕੋਵਿਸ਼ੀਲਡ ਆ, ਇਹ ਵੀ ਆਪਣੇ ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਹੀ ਤਿਆਰ ਕੀਤੀ ਸੀ। ਕੋਵਿਸ਼ੀਲਡ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੀ ਕਰੋਨਾ ਤੋਂ ਟੀਕੇ ਲੱਗੇ ਸੀ ਨਾ, ਉਹ ਜਿਹੜੀ ਵੈਕਸੀਨ ਸੀਗੀ ਉਹ ਇਹਦੀ ਆਹੀ ਸੀ, ਠੀਕ ਆ। ਕੋਵਿਸ਼ੀਲਡ ਸੀ, ਇੱਕ ਸੀਗੀ ਕੋਵੈਕਸੀਨ। ਕੋਵੈਕਸੀਨ ਕਿਹਨੇ ਤਿਆਰ ਕੀਤੀ ਸੀ? ਭਾਰਤ ਬਾਇਓਟੈਕ ਨੇ। ਇਹਨਾਂ ਦੇ ਵੀ ਤੁਹਾਨੂੰ ਨਾਮ ਯਾਦ ਹੋਣੇ ਚਾਹੀਦੇ ਆ, ਪਿੱਛੇ ਜੇ ਪੇਪਰ 'ਚ ਰਿਪੀਟ ਹੋਏ ਨੇ, ਪਰ ਤੁਹਾਨੂੰ ਹੁਣ ਕੈਂਸਰ ਵਾਲੀ, ਸਰਵੀਕਲ ਕੈਂਸਰ ਵਾਲੀ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਆ, ਠੀਕ ਆ। ਨੈਕਸਟ ਆਪਾਂ ਕਰਦੇ ਹਾਂ ਜੀ। ਸੋ ਮੈਂ ਤਾਂ ਹੀ ਇਹ ਮੈਂ ਨਾਲ ਐਡ ਕੀਤੇ ਨੇ ਕਿ ਤਾਂ ਕਿ ਤੁਹਾਨੂੰ ਨਾਲ ਦੀ ਨਾਲ ਇਹ ਚੀਜ਼ਾਂ ਵੀ ਯਾਦ ਰਹਿਣ, ਕਿਉਂਕਿ ਪੇਪਰ ਦੇ ਵਿੱਚ ਕੁਝ ਵੀ ਆ ਸਕਦਾ ਵਾ। ਨੈਕਸਟ ਆ ਗਿਆ ਜੀ, ਪੇਪਰ ਇੰਪੋਰਟ ਮਾਨੀਟਰਿੰਗ ਸਿਸਟਮ ਕਿਸ ਮਿਤੀ ਤੋਂ ਲਾਗੂ ਹੋਏਗਾ? 1 ਅਗਸਤ 22 ਤੋਂ, 1 ਸਤੰਬਰ 22 ਤੋਂ, 1 ਅਕਤੂਬਰ 22 ਤੋਂ ਜਾਂ 1 ਨਵੰਬਰ 22 ਤੋਂ? 1 ਅਕਤੂਬਰ 2022 ਤੋਂ, ਠੀਕ ਹੈ ਜੀ। ਨੈਕਸਟ ਕਰਦੇ
ਆ ਦੇਖੋ ਜੀ, ਇਸ ਜੇਕਰ ਆਪਾਂ ਗੱਲ ਕਰੀਏ ਨਾ, ਇੱਕ ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣ ਰਿਹਾ ਵਾ, 73 ਨੰਬਰ ਕੁਐਸਚਨ ਆ, ਠੀਕ ਆ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਜੈਂਡਰ ਗੈਪ ਰਿਪੋਰਟ ਆਈ ਹੁਣੇ ਰੀਸੈਂਟਲੀ 2022 ਦੀ। ਭਾਰਤ ਕਿੰਨਵੇਂ ਸਥਾਨ ਤੇ ਰਿਹਾ? 131ਵਾਂ, 140ਵਾਂ, 134ਵਾਂ ਜਾਂ 135ਵਾਂ? ਦੱਸੋ ਜੀ। ਤੋ ਇੰਡੀਆ ਰਿਹਾ ਵਾ ਜੀ 135 ਨੰਬਰ ਤੇ। ਮੋਸਟ ਇੰਪੋਰਟੈਂਟ ਸਟਾਰ ਮਾਰਕ ਕਰ ਲਓ, ਜੈਂਡਰ ਗੈਪ ਰਿਪੋਰਟ ਜਿਹੜੀ ਹੁਣੇ ਰੀਸੈਂਟਲੀ 2022 ਚ ਆਈ ਆ, 135 ਨੰਬਰ ਤੇ ਰਿਹਾ ਵਾ ਇੰਡੀਆ। ਤਾਂ ਇਹਦਾ ਥੋੜਾ ਜਿਹਾ ਹੋਰ ਮੈਂ ਤੁਹਾਨੂੰ ਡਾਟਾ ਨਾਲ ਐਡ ਕੀਤਾ ਹੋਇਆ ਆਪਣਾ, ਠੀਕ ਆ। ਸੋ ਪਹਿਲੀ ਗੱਲ ਤਾਂ ਜਿਹੜੀ ਜੈਂਡਰ ਗੈਪ ਰਿਪੋਰਟ ਆ, ਇਹ ਕੌਣ ਜਾਰੀ ਕਰਦੀ ਆ, ਮਤਲਬ ਕਿਹੜੀ ਠੀਕ ਆ, ਕਿਹੜੀ ਸੰਸਥਾ ਜਾਰੀ ਕਰਦੀ ਆ? ਵਰਲਡ ਐਕਨੋਮਿਕ ਫੋਰਮ ਆ ਜਿਹੜੀ, ਠੀਕ ਆ, ਇਹ ਜਾਰੀ ਕਰਦੀ ਆ। 2022 ਦੀ ਜਿਹੜੀ ਹੁਣੇ ਰੀਸੈਂਟਲੀ ਰਿਪੋਰਟ ਪਬਲਿਸ਼ ਹੋਈ ਆ। ਇੰਡੀਆ ਦਾ ਰੈਂਕ ਆਪਾਂ ਕਰ ਲਿਆ ਹੋਇਆ 135ਵਾਂ ਰੈਂਕ ਵਾ, ਤੇ ਇਹਦੇ ਤੇ ਨੰਬਰ 1 ਤੇ ਕੌਣ ਰਿਹਾ ਜੀ? ਆਈਸਲੈਂਡ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ। ਨੈਕਸਟ ਕਰਦੇ ਹਾਂ ਜੀ, ਆ ਵੀ ਇੰਪੋਰਟੈਂਟ ਆ ਗਿਆ ਜੀ ਕੁਐਸਚਨ ਹਾਲ ਹੀ ਦੇ ਵਿੱਚ। ਸੋ ਇਹਦੇ ਵਿੱਚ ਸਾਰੇ ਇੰਪੋਰਟੈਂਟ ਕੁਐਸਚਨ ਹੀ ਲੈ ਕੇ ਆਇਆ, ਠੀਕ ਆ ਮੈਂ, ਇਹ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਹਾਲ ਹੀ ਵਿੱਚ ਕਿਹੜਾ ਦੇਸ਼ ਨਾਟੋ ਦੇ ਫੌਜਾਂ ਵਿਚਕਾਰ ਤਕਨੀਕੀ ਸਹਿਯੋਗ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਵਾ? ਨਾਰਵੇ ਹੋਇਆ, ਸਵੀਡਨ ਹੋਇਆ, ਯੂਕਰੇਨ ਹੋਇਆ ਜਾਂ ਡੈਨਮਾਰਕ ਹੋਇਆ? ਸੋ ਇਹਦਾ ਇੰਪੋਰਟੈਂਟ ਆਨਸਰ ਬਣਦਾ ਹੈ ਯੂਕਰੇਨ। ਨੈਕਸਟ ਚੱਲਦੇ ਹਾਂ ਜੀ। ਸੋ ਆਪਾਂ ਕੁਐਸਚਨ ਜ਼ਿਆਦਾ ਕਰਨੇ ਆ, ਇਸ ਲਈ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਇਹ 'ਚ। ਹੁਣੇ ਜੀ ਦਾ ਮੈਕਮੋਹਨ ਲਾਈਨ ਆਫ ਏ ਸੈਂਚੁਰੀ ਆਫ ਡਿਸਕਾਰਡ ਨਾਮ ਦੀ ਕਿਤਾਬ ਲਿਖੀ ਗਈ ਆ। ਬਹੁਤ ਇੰਪੋਰਟੈਂਟ ਬਣਦਾ, ਬਹੁਤ ਇੰਪੋਰਟੈਂਟ ਕੁਐਸਚਨ। ਇਹਦੇ ਉਧਰ ਪੁੱਛਿਆ ਉਹਨਾਂ ਨੇ ਕਿਹੜੇ ਲੇਖਕ ਨੇ ਲਿਖਿਆ ਜੀ, ਠੀਕ ਆ ਜੀ। ਰਜਿੰਦਰ ਵਿਸ਼ਵਨਾਥ ਆਲੇਕਰ, ਜੇ ਸਿੰਘ ਨੇ, ਸੁਰਿੰਦਰ ਕੁਮਾਰ ਨੇ ਜਾਂ ਨਨ ਆਫ ਦਿਸ? ਸੋ ਇਹਦਾ ਆਨਸਰ ਬਣਦਾ ਵਾ ਜੀ ਬੀ, ਜੇ ਸਿੰਘ। ਸੋ ਨਾਲ ਹੀ ਆਪਾਂ ਜਿਹੜੀਆਂ ਹੁਣ ਇਹ ਲਾਈਨਾਂ ਹੁੰਦੀਆਂ, ਠੀਕ ਆ, ਬਾਰਡਰ ਲਾਈਨਸ ਹੁੰਦੀਆਂ ਨੇ। ਹੁਣ ਜਿੱਦਾਂ ਕਿ ਮੈਕਮੋਹਨ ਲਾਈਨ ਆ ਜਿਹਦੇ ਉੱਤੇ ਹੁਣੇ ਇਹ ਕਿਤਾਬ ਲਿਖੀ ਆ, ਉਹ ਇੰਡੀਆ ਚਾਈਨਾ ਦੀ ਲਾਈਨ ਆ, ਠੀਕ ਆ ਜੀ। ਸੋ ਰੈੱਡ ਕਲਿਫ ਲਾਈਨ ਇੰਡੀਆ ਪਾਕਿਸਤਾਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਠੀਕ ਆ। ਸੋ ਇਹ ਬਾਰ-ਬਾਰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪਏਗੀ। ਆ ਇੱਥੇ ਮੇਰਾ ਐਡ ਵੀ ਕੀਤਾ ਹੈ ਇੰਡੀਆ ਪਾਕਿਸਤਾਨ ਦੀ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਲਾਈਨ ਆ, ਜਿਹਦੇ ਤਹਿਤ ਪੰਜਾਬ ਦੀ ਵੰਡ ਹੋਈ ਸੀ, ਠੀਕ ਆ, ਉਸ ਟਾਈਮ ਭਾਰਤ ਦੀ ਵੰਡ ਹੋਈ ਸੀ। ਇਹਨੂੰ ਆਪਾਂ ਰੈੱਡ ਕਲਿਫ ਲਾਈਨ ਕਹਿ ਦਿੰਦੇ ਹਾਂ, ਠੀਕ ਆ, 1947 ਦੇ ਵਿੱਚ। ਸਰ ਕ੍ਰੀਕ ਲਾਈਨ ਹੋ ਗਈ, ਠੀਕ ਆ। ਲਾਈਨ ਆਫ ਕੰਟਰੋਲ ਹੋ ਗਈ ਜਿਹੜੀ ਆਪਣੀ ਇੰਡੀਆ ਪਾਕਿਸਤਾਨ ਦੀ, ਜਿਹਨੂੰ ਆਪਾਂ ਕਿ ਪਾਕਿਸਤਾਨ ਜਿਹੜੀ ਕਸ਼ਮੀਰ ਦੇ ਵਿੱਚ ਲਾਈਨ ਆ, ਠੀਕ ਆ, ਉਹਨੂੰ ਆਪਾਂ LOC ਕਹਿ ਦਿੰਦੇ ਹਾਂ। ਲਾਈਨ ਆਫ ਐਕਚੁਅਲ ਕੰਟਰੋਲ ਇੰਡੀਆ ਚਾਈਨਾ ਦੀ। ਪਾਕ ਸਟ੍ਰੇਟ ਆ ਗਈ ਇੰਡੀਆ ਸ਼੍ਰੀਲੰਕਾ ਦੀ। ਡੁਰਾਂਡ ਲਾਈਨ, ਇਹਦੇ ਚੋਂ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਵੈਸੇ। ਪਾਕਿਸਤਾਨ ਅਫਗਾਨਿਸਤਾਨ ਦੀ ਲਾਈਨ ਆ, ਠੀਕ ਆ ਜੀ। ਕਾਚਿਨ ਹਿਲਸ ਇੰਡੀਆ ਮਿਆਂਮਾਰ ਦੀ ਲਾਈਨ। ਨੈਕਸਟ ਆਪਾਂ ਕਰਦੇ ਹਾਂ, ਠੀਕ ਹੈ ਜੀ। ਸੋ ਇਹ ਵੈਸੇ ਮੇਰਾ ਤੁਹਾਨੂੰ ਇਹ ਕਰਵਾਏ ਹੋਏ ਨੇ ਪਹਿਲਾਂ। ਹੁਣੇ ਸਪੇਸ ਟੈਕ ਸਟਾਰਟਅਪ ਅਗਨੀਕੁਲ, ਠੀਕ ਹੈ ਜੀ, ਅਗਨੀਕੁਲ ਕੋਸਮੋਸ ਨੇ ਭਾਰਤ ਦੀ ਪਹਿਲੀ ਰੌਕਟ ਇੰਜਨ ਫੈਕਟਰੀ ਕਿਹੜੇ ਸ਼ਹਿਰ 'ਚ ਖੋਲ੍ਹੀ ਹੈ? ਦਿੱਲੀ 'ਚ, ਬੰਗਲੌਰ 'ਚ, ਪੂਨੇ 'ਚ ਜਾਂ ਚੇਨਈ 'ਚ? ਦੱਸੋ ਜੀ। ਸੋ ਇਹ ਚੇਨਈ 'ਚ ਖੁੱਲੀ ਆ ਜੀ, ਠੀਕ ਹੈ ਜੀ, ਇੰਪੋਰਟੈਂਟ ਬਣਦਾ ਵਾ ਵੀ। ਨੈਕਸਟ ਹੈ ਅਗਨੀਕੁਲ ਕੋਸਮੋਸ ਦਾ ਆਪਣਾ ਹੈੱਡਕੁਆਟਰ ਕਿੱਥੇ ਆ ਜੀ? ਚੇਨਈ ਦੇ ਵਿੱਚ। ਨੈਕਸਟ ਆ ਗਿਆ ਜੀ ਸਾਡਾ ਟਾਈਮ ਮੈਗਜ਼ੀਨ ਨੇ ਹੁਣੇ ਰੀਸੈਂਟਲੀ 2022 ਦੇ ਜਿਹੜੇ ਵਿਸ਼ਵ ਦੇ ਮਹਾਨ ਸਥਾਨਾਂ ਦੀ ਸੂਚੀ 'ਚ ਕਿਹੜੇ ਸ਼ਹਿਰ ਜਾਂ ਰਾਜ ਨੂੰ ਸੂਚੀਬੱਧ ਕੀਤਾ ਵਾ? ਦੱਸੋ ਜੀ। ਬਹੁਤ ਇੰਪੋਰਟੈਂਟ ਬਣਦਾ ਟਾਈਮ ਮੈਗਜ਼ੀਨ ਦੀ ਲਿਸਟ ਦੇ ਵਿੱਚ। ਅਹਿਮਦਾਬਾਦ ਕੇਰਲਾ ਆਪਣਾ ਜਾਂ ਇਹ ਦੋਨੇ? ਸੀ ਦਾ ਮਤਲਬ ਹੁੰਦਾ ਕਿ ਅਹਿਮਦਾਬਾਦ ਕੇਰਲਾ ਦੋਨੇ ਜਾਂ ਵਾਰਾਣਸੀ? ਦੱਸੋ ਜੀ ਇਹਦਾ ਕਿਹੜਾ ਆਨਸਰ ਸਹੀ ਬਣ ਗਿਆ। ਸੋ ਇਹ ਦੋਨੇ ਨੇ, ਇੱਕ ਅਹਿਮਦਾਬਾਦ ਵੀ ਕੀਤਾ ਤੇ ਕੇਰਲਾ ਵੀ ਕੀਤਾ। ਮਤਲਬ ਇਹਦੇ ਵਿੱਚ ਵਰਲਡਸ ਗ੍ਰੇਟੈਸਟ ਪਲੇਸ ਆਫ 2022 ਦੀ ਸੂਚੀ ਦੇ ਵਿੱਚ ਇਹਨਾਂ ਦੋਨਾਂ ਆਪਣਿਆਂ ਨੂੰ ਸ਼ਹਿਰਾਂ ਨੂੰ ਸ਼ਾਮਲ ਕੀਤਾ ਹੋਇਆ ਵਾ। ਨੈਕਸਟ ਆਪਾਂ ਹੁਣ ਨੈਕਸਟ ਆ ਗਿਆ ਜੀ, ਭਾਰਤ ਦੇ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਵਜੋਂ ਕਿਹਨੂੰ ਨਾਮਜ਼ਦ ਕੀਤਾ ਗਿਆ? ਠੀਕ ਹੈ ਜੀ। ਮੁਸਤਾਫਿਜ਼ੁਰ ਰਹਿਮਾਨ, ਮੁਹੰਮਦ ਇਮਰਾਨ, ਮੁਹੰਮਦ ਖਾਲਿਦ ਜਾਂ ਨਨ ਆਫ ਦਿਸ? ਸੋ ਇਹ ਹੈਗਾ ਜੀ ਮੁਸਤਾਫਿਜ਼ੁਰ ਰਹਿਮਾਨ। ਨੈਕਸਟ ਆਪਾਂ ਹਾਂਜੀ, ਲੰਡਨ ਇੰਡੀਅਨ ਫਿਲਮ ਫੈਸਟੀਵਲ ਵਿੱਚ ਹੇਠ ਲਿਖਿਆਂ ਵਿੱਚ ਕਿਸ ਨੂੰ ਆਈਕਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ? ਠੀਕ ਹੈ ਜੀ। ਅਪਰਨਾ ਸੇਨ ਆ, ਨੰਦਿਤਾ ਦਾਸ ਆ, ਨੀਨਾ ਗੁਪਤਾ ਜਾਂ ਬੋਥ A and B? ਮਤਲਬ A B ਦੋਨਾਂ ਨੂੰ ਕੀਤਾ। ਸੋ A and B ਦੋਨਾਂ ਨੂੰ ਕੀਤਾ, ਅਪਰਨਾ ਸੇਨ ਨੂੰ ਵੀ ਕੀਤਾ ਤੇ ਨੰਦਿਤਾ ਦਾਸ ਨੂੰ ਵੀ ਕੀਤਾ। ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਜੀ। 80 ਨੰਬਰ ਕੁਐਸਚਨ, ਬਸ ਥੋੜੇ ਜਿਹੇ ਕੁਐਸਚਨ ਰਹਿ ਗਏ ਹੁਣ ਆਪਣੇ। 30 ਤਾਂ ਆਪਾਂ ਕਰ ਲਏ ਹੋਏ ਆ ਜੀ। ਭਾਰਤ ਆ ਦੇਖੋ ਜੀ, ਇਹਦੇ ਵਿੱਚੋਂ ਪੇਪਰ ਦੇ ਵਿੱਚ ਹੁਣੇ ਰੀਸੈਂਟਲੀ ਇੱਕ ਨਵਾਂ ਵਾਇਰਸ ਚੱਲਿਆ ਵਾ। ਠੀਕ ਆ, ਹੁਣੇ ਰੀਸੈਂਟਲੀ ਪਹਿਲਾ ਮੰਕੀ ਪੌਕਸ ਕੇਸ ਆ ਜਿਹੜਾ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦੇ ਕੋਲਮ ਜ਼ਿਲ੍ਹੇ ਦੇ ਵਿੱਚ ਸਾਹਮਣੇ ਆਇਆ ਵਾ? ਠੀਕ ਆ, ਕਰਨਾਟਕਾ, ਕੇਰਲਾ, ਤਾਮਿਲਨਾਡੂ ਜਾਂ ਤੇਲੰਗਾਨਾ? ਸੋ ਇਹ ਆ ਗਿਆ ਜੀ ਆਪਣਾ ਕੇਰਲਾ ਜ਼ਿਲ੍ਹੇ ਦੇ ਕੋਲਮ ਜ਼ਿਲ੍ਹੇ ਦੇ ਵਿੱਚ ਪਹਿਲਾ ਮੰਕੀ ਕੇਸ ਆਇਆ ਵਾ। ਠੀਕ ਆ, ਸੋ ਇਹਦੀ ਸ਼ਾਇਦ UAE ਨਾਲ ਹਿਸਟਰੀ ਸੀਗੀ, ਜਿਹੜਾ ਇਹ ਪਰਸਨ ਨੂੰ ਇਹਦੇ ਲੱਛਣ ਦਿਖਾਈ ਦਿੱਤੇ ਆ। ਹੁਣ ਤਾਂ ਕੇਸ ਇਹਦੇ ਵੀ ਵੱਧਦੇ ਜਾ ਰਹੇ ਨੇ। ਠੀਕ ਆ, ਹੁਣ ਨੈਕਸਟ ਆ ਗਿਆ ਜੀ, ਹੇਠ ਲਿਖਿਆਂ ਦੇ ਵਿੱਚੋਂ ਕਿਸ ਨੂੰ ਰਾਜ ਸਭਾ ਵਿੱਚ ਸਦਨ ਦੇ ਨੇਤਾ ਵਜੋਂ ਦੁਬਾਰਾ, ਠੀਕ ਆ ਜੀ, ਰੀਅਪੁਆਇੰਟ ਹੈ, ਲੀਡਰ ਦੀ ਗੱਲ ਹੋ ਰਹੀ ਹੈ। ਠੀਕ ਹੈ, ਲੀਡਰ ਆਫ ਦਾ ਹਾਊਸ ਆਫ ਦਾ ਰਾਜ ਸਭਾ? ਪੀਯੂਸ਼ ਗੋਇਲ ਆ, ਸਮ੍ਰਿਤੀ ਇਰਾਨੀ ਆ, ਅਮਿਤ ਸ਼ਾਹ ਆ ਜਾਂ ਨਿਤਨ ਗਡਕਰੀ ਆ? ਦੱਸੋ ਜੀ।
ਚੇਅਰਮੈਨ ਦੀ ਗੱਲ ਨਹੀਂ ਹੋ ਰਹੀ, ਰਾਜ ਸਭਾ ਦੇ ਲੀਡਰ ਦੀ ਗੱਲ ਹੋ ਰਹੀ ਹੈ। ਇਹ ਚੀਜ਼ ਯਾਦ ਰੱਖਣੀ ਹੈ, ਕਨਫਿਊਜ਼ ਨਾ ਹੋਇਆ। ਸੋ ਪਹਿਲਾਂ ਵੀ ਪੀਯੂਸ਼ ਗੋਇਲ ਸੀ, ਇਸ ਵਾਰ ਵੀ ਪੀਯੂਸ਼ ਗੋਇਲ ਆ। ਹੁਣ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇਣੀ ਆ, ਤੇ ਇੱਕ ਮੈਂ ਤੁਹਾਨੂੰ ਕੁਐਸਚਨ ਪੁੱਛਦਾ, ਮੈਂ ਬਹੁਤ ਵਾਰ ਕਰਵਾਇਆ ਹੋਇਆ, PSS ਲੈ ਲਓ ਚਾਹੇ PPSC ਲੈ ਲਓ, ਕੋਈ ਵੀ ਤੁਸੀਂ ਚੱਕੋਗੇ ਠੀਕ ਆ ਪੇਪਰ, ਇਹਦਾ ਫੇਵਰਟ ਕੁਐਸਚਨ ਬਣਦਾ ਵਾ ਹੈ, ਦੱਸੋ ਜੀ ਆਪਣਾ ਜਿਹੜਾ ਕੌਣ ਹੁੰਦਾ ਜਿਹੜਾ ਕਿ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ, ਕੌਣ ਆ? ਠੀਕ ਆ ਜੀ, ਪ੍ਰਾਈਮ ਮਿਨਿਸਟਰ ਆ, ਲਓ ਤੁਹਾਨੂੰ ਆਪਸ਼ਨ ਵੀ ਦੇ ਦਿੰਦੇ ਆ, ਪ੍ਰਾਈਮ ਮਿਨਿਸਟਰ ਆ, ਪ੍ਰੈਜ਼ੀਡੈਂਟ ਆ, ਵਾਈਸ ਪ੍ਰੈਜ਼ੀਡੈਂਟ ਆ, ਜਾਂ ਆਪਣਾ ਗਵਰਨਰ ਆ। ਚਲੋ ਗਵਰਨਰ ਜਾਂ ਗਵਰਨਰ ਲਾ ਦਿਓ, ਠੀਕ ਹੈ ਜੀ। ਸੋ ਇਹਨਾਂ ਚਾਰਾਂ 'ਚ ਦੱਸਣਾ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜਾਂ ਗਵਰਨਰ, ਐਕਸ ਅਫੀਸ਼ੀਓ ਚੇਅਰਮੈਨ ਆਫ ਦੀ ਰਾਜ ਸਭਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ। ਸੋ ਵੈਸੇ ਤਾਂ ਬਹੁਤ ਸੌਖਾ ਕੁਐਸਚਨ ਆ, ਹੁਣ ਤਾਂ ਤੁਹਾਨੂੰ ਇਹ ਆਰਾਮ ਦੇ ਨਾਲ ਆਉਂਦਾ ਹੋਣਾ ਚਾਹੀਦਾ ਹੈ। ਕਿਹੜੇ ਦੇਸ਼ ਦੀ ਸੰਸਦ ਨੇ BCCI ਦੇ ਪ੍ਰਧਾਨ ਸੌਰਵ ਗੰਗੋਲੀ ਨੂੰ ਸਨਮਾਨਿਤ ਕੀਤਾ ਵਾ? ਅਮਰੀਕਾ, ਫਰਾਂਸ, ਬ੍ਰਿਟੇਨ ਜਾਂ ਮਾਲਦੀਵ ਨੇ? ਦੱਸੋ ਜੀ। ਬ੍ਰਿਟੇਨ, ਸੀ ਆਨਸਰ ਬਣ ਰਿਹਾ, ਠੀਕ ਆ। BCCI ਦੇ ਪ੍ਰੈਜ਼ੀਡੈਂਟ ਨੇ, ਠੀਕ ਆ ਜੀ, ਸੌਰਵ ਗੰਗੋਲੀ। ਇਹ ਵੀ ਯਾਦ ਕਰਨਾ। ਮੈਂ ਤੁਹਾਨੂੰ ਜਿਹੜਾ ਸਪੋਰਟਸ ਦੇ ਵਿੱਚ ਕ੍ਰਿਕਟ ਟੌਪਿਕ ਕਰਵਾਇਆ ਹੋਇਆ ਨਾ, ਉਹ 'ਚ ਬਹੁਤ ਚੰਗੀ ਤਰ੍ਹਾਂ ਮੈਂ ਕ੍ਰਿਕਟ ਬਾਰੇ ਤੁਹਾਨੂੰ ਪੜ੍ਹਾਇਆ ਹੋਇਆ ਵਾ, ਤੁਹਾਨੂੰ ਉਹਦੇ ਸਾਰੇ ਫੈਕਟ ਯਾਦ ਹੋਣੇ ਚਾਹੀਦੇ ਆ। ਹੁਣੇ ਰੀਸੈਂਟਲੀ ਭਾਰਤ ਦਾ ਪਹਿਲਾ ਵੇਸਟ ਇਕੋ ਪਾਰਕ ਬਣਿਆ, ਠੀਕ ਆ। ਕਿਹੜੇ ਸ਼ਹਿਰ ਦੇ ਵਿੱਚ ਬਣਾਇਆ ਜਾਏਗਾ? ਦਿੱਲੀ 'ਚ, ਚੇਨਈ 'ਚ, ਬੰਗਲੌਰ 'ਚ ਜਾਂ ਨਾਸਿਕ ਦੇ ਵਿੱਚ? ਸੋ ਕਿੱਥੇ ਬਣੇਗਾ ਜੀ? ਦਿੱਲੀ ਦੇ ਵਿੱਚ ਬਣੇਗਾ, ਠੀਕ ਆ ਜੀ। ਇੰਡੀਆ ਦਾ ਫਸਟ ਵੇਸਟ ਪਾਰਕ ਕਿਹੜੇ ਦੇ ਵਿੱਚ ਬਣੇਗਾ? ਦਿੱਲੀ ਦੇ ਵਿੱਚ, ਬਿਲਕੁਲ ਸਹੀ। ਕਿਹੜਾ ਸ਼ਹਿਰ ਆ ਜਿਹੜਾ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਆ ਜਿਹੜੀ 2022 ਦੀ ਮੇਜ਼ਬਾਨੀ ਕਰੂਗਾ? ਕਿਹੜਾ ਵਾ ਜੀ? ਦਿੱਲੀ ਆ, ਬੀਜ਼ਿੰਗ ਆ, ਟੋਕਿਓ ਆ ਜਾਂ ਲੰਡਨ ਆ? ਸੋ ਇਹ ਕਿਹੜਾ ਵਾ ਜੀ? 84 ਨੰਬਰ ਦਾ ਸੀ, ਟੋਕਿਓ ਆਨਸਰ ਬਣਦਾ ਪਿਆ। ਹੁਣ ਇਹਨਾਂ ਦੇ ਆ ਸਾਰੇ ਯਾਦ ਕਰ ਲਓ, ਠੀਕ ਆ। 2022 ਦਾ ਓਰੀਜਨ USA ਦੇ ਵਿੱਚ ਆ, 2023 ਦਾ ਬੁਦਪੈਸਟ ਹੰਗੈਰੀ ਦੇ ਵਿੱਚ ਆ, ਤੇ 2025 ਦਾ ਜਿਹੜਾ ਆਪਣਾ ਕੁਐਸਚਨ ਸੀ ਟੋਕਿਓ ਜਾਪਾਨ ਦੇ ਵਿੱਚ। ਹਾਂਜੀ, ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ? 15 ਜੁਲਾਈ, 16 ਜੁਲਾਈ, 17 ਜੁਲਾਈ ਜਾਂ 18 ਜੁਲਾਈ? ਸ਼ਾਇਦ ਡਬਲ ਰਿਪੀਟ ਹੋ ਗਿਆ ਕੁਐਸਚਨ, ਪਹਿਲਾਂ ਵੀ ਆਪਾਂ ਕਰ ਲਿਆ ਹੋਇਆ, ਠੀਕ ਆ ਜੀ। ਸੋ ਇਹਦਾ ਆਨਸਰ ਬਣਦਾ ਪਿਆ ਜੀ 18 ਜੁਲਾਈ, ਡੀ ਆਨਸਰ ਬਣਦਾ ਪਿਆ। ਸਿਜੰਡਾ ਇੰਡੀਆ ਨੇ ਕਿਸ IIT ਨਾਲ ਜੈਵ ਵਿਭਿੰਨਤਾ ਸੈਂਸਰ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਵਾ? IIT ਬੰਬੇ, IIT ਰੁੜਕੀ, IIT ਰੋਪੜ ਜਾਂ IIT ਦਿੱਲੀ ਨਾਲ? ਦੱਸੋ ਜੀ। IIT ਰੋਪੜ ਦਾ ਬਿਲਕੁਲ ਸਹੀ ਆਨਸਰ ਬਣਦਾ, ਠੀਕ ਹੈ। ਤੁਸੀਂ ਇੱਕ ਵਾਰੀ ਪਾਊਜ਼ ਕਰ ਲਿਆ ਕਰੋ, ਜੇਕਰ ਤੁਸੀਂ ਉਹ MCQ ਪਹਿਲਾਂ ਪੜ੍ਹੇ ਹੋਏ ਨੇ ਨਾ, ਇੱਕ ਵਾਰੀ ਖੁਦ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ, ਦਿਮਾਗ ਦੇ ਵਿੱਚ। ਭਾਰਤ ਰੈਂਕਿੰਗ 2022, ਹੁਣੇ ਰੀਸੈਂਟਲੀ ਮਤਲਬ ਭਾਰਤ ਰੈਂਕਿੰਗ 2022 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਵਿਦਿਅਕ ਸੰਸਥਾ ਵਜੋਂ ਉੱਭਰਿਆ ਵਾ? ਠੀਕ ਆ, ਕਿਹੜਾ ਬੈਸਟ ਐਜੂਕੇਸ਼ਨ ਇੰਸਟੀਟਿਊਟ ਰਿਹਾ ਵਾ ਇੰਡੀਆ ਦੇ ਵਿੱਚ? IIT ਮਦਰਾਸ, IIT ਬੰਬੇ, IIT ਦਿੱਲੀ ਜਾਂ IIT ਰੁੜਕੀ? ਸੋ ਇਹ ਬਣਦਾ ਜੀ IIT ਮਦਰਾਸ, ਇਹਦਾ ਬਿਲਕੁਲ ਸਹੀ ਆਨਸਰ ਬਣਦਾ। ਬਸ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ ਵੀ। ਕਿਸ ਨੇ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਾ ਨਾਮ ਪਲੇਟਫਾਰਮ ਨਾਮ ਦਾ ਉਹ ਪਲੇਟਫਾਰਮ ਸ਼ੁਰੂ ਕੀਤਾ? ਐਗਰੀਕਲਚਰ ਟ੍ਰੇਡ। ਨਰਿੰਦਰ ਮੋਦੀ, ਨਰਿੰਦਰ ਤੋਮਰ, ਰਾਮਨਾਥ ਕੋਵਿੰਦ ਜਾਂ ਅਮਿਤ ਸ਼ਾਹ? ਸੋ ਬਿਲਕੁਲ ਸਹੀ ਜੀ, 88ਵੇਂ ਦਾ ਆਨਸਰ ਬਣਦਾ ਵਾ ਜੀ ਨਰਿੰਦਰ ਮੋਦੀ, ਠੀਕ ਆ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਆਪਣੇ ਨਰਿੰਦਰ ਤੋਮਰ, ਸੌਰੀ ਮੋਦੀ ਨਿਕਲ ਗਿਆ ਮੇਰੇ ਮੂੰਹੋਂ, ਨਰਿੰਦਰ ਤੋਮਰ ਆ। ਨਰਿੰਦਰ ਤੋਮਰ ਕੌਣ ਨੇ? ਇਹ ਕਿਹੜੇ ਮਿਨਿਸਟਰ ਨੇ? ਮਿਨਿਸਟਰ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਦੇ ਮਿਨਿਸਟਰ ਨੇ ਇਹ, ਠੀਕ ਆ। ਇਹ ਵੀ ਯਾਦ ਹੋਣਾ ਚਾਹੀਦਾ, ਨਾਮ ਪਲੇਟਫਾਰਮ, ਠੀਕ ਆ। ਤਾਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਕਿ ਇਹਦਾ ਤੁਸੀਂ ਫੁੱਲ ਫਾਰਮ ਵੀ ਯਾਦ ਰੱਖਣੇ ਆ। ਨਾਮ ਦੀ ਫੁੱਲ ਫਾਰਮ ਆ ਤੋਂ ਇਲੈਕਟ੍ਰੋਨਿਕ, N ਤੋਂ ਨੈਸ਼ਨਲ, A ਤੋਂ ਆ ਗਿਆ ਐਗਰੀਕਲਚਰ, M ਤੋਂ ਆ ਗਿਆ ਮਾਰਕੀਟ, ਠੀਕ ਆ। ਇਲੈਕਟ੍ਰੋਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ। ਨੈਕਸਟ ਚੱਲਦੇ ਹਾਂ। ਹੁਣ ਇਹਨਾਂ ਰੀਸੈਂਟਲੀ ਭੁਪਿੰਦਰ ਸਿੰਘ ਦਾ ਦੇਹਾਂਤ ਹੋਇਆ ਵਾ, ਉਹ ਪੁੱਛਦੇ ਨੇ ਕਿ ਕਿਹੜੇ ਖੇਤਰ ਨਾਲ ਸੰਬੰਧਿਤ ਸੀ? ਪੋਲੀਟਿਕਸ, ਸਿੰਗਿੰਗ, ਰਾਈਟਿੰਗ ਜਾਂ ਮੈਡੀਸਨ? ਸੋ ਇਹ ਪਲੇਬੈਕ ਸਿੰਗਰ ਸੀਗੇ ਆਪਣਾ, ਸੋ ਸਿੰਗਿੰਗ ਦੇ ਨਾਲ ਇਹਨਾਂ ਦਾ ਤਾਲੁਕਾਤ ਸੀਗੇ, ਠੀਕ ਆ। ਇੰਪੋਰਟੈਂਟ ਆ, ਵੈਸੇ ਇਹ ਮਿਊਜ਼ੀਸ਼ੀਅਨ ਵੀ ਸੀਗੇ, ਠੀਕ ਆ। ਸੋ ਗਿਟਾਰਿਸਟ ਵੀ ਸੀਗੇ, ਆਪਣਾ ਗਿਟਾਰ ਇਹ ਵਜਾਉਂਦੇ ਹੁੰਦੇ ਸੀ, ਬਟ ਇਹ ਪਲੇਬੈਕ ਸਿੰਗਰ ਵੀ ਸੀਗੇ, ਠੀਕ ਆ। ਸੋ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹ ਦੋਨਾਂ 'ਚੋਂ ਕੋਈ ਵੀ ਆਵੇ ਤਾਂ ਤੁਸੀਂ ਇਹ ਟਿਕ ਲਗਾ ਸਕਦੇ ਹੋ। ਕਿਸ ਦੀ ਪ੍ਰਧਾਨਗੀ ਹੇਠ ਹੁਣੇ ਰੀਸੈਂਟਲੀ ਇੱਕ ਨਾ ਮਤਲਬ ਪ੍ਰਧਾਨਗੀ ਦੇ ਹੇਠ ਕੇਂਦਰ ਨੇ ਘੱਟੋ ਘੱਟ ਸਮਰਥਨ ਮੁੱਲ ਦੀ ਕਮੇਟੀ, ਜਿਹਨੂੰ ਆਪਾਂ MSP ਬਣਾਈ ਆ, ਕੌਣ ਇਹਦੀ ਚੇਅਰਮੈਨਸ਼ਿਪ ਕਰ ਰਿਹਾ? ਸੰਜੇ ਅਗਰਵਾਲ, ਰਾਧਾ ਕ੍ਰਿਸ਼ਨਾ ਮਾਥੁਰ, ਨਰਿੰਦਰ ਮੋਦੀ ਜਾਂ ਸੰਦੀਪ ਕੁਮਾਰ? ਠੀਕ ਆ, ਕਮੇਟੀ ਬਣੀ ਆ, ਠੀਕ ਆ, ਇਹ ਯਾਦ ਰੱਖਣਾ ਵਾ। ਸੋ 90 ਦਾ ਆਨਸਰ ਬਣਦਾ ਪਿਆ ਜੀ ਸਾਡਾ ਸੰਜੇ ਅਗਰਵਾਲ। ਨੈਕਸਟ, ਸੋ ਹੁਣ ਥੋੜਾ ਜਿਹਾ ਯਾਦ ਰੱਖੋ, ਜਿਹੜੀ MSP ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਿ ਇਹਨੂੰ MSP ਨੂੰ ਕੌਣ ਡਿਸਾਈਡ ਕਰਦਾ? ਇਹਨੂੰ CACP ਕਰਦਾ ਵਾ, ਠੀਕ ਆ ਜੀ। ਨੈਕਸਟ CACP ਦੇ ਇਸ ਟਾਈਮ ਦੇ ਚੇਅਰਮੈਨ ਕੌਣ ਨੇ? ਵਿਜੇ ਪਾਲ ਸ਼ਰਮਾ। ਨੈਕਸਟ ਆਪਾਂ ਲਓ ਜੀ 91 ਨੰਬਰ ਕੁਐਸਚਨ ਦੇ ਉੱਤੇ ਆ ਗਏ ਆਪਾਂ। ਸੋ 40 ਕੁਐਸਚਨ ਆਪਾਂ ਕਰ ਚੁੱਕੇ ਹਾਂ ਆਲਰੇਡੀ।
ਸਭ ਤੋਂ ਪਹਿਲਾਂ ਮੇਡ ਇਨ ਇੰਡੀਆ ਸਰਜੀਕਲ ਰੋਬੋਟਿਕ ਸਿਸਟਮ ਜਿਹਨੂੰ ਕਿ SSI ਮੰਤਰਾ ਇੱਕ ਲਾਂਚ ਕੀਤਾ ਹੁਣੇ ਹੇਠ ਦਿੱਤਿਆਂ ਵਿੱਚੋਂ ਕਿਸ ਤੇ ਕਿੱਥੇ ਮਤਲਬ ਸਥਾਪਿਤ ਕੀਤਾ ਵਾ ਇਹਨੂੰ। ਫਸਟ ਐਵਰ ਮੇਡ ਇਨ ਇੰਡੀਆ ਸਰਜੀਕਲ ਰੋਬੋਟਿਕ ਸਿਸਟਮ SSI ਮੰਤਰਾ, ਇਹ ਵੀ ਯਾਦ ਹੋਣਾ ਚਾਹੀਦਾ ਕੀ ਨਾਮ। ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦੇ ਵਿੱਚ, ਇੰਦਰਾ ਪਾਰਸ਼ਲਾ ਕੈਂਸਰ ਸੁਸਾਇਟੀ ਐਂਡ ਰਿਸਰਚ ਸੈਂਟਰ, ਨੈਸ਼ਨਲ ਇੰਸਟੀਚਿਊਟ ਆਫ ਕੈਂਸਰ ਪ੍ਰੀਵੈਂਸ਼ਨ ਐਂਡ ਰਿਸਰਚ, ਧਰਮਸ਼ਾਲਾ ਕੈਂਸਰ ਫਾਊਂਡੇਸ਼ਨ ਐਂਡ ਰਿਸਰਚ ਸੈਂਟਰ। ਸੋ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਬਣਦਾ ਪਿਆ, ਠੀਕ ਹੈ ਜੀ। ਸੋ ਬਹੁਤ ਮਿਹਨਤ ਨਾਲ ਇਹ ਕਲਾਸ ਤਿਆਰ ਹੋਈ ਆ, 2 ਦਿਨ ਲੱਗੇ ਨੇ ਮੈਨੂੰ ਇਹ ਕਲਾਸ ਤਿਆਰ ਕਰਨ ਨੂੰ। ਸੋ ਇਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਜੇਕਰ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰੋ ਜੀ, ਠੀਕ ਹੈ ਜੀ। ਸੋ ਆਪਾਂ ਤੁਹਾਨੂੰ ਪੰਜਾਬੀ 'ਚ ਵੀ ਕੰਟੈਂਟ ਦੇ ਰਹੇ ਹਾਂ, ਅੰਗਰੇਜ਼ੀ 'ਚ ਵੀ ਦੇ ਰਹੇ ਹਾਂ, ਤਾਂ ਕਿ ਤੁਹਾਨੂੰ ਕੋਈ ਵੀ ਅੱਗੇ ਜਾ ਕੇ ਕੋਈ ਸਮੱਸਿਆ ਨਾ ਹੋਵੇ। ਕਿ ਜੇਕਰ ਤੁਸੀਂ ਇੰਗਲਿਸ਼ 'ਚ ਵੀ ਪੜ੍ਹੇ ਹੋਏ ਹੋ ਜਾਂ ਇੰਗਲਿਸ਼ 'ਚ ਪੜ੍ਹਨਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਤਾਂ ਤੁਸੀਂ ਇੰਗਲਿਸ਼ 'ਚ ਵੀ ਪੜ੍ਹ ਸਕਦੇ ਹੋ, ਠੀਕ ਆ। ਸੋ ਪੰਜਾਬੀ ਵੀ ਆਪਾਂ ਨਾਲ ਤੁਹਾਨੂੰ ਐਡ ਕੀਤੀ ਹੋਇਆ ਕਿ ਪ੍ਰਸ਼ਨ ਤੁਸੀਂ ਪੰਜਾਬੀ 'ਚ ਵੀ ਪੜ੍ਹ ਸਕੋ, ਕਿਉਂਕਿ ਪੰਜਾਬ ਪੁਲਿਸ ਹੋ ਗਿਆ ਤੇ PSSS ਵੀ ਹੋ ਗਿਆ, ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ 'ਚ ਵੀ ਕੁਐਸਚਨ ਆਉਣਗੇ, ਇੰਗਲਿਸ਼ 'ਚ ਵੀ ਆਉਣਗੇ। ਸੋ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉੱਥੋਂ ਪੜ੍ਹ ਸਕਦੇ ਹੋ ਉਸ ਤਰ੍ਹਾਂ। ਨੈਕਸਟ ਆ ਗਿਆ ਜੀ, ਕਿਹੜਾ ਦੇਸ਼ ਆ ਹੁਣ ਭਾਰਤ ਦਾ ਪਹਿਲਾ ਅਤੇ ਇਕਲੌਤਾ ਰਾਜ ਬਣ ਗਿਆ ਜਿਸ ਦੀ ਆਪਣੀ ਇੰਟਰਨੈਟ ਸੇਵਾ ਵਾ, ਆਪਣਾ ਭਾਰਤ ਦਾ, ਠੀਕ ਆ, ਆਪ ਦੀ ਇੰਟਰਨੈਟ ਸੇਵਾ ਰਾਜ ਨੇ ਬਣਾਈ ਹੋਈ ਆ। ਕਰਨਾਟਕਾ, ਕੇਰਲਾ, ਤਾਮਿਲਨਾਡੂ ਜਾਂ ਤੇਲੰਗਾਨਾ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ, ਪੇਪਰ 'ਚ ਆਊਗਾ ਇਹ। ਸੋ ਇਹ ਬਣਦਾ ਜੀ ਕੇਰਲਾ। ਕੇਰਲਾ ਤੋਂ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ, ਠੀਕ ਆ। ਸੋ ਇਹਦੀ ਆਪਦੀ ਇੰਟਰਨੈਟ ਸੇਵਾ ਬਣ ਚੁੱਕੀ ਆ ਰਾਜ ਦੀ, ਇਕਲੌਤਾ ਦੇਸ਼ ਆ, ਠੀਕ ਆ। ਹੁਣ ਦੇਖੋ ਜੀ ਕੇਰਲਾ ਦੇ ਨਾਲ ਹੋਰ ਬਹੁਤ ਕੁਝ ਜੁੜਿਆ ਹੋਇਆ, ਮੈਂ ਤੁਹਾਨੂੰ ਪਤਾ ਹੀ ਕਿਹਾ ਕਿ ਬਹੁਤ ਜ਼ਿਆਦਾ ਡਿਵੈਲਪ ਹੋ ਰਹੀ ਆ, ਠੀਕ ਆ, ਕੇਰਲਾ ਰਾਜ ਆ ਜਿਹੜਾ। ਹੁਣ ਰੀਸੈਂਟਲੀ ਹੁਣ ਮੈਂ ਪਿੱਛੇ ਜੇ ਤੁਹਾਨੂੰ ਕਰਾਇਆ ਸੀ ਕਿ OTT ਪਲੇਟਫਾਰਮ ਚਲਾਇਆ ਵਾ ਇਹਨਾਂ ਨੇ, ਕਵਰ ਦੀ ਟੌਪ ਸੀ ਸਪੇਸ, ਉਹ ਕਿੱਥੇ ਚੱਲਿਆ? ਉਹ ਵੀ ਕੇਰਲਾ ਚੱਲਿਆ। ਫਸਟ ਮੰਕੀ ਪੌਕਸ ਕੇਸ ਜਿਹੜਾ ਮੈਂ ਹੁਣੇ ਰੀਸੈਂਟਲੀ ਤੁਹਾਨੂੰ ਕਰਾਇਆ ਸੀ, ਉਹ ਵੀ ਕਿੱਥੇ ਆਇਆ? ਕੇਰਲਾ ਦੇ ਵਿੱਚ ਆਇਆ ਵਾ। ਫਸਟ ਕਾਰਬਨ ਨਿਊਟਰਲ ਫਾਰਮਿੰਗ ਕਿੱਥੇ ਸ਼ੁਰੂ ਹੋਈ ਆ ਜੀ? ਕੇਰਲਾ ਦੇ ਵਿੱਚ। ਪਹਿਲਾ ਸਟੇਟ ਜਿਹਨੂੰ ਕਿ ਇੰਟਰਨੈਟ ਸਰਵਿਸ ਉਹ ਹੋਈ ਆ, ਜਿਹੜਾ ਕਿ ਹੁਣੇ ਆਪਾਂ ਰੀਸੈਂਟਲੀ ਉਹ ਕੀਤਾ ਵਾ, ਠੀਕ ਆ, ਆਪਦੀ ਇੰਟਰਨੈਟ ਸਰਵਿਸ, ਕੇਰਲਾ ਹੋਈ ਆ। ਪਹਿਲਾ ਸਟੇਟ ਜਿਹਨੂੰ ਕਿ ਸੋਲਰ ਟ੍ਰੇਨ ਜਿਹਦੇ ਵਿੱਚ ਉਹ ਚੱਲੀ ਆ, ਉਹ ਵੀ ਕਿਹੜਾ? ਉਹ ਵੀ ਕੇਰਲਾ ਵਾ। ਪਹਿਲਾ ਜੈਂਡਰ ਪਾਰਕ ਕਿੱਥੇ ਬਣਿਆ ਸੀ? ਕੇਰਲਾ ਦੇ ਵਿੱਚ। ਫਸਟ ਹਿਊਮਨ ਮਿਲਕ ਬੈਂਕ ਕਿੱਥੇ ਬਣਿਆ ਜੀ? ਕੇਰਲਾ। ਦੇਖ ਲਓ ਕਿੰਨੇ ਕੁਐਸਚਨ ਤੁਹਾਡੇ ਕਵਰ ਹੋ ਰਹੇ ਨੇ, ਇਹ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਪੇਪਰ ਦੇ ਵਿੱਚ, ਇਹਦੇ ਵਿੱਚੋਂ ਕੋਈ ਵੀ ਕੁਐਸਚਨ ਆ ਸਕਦਾ ਹੈ। ਨੈਕਸਟ ਕਰਦੇ ਹਾਂ। ਇਸ ਟਾਈਮ ਦਾ ਕਿਹੜਾ ਪੋਰਟ ਆ ਜਿਹੜਾ ਭਾਰਤ ਦੀ ਪਹਿਲੀ ਪ੍ਰਮੁੱਖ 100% ਲੈਂਡ ਲੌਰਡ ਪੋਰਟ ਬਣ ਗਈ ਹੈ? ਕੋਲਕਾਤਾ ਪੋਰਟ, ਜਵਾਹਰ ਲਾਲ ਨਹਿਰੂ ਪੋਰਟ, ਨਿਊ ਮੈਂਗਲੋਰ ਪੋਰਟ ਜਾਂ ਪ੍ਰਦੀਪ ਪੋਰਟ? ਦੱਸੋ ਜੀ। ਸੋ ਇਹਦਾ ਆਨਸਰ ਬਣਦਾ ਵਾ ਜੀ ਜਵਾਹਰ ਲਾਲ ਨਹਿਰੂ ਪੋਰਟ ਆ, ਜਿਹੜੀ ਕਿ 100% ਲੈਂਡ ਲੌਰਡ ਪੋਰਟ ਬਣ ਚੁੱਕੀ ਹੈ। ਚਾਂਗਵੌਨ ਵਿੱਚ ISF ਵਿਸ਼ਵ ਕੱਪ ਵਿੱਚ ਸਕੀਟ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ 골ਡ ਮੈਡਲ ਕਿਹਨੇ ਜਿੱਤਿਆ ਜੀ? ਮਾਈਰਾਜ ਅਹਿਮਦ ਖਾਨ ਨੇ, ਸੌਰਭ ਚੌਧਰੀ ਨੇ, ਨਵੀਨ ਲਿਖਾਰ ਨੇ ਜਾਂ ਨਨ ਆਫ ਥੀਸ ਨੇ? ਸੋ ਇਹਦਾ 94 ਦਾ ਆਨਸਰ ਬਣਦਾ ਵਾ ਜੀ ਇਹ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਹੈ ਜੀ ਇਹ। ਸੋ ਨੈਕਸਟ ਆਪਾਂ ਕਰਦੇ ਹਾਂ ਜੀ, ਹੁਣ ਆਪਾਂ 94 ਕੁਐਸਚਨ ਆਪਾਂ ਕਰ ਚੁੱਕੇ ਹਾਂ, ਠੀਕ ਹੈ ਜੀ। ਸੋ ਇਹਦੀ ਫੁੱਲ ਫਾਰਮ ਦੱਸ ਦਿੰਦਾ ਤੁਹਾਨੂੰ ਮੈਂ। ISSF ਦੀ ਜੇਕਰ ਆਪਾਂ ਨੂੰ ਪੇਪਰ ਦੇ ਵਿੱਚ ਤੁਹਾਨੂੰ ਵੈਸੇ ਹੀ ਪਤਾ ਹੋਣੀ ਚਾਹੀਦੀ ਆ, ਇਹ ਹੁੰਦੀ ਹੈ ਇੰਟਰਨੈਸ਼ਨਲ ਸ਼ੂਟਿੰਗ ਫਾਊਂਡੇਸ਼ਨ, ਠੀਕ ਹੈ ਜੀ। ਸੋ ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਨੈਕਸਟ ਚੱਲਦੇ ਹਾਂ ਜੀ। ਹੁਣ ਜੀ ਪੂਰਵ ਪੈਕੇਜ ਮਤਲਬ ਕਿ ਪ੍ਰੀ ਇਸ ਟਾਈਮ ਦੇ ਤੇ ਕੋਈ ਪੈਕੇਜ ਹੋ ਗਈ ਜਾਂ ਲੇਬਲਡ ਫੂਡ ਆਈਟਮਸ ਹੋ ਗਈ, ਉਹਦੇ ਵਿੱਚੋਂ ਖਾਣ ਪੀਣ ਵਾਲੀਆਂ ਵਸਤੂਆਂ ਤੇ ਕਿੰਨੇ ਪ੍ਰਤੀਸ਼ਤ GST ਲਗਾਇਆ ਜਾਵੇਗਾ? 5% ਲੱਗੂਗਾ, 7 ਲੱਗੂਗਾ, 12 ਲੱਗੂਗਾ ਜਾਂ 18 ਲੱਗੂਗਾ? ਦੱਸੋ ਜੀ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ 5% ਲੱਗੂਗਾ। ਖਾਣ ਪੀਣ ਵਾਲੀਆਂ ਵਸਤੂਆਂ ਜਿਹਦੇ ਉੱਤੇ ਕਿ ਪਹਿਲਾਂ ਪੈਕ ਕੀਤੀਆਂ ਹੋਈਆਂ ਨਾ ਜਾਂ ਲੇਬਲ ਕੀਤੀਆਂ ਹੋਈਆਂ ਨੇ, ਠੀਕ ਆ, ਉਹਦੇ ਉੱਤੇ 5% ਲੱਗੇਗਾ, ਠੀਕ ਆ। ਵੈਸੇ ਕੁਝ ਆਈਟਮਾਂ ਜਿਹੜੀਆਂ ਆਪਾਂ ਪਹਿਲਾਂ ਦੇਖੀਆਂ ਸੀ, ਕੁਝ ਐਗਜ਼ੈਂਪਟ ਦੇ ਵਿੱਚ ਆਉਂਦੀਆਂ ਸੀ, ਜਿਹਨੂੰ ਆਪਾਂ 0% ਰੇਟ ਵੀ ਕਹਿ ਦਿੰਦੇ ਹਾਂ, ਠੀਕ ਆ। ਸੋ ਵੈਸੇ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਕਿਹੜੇ ਰੇਟ ਆਪਣੇ ਰੇਟ ਆਫ ਇੰਟਰਸਟ ਜਿਹੜੇ ਚੱਲਦੇ ਨੇ GST ਵੱਲੋਂ, ਠੀਕ ਆ, ਉਹ ਚੱਲਦੇ ਨੇ ਜੀ 4 ਪ੍ਰਕਾਰ ਦੇ। 5% ਚੱਲਦੀ ਆ ਜੀ, 12% ਚੱਲਦਾ ਵਾ ਰੇਟ, 18% ਰੇਟ ਚੱਲਦਾ ਵਾ, ਕਈ ਆਈਟਮਾਂ ਤੇ 28% ਰੇਟ ਚੱਲਦਾ ਹੁੰਦਾ, ਠੀਕ ਆ। ਸੋ ਇਹ ਨੇ ਜਿਹੜੇ ਮੇਨ ਬੇਸਿਕਲੀ ਜਿਹੜੇ 4 ਰੇਟ ਨੇ, 5, 12, 18, 28, ਠੀਕ ਆ। ਪੇਪਰ 'ਚ ਐਗਜ਼ਾਈਜ਼ ਇੰਸਪੈਕਟਰ ਵਾਲੇ ਯਾਦ ਕਰ ਲਓ ਇਹਨੂੰ ਚੰਗੀ ਤਰ੍ਹਾਂ। ਸੋ 1 ਮਿੰਟ ਦੇਣਾ ਜੀ ਬਸ। ਕਿੰਨੇ ਨੰਬਰ ਕੁਐਸਚਨ ਤੇ ਸੀ ਆਪਾਂ? 94 ਕੁਐਸਚਨ ਆਪਾਂ ਕਰ ਚੁੱਕੇ ਹਾਂ। ਕੁਐਸਚਨ ਆਪਾਂ ਕਰ ਚੁੱਕੇ ਹਾਂ, ਠੀਕ ਆ। ਸੋ ਆ ਮੈਂ ਤੁਹਾਨੂੰ ਕਰਵਾਇਆ GST ਦੀਆਂ ਜਿਹੜੀਆਂ ਸਲੈਬਾਂ 5%, 12%, 18%, 28%। GST ਕੌਂਸਲ ਕਿੰਨੇ ਨੰਬਰ ਦੇ ਵਿੱਚ ਦਰਜ ਹੈ? 279। ਇਹ ਤੇ ਚੇਅਰਮੈਨ ਕੌਣ ਨੇ ਇਹਦੇ? ਫਾਈਨੈਂਸ ਮਿਨਿਸਟਰ ਜਿਹੜੇ ਆਪਣੇ ਭਾਰਤ ਦੇ ਹੁੰਦੇ ਨੇ, ਉਹਦੇ ਚੇਅਰਮੈਨ ਹੁੰਦੇ ਨੇ ਇਹ। ਕਿਹੜੇ ਅੰਤਰਰਾਸ਼ਟਰੀ ਕ੍ਰਿਕਟਰ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਤਾ? ਬੈਨ ਸਟੋਕ, ਜੋ ਰੂਟ, ਜੋਸ ਬਟਲਰ ਜਾਂ ਨਨ ਆਫ ਥੀਸ? ਸੋ ਇਹਦਾ ਆਨਸਰ ਬਣਦਾ ਜੀ ਬੈਨ ਸਟੋਕ ਨੇ। ਹੁਣੇ ਰੀਸੈਂਟਲੀ ਇੰਗਲੈਂਡ ਦੇ ਪਲੇਅਰ ਆ ਇਹ, ਠੀਕ ਆ, ਇੰਗਲੈਂਡ ਦੇ ਆਲਰਾਊਂਡਰ ਨੇ ਇਹ, ਬੈਟਿੰਗ ਵੀ ਕਰਦੇ ਆ, ਬੋਲਿੰਗ ਵੀ ਕਰਦੇ ਆ। ਸੋ ਇਹਨਾਂ ਨੇ ਸੰਨਿਆਸ ਲੈ ਲਿਆ। ਨੈਕਸਟ ਕਰ।
ਕਿਸ ਸੂਬੇ ਦੇ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਿਰਮਲ ਸਿੰਘ ਕਾਹਲੋਂ ਦਾ ਦੇਹਾਂਤ ਹੋ ਗਿਆ ਵਾ? ਪੰਜਾਬ ਦੇ ਨੇ, ਹਰਿਆਣਾ ਦੇ ਨੇ, ਉੱਤਰ ਪ੍ਰਦੇਸ਼ ਨੇ ਜਾਂ ਉੱਤਰਾਖੰਡ ਦੇ ਨੇ। ਠੀਕ ਆ, ਸਾਬਕਾ ਸਪੀਕਰ ਨੇ। ਠੀਕ ਆ ਜੀ, ਇਹ ਦੱਸੋ ਜੀ ਕੀ ਆਨਸਰ ਬਣੇਗਾ। ਸੋ ਇਹ ਪੰਜਾਬ ਦੇ ਨੇ। ਸੋ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। 1907 ਤੋਂ ਲੈ ਕੇ, ਕਿਉਂਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਸੀਗੀ, 1907 ਤੋਂ ਲੈ ਕੇ 1912 ਈਸਵੀ ਤੱਕ ਇਹ ਆਪਣੇ ਸਪੀਕਰ ਰਹੇ ਨੇ। ਕਿਹਦੇ ਰਹੇ ਨੇ? ਕਿਉਂਕਿ ਪੰਜਾਬ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੋਈ ਆ, ਸੋ ਪੰਜਾਬ ਵਿਧਾਨ ਸਭਾ ਦੇ। ਠੀਕ ਹੈ ਜੀ, ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਆਪਣੇ ਇਹ ਸਪੀਕਰ ਰਹੇ ਨੇ। ਨੈਕਸਟ ਕਰਦੇ ਹਾਂ ਜੀ ਆਪਾਂ। ਕਿਸ ਦੇਸ਼ ਨੇ FIH ਮਹਿਲਾ ਹਾਕੀ ਵਿਸ਼ਵ ਕੱਪ ਜਿੱਤਿਆ ਹੈ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਬਣ। ਸੋ ਜੀ FIH ਮਹਿਲਾ ਵਿਸ਼ਵ ਕੱਪ ਕਿਹਨੇ? ਬੈਲਜੀਅਮ ਨੇ ਜਿੱਤਿਆ, ਨੀਦਰਲੈਂਡ ਨੇ ਜਿੱਤਿਆ, ਅਰਜਨਟੀਨਾ ਨੇ ਜਿੱਤਿਆ ਜਾਂ ਆਸਟ੍ਰੇਲੀਆ ਨੇ ਜਿੱਤਿਆ? ਦੱਸੋ ਜੀ। ਸੋ 98 ਦਾ ਆਨਸਰ ਬਣਦਾ ਵਾ ਜੀ ਨੀਦਰਲੈਂਡ ਨੇ ਜਿੱਤਿਆ ਵਾ ਜੀ। ਠੀਕ ਹੈ ਜੀ, ਹੁਣ ਆਹ ਥੋੜ੍ਹੇ ਜਿਹੇ ਮੈਂ ਤੁਹਾਨੂੰ ਇੰਪੋਰਟੈਂਟ ਪੁਆਇੰਟ ਯਾਦ ਕੀਤੇ। ਹਾਕੀ ਦਾ ਜਿਹੜਾ ਵੂਮੈਨ ਵਰਲਡ ਕੱਪ ਆ 2022 ਦਾ, ਠੀਕ ਆ, ਹੋਸਟ ਕਿੱਥੇ ਹੋਈ ਸੀ ਇਹਦੀ? ਨੀਦਰਲੈਂਡ, ਸਪੇਨ 'ਚ। ਵਿਨਰ ਨੀਦਰਲੈਂਡ ਜਿਹੜਾ ਆਪਾਂ ਕਰ ਲਿਆ। ਹੁਣ ਹਾਕੀ ਦਾ ਜਿਹੜਾ ਮੈਨ ਵਰਲਡ ਕੱਪ 2023 ਦਾ, ਠੀਕ ਆ, ਉਹਦੀ ਹੋਸਟ ਸਿਟੀ ਇੰਡੀਆ ਵਾ। ਠੀਕ ਆ ਜੀ, ਉੜੀਸਾ ਦੇ ਵਿੱਚ। ਥੋਮਸ ਕੱਪ ਆ ਜਿਹੜਾ 2022 ਦੇ ਵਿੱਚ ਬੈਡਮਿੰਟਨ ਨਾਲ ਰਿਲੇਟਡ ਆ। ਪਹਿਲਾਂ ਤਾਂ ਥੋਮਸ ਕੱਪ, ਜਿਹਨੂੰ ਕਿ ਵਰਲਡ ਮੈਨਸ ਚੈਂਪੀਅਨਸ਼ਿਪ ਵੀ ਕਹਿ ਦਿੰਦੇ ਆ, ਇਹਦਾ ਵਿਨਰ ਕੌਣ ਰਿਹਾ 2022 ਦਾ? ਇੰਡੀਆ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ। ਇੱਕ ਤੁਹਾਨੂੰ ਗੇਮ ਪਤਾ ਹੋਣੀ ਚਾਹੀਦੀ ਆ ਕੱਪਾਂ ਦੀ, ਵੀ ਹਾਂ ਵੀ ਕੱਪ ਇਹ ਕਿਹਦੇ ਨਾਲ ਰਿਲੇਟਡ ਆ, ਤੇ ਇੱਕ ਜਿੱਤਿਆ ਕਿਹਨੇ ਆ, ਤੇ ਇੱਕ ਹੋਸਟ ਕਿਹੜਾ ਵਾ। ਉਬੇਰ ਕੱਪ, ਜਿਹਨੂੰ ਕਿ ਵਰਲਡ ਵੂਮਨ ਟੈਸਟ ਚੈਂਪੀਅਨਸ਼ਿਪ, ਇਹ ਵੀ ਬੈਡਮਿੰਟਨ ਦੇ ਨਾਲ ਰਿਲੇਟਡ ਆ। ਇਹਦੀ ਵਿਨਰ ਕੌਣ ਰਹੀ ਆ? ਸਾਊਥ ਕੋਰੀਆ 2022 ਦੀ। ਨੈਕਸਟ ਕਰਦੇ ਹਾਂ ਜੀ ਆਪਾਂ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ, ਜਿਹਨੂੰ ਕਿ ਆਪਾਂ KVIC ਵੀ ਕਹਿ ਦਿੰਦੇ ਹਾਂ, ਠੀਕ ਆ, ਦੇ ਚੇਅਰਮੈਨ ਵਜੋਂ ਕਿਹਨੂੰ ਨਿਯੁਕਤ ਕੀਤਾ? ਵਿਨੇ ਕੁਮਾਰ ਸਕਸੇਨਾ ਨੂੰ, ਮਨੋਜ ਕੁਮਾਰ ਨੂੰ, ਸੰਜੇ ਕੁਮਾਰ ਨੂੰ ਜਾਂ RK ਗੁਪਤਾ ਨੂੰ? ਦੱਸੋ ਜੀ। ਸੋ ਇਹ ਕੀਤਾ ਜੀ ਮਨੋਜ ਕੁਮਾਰ ਨੂੰ। ਨੈਕਸਟ ਕਰਦੇ ਹਾਂ ਜੀ। ਸੋ 100ਵੇਂ ਕੁਐਸਚਨ ਤੇ ਆ ਗਏ ਜੀ ਆਪਾਂ। ਫੋਰਬਸ ਦੇ ਦੁਨੀਆ ਦੀ ਸਭ ਤੋਂ ਵੱਧ, ਫੋਰਬਸ ਨਾ ਇੱਕ ਲਿਸਟ ਜਾਰੀ ਕਰਦੀ ਹੁੰਦੀ ਆ ਦੁਨੀਆ ਦੇ ਸਭ ਤੋਂ ਰਿਚੈਸਟ ਪਰਸਨਸ ਦੀ। ਠੀਕ ਆ, ਉਹ ਲਿਸਟ ਦੇ ਵਿੱਚ ਉਹ ਪੁੱਛਦੇ ਆ ਕਿ ਮੁਕੇਸ਼ ਅੰਬਾਨੀ ਦਾ ਕਿਹੜਾ ਸਥਾਨ ਰਿਹਾ? 7ਵਾਂ, 8ਵਾਂ, 9ਵਾਂ ਜਾਂ 10ਵਾਂ? ਦੱਸੋ ਜੀ। ਸੋ ਇਹਦਾ ਆਨਸਰ ਬਣਦਾ ਵਾ ਜੀ 10ਵੇਂ ਨੰਬਰ ਤੇ ਰਿਹਾ ਵਾ ਮੁਕੇਸ਼ ਅੰਬਾਨੀ। ਠੀਕ ਆ ਜੀ। ਸੋ ਜਿਹੜੀ ਇਹਦੇ ਟੌਪ 10 ਦੇ ਵਿੱਚ ਨਾਮ ਆਇਆ ਵਾ, 1 ਨੰਬਰ ਤੇ ਕੌਣ ਰਿਹਾ? ਐਲਨ ਮਸਕ 1 ਨੰਬਰ ਤੇ ਰਿਹਾ, ਜਿਹੜੀ ਇਹ ਫੋਰਬਸ ਨੇ ਲਿਸਟ ਜਾਰੀ ਕੀਤੀ ਆ ਜੀ। ਥੋੜੇ ਜਿਹੇ ਮੈਂ ਐਡ ਕੀ ਕਰਤਾ ਹੋਇਆ। ਫੋਰਬਸ ਦੀ ਰਿਚੈਸਟ ਪਰਸਨ ਦੀ ਲਿਸਟ ਦੇ ਵਿੱਚ ਐਲਨ ਮਸਕ 1 ਨੰਬਰ ਤੇ, ਗੌਤਮ ਅਡਾਨੀ ਨੂੰ ਵੀ ਯਾਦ ਰੱਖਣਾ, ਇਹ 4ਥੇ ਨੰਬਰ ਤੇ ਰਿਹਾ ਵਾ, ਤੇ ਮੁਕੇਸ਼ ਅੰਬਾਨੀ 10ਵੇਂ ਨੰਬਰ ਤੇ ਰਿਹਾ ਵਾ। ਵਿਸ਼ਵ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਜੁਲਾਈ ਦੇ ਵਿੱਚ ਕਿਹੜੇ ਦਿਨ ਮਨਾਇਆ ਜਾਂਦਾ? 17 ਨੂੰ, 18 ਨੂੰ, 19 ਨੂੰ ਜਾਂ 20 ਨੂੰ? ਦੱਸੋ ਜੀ, ਕਿਹੜੀ ਜੁਲਾਈ ਨੂੰ ਮਨਾਇਆ ਜਾਂਦਾ? ਸੋ ਡੀ ਆਨਸਰ ਬਣ ਰਿਹਾ ਜੀ ਇਹਦਾ। ਠੀਕ ਹੈ ਜੀ, 20 ਜੁਲਾਈ ਨੂੰ ਮਨਾਇਆ ਜਾਂਦਾ। ਕਿਹੜਾ ਸ਼ਹਿਰ ਆ, ਹੁਣੇ ਰੀਸੈਂਟਲੀ ਮੈਂ ਤੁਹਾਨੂੰ ਇਹ ਸਾਰਾ ਬਹੁਤ ਚੰਗੀ ਤਰ੍ਹਾਂ ਕਰਾਇਆ ਪਿਆ ਕਿ ਸਮਰ ਓਲੰਪਿਕ ਵੀ ਤੇ ਪੈਰਾ ਓਲੰਪਿਕ ਖੇਡਾਂ ਵੀ ਜਿਹੜੀਆਂ 2028 'ਚ ਹੋਣਗੀਆਂ, ਉਹਦੀ ਮੇਜ਼ਬਾਨੀ ਹੋਸਟ ਕੌਣ ਕਰਾਊਗਾ? ਲਾਸ ਐਂਜਲਸ, ਟੋਕੀਓ, ਦਿੱਲੀ ਜਾਂ ਦੁਬਈ? ਦੱਸੋ ਜੀ। ਮੇਰਾ ਤੁਹਾਨੂੰ ਕਰਵਾਇਆ ਹੋਇਆ, ਇਹ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਓਲੰਪਿਕ ਦੇ ਵਿੱਚ ਲਾਸ ਐਂਜਲਸ ਦੇ ਵਿੱਚ। ਤਾਂ ਦੇਖ ਲਓ, ਆ ਮੈਂ ਸਾਰੇ ਐਡ ਵੀ ਕਰਤੇ ਹੋਏ। 2030 ਦਾ ਅਜੇ ਡਿਕਲੇਅਰ ਨਹੀਂ ਹੋਇਆਗਾ। ਠੀਕ ਆ, ਜਿਹੜੀ ਓਲੰਪਿਕ ਗੇਮਸ ਜਿਹੜੀਆਂ ਹੋਣੀਆਂ 2022 ਦੀਆਂ ਬੀਜ਼ਿੰਗ ਦੇ ਵਿੱਚ, ਠੀਕ ਆ, ਜਿਹੜੀਆਂ ਹੋਈਆਂ ਨੇ 2024 ਦੀਆਂ ਆਪਣੀਆਂ ਪੈਰਿਸ ਦੇ ਵਿੱਚ, 2026 ਦੀਆਂ ਮਿਲਾਨੋ ਕੋਟਾਰੀਆ ਦੇ ਵਿੱਚ, ਤੇ 2028 ਦੀਆਂ ਆ ਗਈਆਂ ਸਾਡੀਆਂ ਲਾਸ ਐਂਜਲਸ ਦੇ ਵਿੱਚ, 2032 ਦੀਆਂ ਬ੍ਰਿਸਬੇਨ 'ਚ, 2030 ਦੀਆਂ ਅਜੇ ਡਿਕਲੇਅਰ ਨਹੀਂ ਹੋਈਆਂ। ਠੀਕ ਆ, ਵੀ ਕਿੱਥੇ ਹੋਣਗੀਆਂ। ਕਿਹੜਾ ਭਾਰਤੀ ਰਾਜ ਆ ਜਾਂ UT ਆ ਜਿਹਨੇ ਪਹਿਲਾ AI, ਠੀਕ ਆ, ਆਰਟੀਫਿਸ਼ੀਅਲ ਮਤਲਬ ਕਿ ਇੰਟੈਲੀਜੈਂਸ AI ਸੰਚਾਲਿਤ ਡਿਜੀਟਲ ਲੋਕ ਅਦਾਲਤ ਸ਼ੁਰੂ ਕੀਤੀ ਆ? ਦੱਸੋ ਜੀ। ਕੇਰਲਾ ਵਾ, ਤੇਲੰਗਾਨਾ ਵਾ, ਰਾਜਸਥਾਨ ਵਾ ਜਾਂ ਉੜੀਸਾ ਵਾ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। ਸੋ ਇਹ ਕਿਹਨੇ ਕੀਤੀ ਆ ਜੀ? ਰਾਜਸਥਾਨ ਨੇ ਕੀਤੀ ਆ। C ਆਨਸਰ ਇਹਦਾ ਬਿਲਕੁਲ ਸਹੀ ਜਾ ਰਿਹਾ। ਨੈਕਸਟ ਆਪਾਂ ਕਰਾਂਗੇ ਜੀ ਹੁਣ ਪਹਿਲੀ ਕੰਪਨੀ ਜਿਹਨੇ ਕਿ ਪਹਿਲੀ IT ਕੰਪਨੀ ਬਣ ਗਈ ਆ ਜਿਸਨੇ ਸਰਕਾਰ ਦੁਆਰਾ ਵਿਸ਼ੇਸ਼ 5G ਨੈਟਵਰਕ ਲਈ ਸਪੈਕਟਰਮ ਦੀ ਸਿੱਧੀ ਵੰਡ ਦੇ ਹਿੱਤ ਵਿੱਚ ਜਨਤਕ ਤੌਰ ਦੇ ਉੱਤੇ ਬਿਆਨ ਦਿੱਤਾ ਵਾ। ਟਾਟਾ ਕੰਸਲਟੈਂਸੀ ਸਰਵਿਸ ਆ, ਇਹ ਇਨਫੋਸਿਸ ਆ, ਵਿਪਰੋ ਲਿਮਟਿਡ ਆ ਜਾਂ ਲਾਰਸਨ ਐਂਡ ਟਰਬੋ ਇਨਫੋਟੈਕ ਲਿਮਟਿਡ ਆ? ਸੋ ਇਹ ਬਣਦਾ ਜੀ ਲਾਰਸਨ ਐਂਡ ਟਰਬੋ ਇਨਫੋਟੈਕ ਲਿਮਟਿਡ ਆ। ਠੀਕ ਹੈ ਜੀ, ਇਹ IT ਕੰਪਨੀ ਬਣ ਗਈ। ਪਹਿਲੀ ਜਲ ਸ਼ਕਤੀ ਦੱਸੋ ਜੀ, ਇਹਨਾਂ ਦੇ ਵਿੱਚੋਂ ਪਹਿਲੀ ਜਲ ਸੈਨਾ ਦਾ ਵਿੱਚ ਸਵਦੇਸ਼ੀ ਤਕਨੋਲੋਜੀ, ਇੰਡੀਜੀਨੀਅਸ ਟੈਕਨੋਲੋਜੀ ਦੀ ਵਰਤੋਂ ਨੂੰ ਵਧਾਉਣ ਦੇ ਉਦੇਸ਼ ਨਾਲ ਕਿਹੜੀ ਪਹਿਲ ਕਦਮੀ ਆ? ਸਪ੍ਰਿੰਟ, ਨਮਸਤੇ, ਸੀਡ ਜਾਂ ਨਨ ਆਫ ਦੀ ਸਵਾ? ਸੋ ਇਹ ਸਪ੍ਰਿੰਟ ਆ। ਠੀਕ ਹੈ ਜੀ, ਇਹ ਵੀ ਯਾਦ ਕਰ ਲਓ। ਆਹ ਦੇਖੋ ਜੀ, ਹੁਣ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿੰਦਾ ਸੀ ਕਿ ਸ਼੍ਰੀਲੰਕਾ ਦੇ ਇਸ ਟਾਈਮ ਦੇ ਉੱਤੇ 9ਵੇਂ ਰਾਸ਼ਟਰਪਤੀ ਵਜੋਂ ਕਿਹਨੂੰ ਚੁਣਿਆ ਗਿਆ? ਗੋਟਾਬਾਇਆ ਰਾਜਾ ਪ੍ਰਕਾਸ਼ ਡੁਲਾਸ ਅਲਾਹਪੁਰ, ਰਾਨਿਲ ਵਿਕਰਮ ਸਿੰਘੇ ਜਾਂ ਮਹਿੰਦਰਾ ਰਾਜਾ ਪ੍ਰਕਾਸ਼?
ਸੋ ਬਿਲਕੁਲ ਸਹੀ ਜੀ, ਰਾਨਿਲ ਵਿਕਰਮ ਸਿੰਘੇ ਆ ਜਿਹੜੇ ਕਿ ਸ੍ਰੀਲੰਕਾ ਦੇ ਇਸ ਟਾਈਮ ਦੇ ਉੱਤੇ 9ਵੇਂ ਪ੍ਰੈਜ਼ੀਡੈਂਟ ਚੁਣ ਲਏ ਗਏ ਨੇ। ਠੀਕ ਆ, ਸੋ ਸਾਰਾ ਮੈਂ ਤੁਹਾਨੂੰ ਇਹ ਲਿਸਟ ਚਾਰਟ ਆਪਾਂ ਨਾਲ ਐਡ ਕਰਤਾ ਹੋਇਆ। ਸ੍ਰੀਲੰਕਾ ਦੇ ਨਵੇਂ PM ਜੇਕਰ ਪ੍ਰਾਈਮ ਮਿਨਿਸਟਰ ਪੁੱਛੇ ਤਾਂ ਕੌਣ ਨੇ? ਦਿਨੇਸ਼ ਗੁਨਾਵਰਧਨੇ। ਮੋਸਟ ਇੰਪੋਰਟੈਂਟ ਬਣਦਾ ਪ੍ਰੈਜ਼ੀਡੈਂਟ ਤੁਹਾਨੂੰ ਮੈਂ ਕਰਾਤਾ ਰਾਨਿਲ ਵਿਕਰਮ ਸਿੰਘੇ ਨੇ। ਠੀਕ ਆ, ਸੋ ਸ੍ਰੀਲੰਕਾ ਦੀ ਅਫੀਸ਼ੀਅਲ ਲੈਂਗੁਏਜ ਕਿਹੜੀ ਹੈ? ਸਿੰਹਾਲਾ। ਸੋ ਨਿਊਜ਼ ਦੇ ਵਿੱਚ ਆ ਸ੍ਰੀਲੰਕਾ, ਇਹਨੂੰ ਚੰਗੀ ਤਰ੍ਹਾਂ ਕਰ ਲਿਓ ਤੁਸੀਂ। ਕਿਹੜੇ ਦੇਸ਼ ਨੇ ਭਾਰਤ ਨੇ ਜੰਗਲੀ ਜੀਵ ਸੁਰੱਖਿਆ ਲਈ ਅਤੇ ਟਿਕਾਊ ਜੈਵ ਵਿਭਿੰਨਤਾ ਲਈ, ਠੀਕ ਹੈ, ਵਾਈਲਡ ਲਾਈਫ ਕੰਜ਼ਰਵੇਸ਼ਨ ਤੇ ਸਸਟੇਨੇਬਲ ਬਾਇਓਡਾਇਵਰਸਿਟੀ ਯੂਟੀਲਾਈਜੇਸ਼ਨ ਦੇ ਵਿੱਚ ਇੱਕ MOU ਸਾਈਨ ਕੀਤਾ ਵਾ ਭਾਰਤ ਨਾਲ? ਸੂਡਾਨ, ਘਾਨਾ, ਗਾਂਬੀਆ ਜਾਂ ਨਿਮਬੀਆ? ਬਿਲਕੁਲ ਸਹੀ ਜੀ, ਨਿਮਬੀਆ ਇੱਕ ਇਹੋ ਜਿਹਾ ਵਾ ਜਿਹਦੇ ਨਾਲ ਇਹ ਹੋਇਆ ਵਾ। ਠੀਕ ਆ, ਹੁਣ ਜੀ ਆਹ ਦੇਖੋ ਜੀ, ਆਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੁਣ। ਵਰਲਡ ਦੇ ਸਭ ਤੋਂ ਮਤਲਬ ਇੱਕ ਹੈਨਲੇ ਪਾਸਪੋਰਟ ਇੰਡੈਕਸ 2022 ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਆ, ਤਾਂ ਭਾਰਤੀ ਪਾਸਪੋਰਟ ਦਾ ਦਰਜਾ ਕਿੰਨਵੇਂ ਨੰਬਰ ਤੇ ਰਿਹਾ ਵਾ? 72ਵਾਂ, 77ਵਾਂ, 85ਵਾਂ ਜਾਂ 87ਵਾਂ ਨੰਬਰ ਦੇ ਉੱਤੇ ਰਿਹਾ ਵਾ। ਠੀਕ ਆ, ਵਿਸ਼ਵ ਦਾ ਸਭ ਤੋਂ ਮਤਲਬ ਪਾਵਰਫੁਲ ਜਿਹੜਾ ਕਹਿ ਸਕਦੇ ਹਾਂ ਕਿ ਪਾਸਪੋਰਟ ਆ। ਸੋ ਇਹ ਡੀ ਬਣਦਾ ਜੀ, 87ਵੇਂ ਨੰਬਰ ਦੇ ਉੱਤੇ ਰਿਹਾ ਵਾ ਭਾਰਤ। ਠੀਕ ਆ, 2022 'ਚ। ਹੁਣ ਦੇਖੋ ਜੀ, ਇਹਦੇ ਵਿੱਚ ਜਿਹੜਾ ਮੋਸਟ ਪਾਵਰਫੁਲ ਪਾਸਪੋਰਟ ਜਿਹੜੇ ਹੋਏ ਆ 2022 'ਚ, ਇੱਕ ਨੰਬਰ ਤੇ ਜਾਪਾਨ ਦਾ ਪਾਸਪੋਰਟ ਰਿਹਾ ਵਾ ਉਹ ਕਹਿੰਦੇ, ਤੇ 87 ਨੰਬਰ ਰਿਹਾ ਵਾ ਇੰਡੀਆ ਦਾ, 87ਵਾਂ ਰੈਂਕ ਰਿਹਾ ਵਾ। ਲਾਸਟ ਦੇ ਉੱਤੇ 112 ਨੰਬਰ ਅਫਗਾਨਿਸਤਾਨ ਰਿਹਾ। ਠੀਕ ਆ, ਸਭ ਤੋਂ ਘੱਟ ਪਾਵਰਫੁਲ ਕਿਹੜਾ ਵਾ? ਅਫਗਾਨਿਸਤਾਨ ਵਾ। ਇੰਡੀਆ ਦਾ ਲਾਸਟ ਟਾਈਮ ਜਿਹੜਾ ਇੰਡੈਕਸ ਸੀਗਾ ਉਹ 83 ਸੀਗਾ, ਹੁਣ ਬਟ 87 ਹੋ ਗਿਆ। ਨੈਕਸਟ ਆ ਜਾਂਦੇ ਆ ਵੀ ਇੰਪੋਰਟੈਂਟ ਕੁਐਸਚਨ ਬਣ ਰਿਹਾ ਵਾ ਜੀ। ਹੁਣੇ ਰੀਸੈਂਟਲੀ ਹੇਠ ਲਿਖਿਆ ਵਿੱਚੋਂ ਕਿਹਨੇ ਬਿਯੋਂਡ ਦਾ ਮਿਸਲਵਿਲ ਟੈਂਪਲ ਟੇਲਜ਼ ਆਫ ਉੱਤਰਾਖੰਡ ਕਿਤਾਬ ਲਿਖੀ ਆ? ਆਰਾਧਨਾ ਜੌਹਰੀ ਨੇ, ਪੁਸ਼ਕਰ ਸਿੰਘ ਧਾਮੀ ਨੇ, ਨਮਿਤਾ ਦਾਵੇ ਨੇ ਜਾਂ ਸੰਜੇ ਰਾਏ ਨੇ? ਦੱਸੋ ਜੀ ਇਹਦਾ ਕੀ ਆਨਸਰ ਬਣੇਗਾ? ਆਰਾਧਨਾ ਜੌਹਰੀ ਨੇ ਲਿਖੀ ਆ। ਨੈਕਸਟ ਕਰਦੇ ਹਾਂ ਜੀ। ਹੁਣੇ 68th ਨੈਸ਼ਨਲ ਅਵਾਰਡ ਹੋਇਆ, ਇਹਦੀ ਮੈਂ ਤੁਹਾਨੂੰ ਲਿਸਟ ਵੀ ਪਾਈ ਸੀ, ਤੁਹਾਨੂੰ ਮੈਂ ਆਲਰੇਡੀ ਇਹਦਾ ਮੈਂ MCQ ਕੁਇਜ਼ ਵੀ ਟੈਲੀਗ੍ਰਾਮ ਚੈਨਲ ਦੇ ਉੱਤੇ ਕਰਵਾ ਚੁੱਕਿਆ। ਇਹ ਤਾਂ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। 68th ਨੈਸ਼ਨਲ ਅਵਾਰਡ ਦੇ ਵਿੱਚ ਸਰਵੋਤਮ ਸਭ ਤੋਂ ਬੈਸਟ ਐਕਟਰ ਦਾ ਪੁਰਸਕਾਰ ਕਿਹਨੂੰ ਦਿੱਤਾ ਗਿਆ? ਸੂਰਿਆ ਨੂੰ, ਅਜੇ ਦੇਵਗਨ ਨੂੰ, ਬਿੱਜੂ ਮੇਨਨ ਨੂੰ ਜਾਂ A&B? ਸੂਰਿਆ, ਅਜੇ ਦੇਵਗਨ, ਦੋਨਾਂ ਨੂੰ ਮੈਂ ਕਰਵਾਇਆ ਹੋਇਆ, ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾਗਾ। ਸੋ ਮੈਂ ਇਸ ਲਈ ਕਹਿੰਦਾ ਕਿ ਜਿਹਨੇ ਵੀ ਅਜੇ ਤੱਕ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ, ਪਲੀਜ਼ ਉਹ ਜ਼ਰੂਰ ਜੁਆਇਨ ਕਰ ਲਓ। ਉਹਦੇ ਉੱਤੇ ਮੈਂ ਬਹੁਤ ਸਾਰੇ MCQ ਕਲਾਸ ਵਾਈਜ਼ GK ਦੇ ਹੋਗੇ ਚਾਹੇ ਕਰੰਟ ਅਫੇਅਰ ਦੇ ਹੋਏ ਕਰਵਾਉਂਦਾ ਰਹਿਣਾ ਮੈਂ। ਠੀਕ ਆ, ਉਹਦੇ ਨਾਲ ਤੁਹਾਨੂੰ ਬੈਨੀਫਿਟ, ਇੱਕ ਤਾਂ ਇਹ ਬੈਨੀਫਿਟ ਇਹ ਹੋਏਗਾ ਕਿ ਮੰਨ ਲਓ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਅੱਜ ਮੰਨ ਲਓ 2000 ਕੈਂਡੀਡੇਟ ਐਡ ਆ, ਜੇਕਰ ਤੁਸੀਂ ਮੈਂ MCQ ਐਡ ਕਰਦਾ ਤਾਂ ਉਹਦੇ ਵਿੱਚੋਂ 600-700 ਕੈਂਡੀਡੇਟ ਇਸ ਟਾਈਮ ਦੇ ਉੱਤੇ ਉਹਦੇ ਵਿੱਚ MCQ ਦੇ ਵਿੱਚ ਭਾਗ ਲੈਂਦੇ ਨੇ, ਤਾਂ ਤੁਹਾਨੂੰ ਵੀ ਥੋੜਾ ਜਿਹਾ ਅੰਦਾਜ਼ਾ ਹੁੰਦਾ ਕਿ ਹਾਂ ਇਸ ਟਾਈਮ ਤੁਹਾਡੀ ਤਿਆਰੀ ਕਿੱਥੇ ਤੱਕ ਪਹੁੰਚੀ, ਬਾਕੀ ਕੈਂਡੀਡੇਟ ਕਿਹੜੇ ਹਿਸਾਬ ਦੇ ਨਾਲ ਤਿਆਰੀ ਕਰਦੇ ਪਏ ਆ, ਤੁਹਾਡੇ ਕਿੰਨੇ ਸਹੀ ਜਾਂਦੇ ਪਏ ਆ ਤੇ ਬਾਕੀਆਂ ਦੇ ਕਿੰਨੇ ਸਹੀ ਜਾਂਦੇ ਪਏ ਆ। ਉਹਦੇ ਨਾਲ ਤੁਹਾਨੂੰ ਆਪਦੀਆਂ ਕਮੀਆਂ ਦਾ ਪਤਾ ਲੱਗੂਗਾ ਕਿ ਹਾਂ ਮੇਰੇ MCQ ਤਾਂ ਸੋਲਵ ਹੋ ਨਹੀਂ ਰਹੇ, ਫਿਰ ਆਪਾਂ ਨੂੰ ਪੜ੍ਹਨ ਦਾ ਕੀ ਫਾਇਦਾ ਜੇਕਰ ਆਪਣੇ MCQ ਨਹੀਂ ਸੋਲਵ ਹੋ ਰਹੇ। ਠੀਕ ਆ, ਫਿਰ ਆਪਾਂ ਉਹ ਟੌਪਿਕ ਨੂੰ ਆਪਾਂ ਦੁਬਾਰਾ ਪੜ੍ਹਾਂਗੇ, ਤੁਸੀਂ ਉਹ ਟੌਪਿਕ ਨੂੰ ਦੁਬਾਰਾ ਜਾ ਕੇ ਜਦੋਂ ਉਹਨੂੰ ਪੜ੍ਹੋਗੇ, ਠੀਕ ਆ, PDF ਰੀਡ ਕਰੋਗੇ, ਕਿਉਂਕਿ ਮੈਂ ਉਹੀ ਜ਼ਿਆਦਾਤਰ ਕਰਾਉਣਾ ਹੁੰਦਾ ਜਿਹੜੇ ਮੇਰੇ ਕਰਵਾਏ ਹੋਏ ਨੇ MCQ। ਜ਼ਿਆਦਾ ਇਦਾਂ ਨਹੀਂ ਹੁੰਦਾ ਕਿ ਮੈਂ ਚੱਕ ਕੇ ਆਊਟ ਆਫ ਦੀ ਸਿਲੇਬਸ ਕੋਈ ਕੁਐਸਚਨ ਤੁਹਾਨੂੰ ਪਾ ਦਾਂਗਾ ਕਿ ਜਾਣ ਬੁੱਝ ਕੇ ਕੋਈ ਔਖਾ ਕੁਐਸਚਨ ਪਾ ਦੂੰਗਾ। ਜਿਹੜੇ ਮੇਰੇ ਤੁਹਾਨੂੰ ਕਰਵਾਏ ਹੋਏ ਨੇ, ਜਿਹੜੇ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਨੇ, ਮੈਂ ਉਹੀ MCQ ਤੁਹਾਨੂੰ ਕਰਵਾਉਣਾ। ਬਾਕੀ ਤਾਂ ਤੁਹਾਨੂੰ ਮੈਂ ਬੁੱਕਸ ਵੀ ਦੱਸੀਆਂ ਹੋਈਆਂ ਨੇ, ਤੁਸੀਂ ਕਰ ਸਕਦੇ ਹੋ ਉਹਦੇ ਤੋਂ ਵੀ। ਠੀਕ ਆ, ਸੋ ਇਹ ਬਣਿਆ ਜੀ A&B। ਠੀਕ ਆ, ਸੂਰਿਆ ਨੂੰ ਵੀ ਮਿਲਿਆ ਤੇ ਅਜੇ ਦੇਵਗਨ ਨੂੰ, ਦੋਨਾਂ ਨੂੰ ਮਿਲਿਆ ਵਾ। ਠੀਕ ਆ ਜੀ, ਸਰਵੋਤਮ ਅਦਾਕਾਰ ਦਾ ਨੈਸ਼ਨਲ ਅਵਾਰਡ ਆ, ਇੰਪੋਰਟੈਂਟ ਬਣ ਰਿਹਾ ਜੀ ਇਹ। ਹੁਣ ਜੀ ਨੈਸ਼ਨਲ ਅਵਾਰਡ ਦੇ ਨਾਲ ਰਿਲੇਟਡ 2022 ਦਾ ਇਹ ਕੌਣ ਕਰਦੀ ਆ? ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ। ਬੈਸਟ ਐਕਟਰਸ ਅਪਰਨਾ ਬਾਲਾ ਮੁਰਾਈ ਨੂੰ ਮਿਲਿਆ। ਬੈਸਟ ਐਕਟਰ ਮੈਂ ਤੁਹਾਨੂੰ ਕਰਵਾਤਾ ਕਿ ਸੂਰਿਆ ਤੇ ਅਜੇ ਦੇਵਗਨ ਨੂੰ ਮਿਲਿਆ। ਸੂਰਿਆ ਸਾਊਥ ਸਟਾਰ ਆ, ਠੀਕ ਆ, ਸਾਊਥ ਫਿਲਮਾਂ ਦੇ ਵਿੱਚ ਤਾਮਿਲ ਤੇ ਤੇਲਗੂ ਫਿਲਮਾਂ ਕਰਦਾ, ਸ਼ਾਇਦ ਤਾਮਿਲ ਫਿਲਮਾਂ ਕਰਦਾ। ਅਜੇ ਦੇਵਗਨ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ। ਬੈਸਟ ਫਿਲਮ ਕਿਹੜੀ ਰਹੀ ਆ ਜੀ? ਸੁਰਾਰੀ ਪੋਟਰੂ। ਠੀਕ ਆ ਜੀ, ਇਹ ਵੀ ਸੂਰਿਆ ਦੀ ਫਿਲਮ ਸੀਗੀ। ਠੀਕ ਆ ਜੀ, ਸੋ ਬੈਸਟ ਹਿੰਦੀ ਫੀਚਰ ਫਿਲਮ ਕਿਹੜੀ ਰਹੀ ਆ? ਤੁਲਸੀ ਦਾਸ ਜੂਨੀਅਰ। ਬੈਸਟ ਡਾਇਰੈਕਟਰ ਕੌਣ ਰਿਹਾ? ਸਚਿਦਾਨੰਦਨ। ਸੋ ਇਹ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਮੈਂ ਲਿਸਟ ਵੀ ਪਾਈ ਆ, ਮੈਂ ਬਾਰ-ਬਾਰ ਕਹਿ ਰਿਹਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ। ਇਸ ਟਾਈਮ ਡਿਸਕ੍ਰਿਪਸ਼ਨ ਦੇ ਉੱਤੇ ਮੈਂ ਤੁਹਾਨੂੰ ਲਿੰਕ ਦੇ ਦਾਂਗਾ। ਜੇਕਰ ਲਿੰਕ ਨਹੀਂ ਵੀ ਲੱਭਦਾ ਤਾਂ ਤੁਸੀਂ GK ਅਕੈਡਮੀ ਪੰਜਾਬ ਟੈਲੀਗ੍ਰਾਮ ਦੇ ਉੱਤੇ ਜਾ ਕੇ ਸਰਚ ਕਰੋ ਤਾਂ ਤੁਹਾਨੂੰ ਆਪਣਾ ਚੈਨਲ ਮਿਲ ਜਾਏਗਾ। ਠੀਕ ਆ, ਇਹੀ ਸੇਮ ਲੋਗੋ ਲੱਗਿਆ ਹੋਇਆ ਵਾ ਉੱਤੇ। ਹੁਣ ਸ਼੍ਰੀਲੰਕਾ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ? ਮੈਨੂੰ ਨਹੀਂ ਲੱਗਦਾ ਕਿ ਇਹ ਮੈਨੂੰ ਦੁਬਾਰਾ ਤੁਹਾਨੂੰ ਦੱਸਣ ਦੀ ਜ਼ਰੂਰਤ ਹੈਗੀ ਆ। ਠੀਕ ਆ ਜੀ, ਸੋ ਹੁਣੇ ਮੈਂ ਰੀਸੈਂਟਲੀ ਕਰਾ ਗਿਆ ਦਿਨੇਸ਼ ਗੁਨਾਵਰਧਨੇ ਆਪਣੇ 15ਵੇਂ ਪ੍ਰਾਈਮ ਮਿਨਿਸਟਰ ਨੇ, ਤੇ ਰਾਨਿਲ ਵਿਕਰਮ ਸਿੰਘੇ ਕੌਣ ਨੇ? ਰਾਸ਼ਟਰਪਤੀ ਨੇ। ਠੀਕ ਹੈ ਜੀ, ਇਹਨਾਂ ਦੇ ਪ੍ਰੈਜ਼ੀਡੈਂਟ ਆਪਾਂ ਕਹਿ ਸਕਦੇ ਹਾਂ। ਸੋ 112 ਨੰਬਰ ਕੁਐਸਚਨ ਤੇ ਆ ਗਏ ਜੀ। ਕਿਹੜੇ ਰਾਜ ਨੇ ਨੀਤੀ ਆਯੋਗ ਦੇ, ਬਸ ਥੋੜੇ ਜਿਹੇ ਕੁਐਸਚਨ ਰਹਿ ਗਏ ਜੀ ਆਪਣੇ, ਤੇ ਕਿਹੜੇ ਰਾਜ ਨੇ 15 ਕੁਐਸਚਨ ਰਹਿ ਗਏ ਜੀ ਆਪਣੇ। ਕਿਹੜੇ ਰਾਜ ਨੇ ਨੀਤੀ ਆਯੋਗ ਦੇ ਇੰਡੀਅਨ ਇਨੋਵੇਸ਼ਨ ਇੰਡੈਕਸ 2022 ਚ ਪ੍ਰਮੁੱਖ ਰਾਜਾਂ ਦੇ ਵਿੱਚ ਸਭ ਤੋਂ ਉੱਪਰ ਰਿਹਾ ਵਾ? ਕਰਨਾਟਕਾ ਰਿਹਾ, ਤੇਲੰਗਾਨਾ ਰਿਹਾ, ਹਰਿਆਣਾ ਰਿਹਾ, ਮਹਾਰਾਸ਼ਟਰ ਰਿਹਾ ਵਾ। ਠੀਕ ਆ, ਇੱਕ ਨੀਤੀ ਆਯੋਗ ਨਾ ਇੰਡੈਕਸ ਜਾਰੀ ਕਰਦਾ ਹੁੰਦਾ ਹਰੇਕ ਸਾਲ, ਇਹਦੇ ਵਿੱਚ ਇੱਕ ਕਹਿ ਦਿੰਦੇ ਆ ਇਨੋਵੇਸ਼ਨ ਇੰਡੈਕਸ। ਠੀਕ ਹੈ, ਨੀਤੀ ਆਯੋਗ ਤੇ ਇੱਕ ਕਲਾਸ, ਠੀਕ ਆ ਜੀ, ਮੈਂ ਕੋਸ਼ਿਸ਼ ਕਰੂੰਗਾ ਕਿ ਪੇਪਰ ਤੋਂ ਕਿਸੇ ਤੋਂ ਵੀ ਪਹਿਲਾਂ ਇੱਕ ਕਲਾਸ ਪ੍ਰੋਵਾਈਡ ਕਰਵਾ ਦਾਂ, ਕਿਉਂਕਿ ਨੀਤੀ ਆਯੋਗ ਚੋਂ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ ਜੀ, ਕਰਨਾਟਕਾ, ਤੇਲੰਗਾਨਾ, ਹਰਿਆਣਾ ਜਾਂ ਮਹਾਰਾਸ਼ਟਰ? ਦੱਸੋ ਜੀ ਇਹਦਾ ਕਿਹੜਾ ਆਨਸਰ ਬਣਦਾ? ਕਰਨਾਟਕਾ ਰਿਹਾ ਜੀ ਟੌਪ ਦੇ ਉੱਤੇ। ਠੀਕ ਆ,
ਸੋ ਜਿਹੜੀ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਐਡ ਕਰ ਦਿੰਦਾ, ਠੀਕ ਹੈ ਜੀ। ਐਡ ਵੈਸੇ ਮੈਂ ਤੁਹਾਨੂੰ ਕਰਤਾ ਹੋਇਆ ਵਾ ਇਹ ਰੀਸੈਂਟਲੀ। ਨੀਤੀ ਆਯੋਗ ਦੇ ਡਿਪਟੀ ਚੇਅਰਮੈਨ ਕੌਣ ਬਣੇ ਨੇ? ਸੁਮਨ ਬੈਰੀ। ਇੰਡੀਆ ਇਨੋਵੇਸ਼ਨ ਇੰਡੈਕਸ ਜਿਹੜਾ 2022 ਯਾਦ ਹੋਇਆ। ਹੁਣ ਮੇਜਰ ਸਟੇਟਸ, ਜਿਹੜੀਆਂ ਮੇਜਰ ਸਟੇਟਸ ਪ੍ਰਮੁੱਖ ਸਟੇਟਾਂ ਦੇ ਵਿੱਚੋਂ ਰੈਂਕ ਬਣ ਰਹੀ ਆ, ਸਟੇਟ ਦੇ ਵਿੱਚ ਕਰਨਾਟਕਾ ਨੰਬਰ ਬਣ ਰਹੀ ਆ, ਆਖਰੀ ਨੰਬਰ ਤੇ ਛੱਤੀਸਗੜ੍ਹ ਰਹੀ ਆ, ਠੀਕ ਆ। ਸੋ ਮੇਜਰ ਸਟੇਟਸ ਦੀ ਗੱਲ ਹੋ ਰਹੀ ਆ। ਹੁਣ ਇਹਦੇ ਵਿੱਚ ਇੱਕ ਇਹ ਰੈਂਕਿੰਗ ਜਾਰੀ ਕਰਦੇ ਹੁੰਦੇ ਨੇ, ਜਿਵੇਂ ਮੰਨ ਲਓ ਕੁਛ ਜਿਵੇਂ ਨਾਰਥ ਈਸਟ ਦੀਆਂ ਜਿਹੜੀਆਂ ਸਟੇਟਸ ਹੋ ਗਈਆਂ ਜਾਂ ਹਿੱਲ ਸਟੇਟ ਦੇ ਵਿੱਚੋਂ, ਉਹਦੇ ਵਿੱਚ ਮਨੀਪੁਰ ਰਿਹਾ ਵਾ 1 ਨੰਬਰ ਤੇ। ਜੇਕਰ ਆਪਾਂ ਨੂੰ ਨਾਰਥ ਈਸਟ ਜਾਂ ਹਿੱਲ ਸਟੇਟ ਦੇ ਵਿੱਚੋਂ ਪੁੱਛ ਲੈਣਾ, ਇਹਦੇ ਇੰਡੈਕਸ ਦੇ ਵਿੱਚ ਇੰਡੀਆ ਇਨੋਵੇਸ਼ਨ ਇੰਡੈਕਸ ਜਿਹੜਾ ਨੀਤੀ ਆਯੋਗ ਨੇ ਜਾਰੀ ਕੀਤਾ, ਇਹ 'ਚ ਮਨੀਪੁਰ 1 ਨੰਬਰ ਤੇ ਰਿਹਾ। ਟੌਪ ਯੂਟੀ ਕਿਹੜੀ ਰਹੀ ਆ? ਚੰਡੀਗੜ੍ਹ, ਠੀਕ ਆ ਜੀ। ਆਪਣੀ ਚੰਡੀਗੜ੍ਹ ਯੂਟੀ ਆ ਜਿਹੜੀ ਉਹ ਟੌਪ ਰਹੀ ਆ। ਤਾਂ ਇੱਕ ਰੈਂਕਿੰਗ ਜਾਰੀ ਹੁੰਦੀ ਆ, ਗਲੋਬਲ ਇਨੋਵੇਸ਼ਨ ਇੰਡੈਕਸ ਜਾਰੀ ਹੁੰਦਾ 2022 'ਚ। ਉਹ 'ਚ ਭਾਰਤ ਦਾ ਰੈਂਕ ਕਿੰਨਾ ਰਿਹਾ? 46। ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਯਾਦ ਕਰ ਲਿਓ ਇਹਨੂੰ, ਠੀਕ ਆ ਜੀ। ਬਾਕੀ ਮੈਂ ਤੁਹਾਨੂੰ PDF ਐਤਵਾਰ ਨੂੰ ਇਹਦੀ ਸ਼ੇਅਰ ਕਰ ਦਾਂਗਾ, ਤਾਂ ਤੁਸੀਂ ਆਪਣੇ ਕੋਲੇ ਇਹਨੂੰ ਰਿਵਾਈਜ਼ ਕਰਨੀ ਆ, ਠੀਕ ਆ, ਪੇਪਰ ਤੋਂ ਪਹਿਲਾਂ। ਕਿਹੜੇ ਦੇਸ਼ ਨਾਲ ਭਾਰਤ ਨੇ ਨਿਆਇਕ ਸਹਿਯੋਗ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ? ਜੁਡੀਸ਼ੀਅਲ ਕਾਰਪੋਰੇਸ਼ਨ ਲਈ। ਮਿਆਂਮਾਰ, ਨਾਮੀਬੀਆ, ਮਾਲਾਦੀਵ ਜਾਂ ਆਪਣਾ ਥਾਈਲੈਂਡ? ਦੱਸੋ ਜੀ। ਸੋ ਇਹਦਾ ਆਨਸਰ ਬਣਦਾ ਜੀ ਮਾਲਾਦੀਵ, ਇਹਦਾ ਆਨਸਰ ਬਣਦਾ C ਆਨਸਰ ਇਹਦਾ ਬਿਲਕੁਲ ਸਹੀ ਬਣ ਰਿਹਾ ਜੀ। ਇਹਨਾਂ ਵਿੱਚੋਂ ਕਿਹਨੇ ਆ ਡਿਜੀਟਲ ਬੈਂਕਸ ਏ ਪ੍ਰਪੋਜ਼ਲ ਫਾਰ ਲਾਇਸੈਂਸਿੰਗ ਸਰਲੇਖ ਵਾਲੀ ਆਪਣੀ ਰਿਪੋਰਟ ਜਾਰੀ ਕੀਤੀ ਹੈ? ਹੁਣ ਮੈਂ ਰੀਸੈਂਟਲੀ ਇਹ ਕੁਐਸਚਨ ਤੁਹਾਨੂੰ ਪਤਾ ਸੀਗਾ ਚੱਕ ਕੇ ਟੈਲੀਗ੍ਰਾਮ ਦੇ ਉੱਤੇ, ਤੇ ਬਹੁਤ ਸਾਰੇ ਕੈਂਡੀਡੇਟ ਨੇ ਗਲਤ ਕੀਤਾ। ਸ਼ਾਇਦ ਮੇਰੇ ਅਕੋਰਡਿੰਗ 30% ਕੈਂਡੀਡੇਟ ਵੀ ਇਹਦਾ ਸਹੀ ਆਨਸਰ ਨਹੀਂ ਸੀ ਲਾ ਪਾਏ, ਠੀਕ ਹੈ, ਜਿਨ੍ਹਾਂ ਨੇ ਵੀ ਪਾਰਟੀਸਪੇਟ ਕੀਤਾ ਸੀ ਉਹ 'ਚ। ਨਾਬੜ, ਨਾਸਕੌਮ, RBI ਜਾਂ ਨੀਤੀ ਆਯੋਗ। ਜਾਂ ਤਾਂ ਜੋ ਤੁਸੀਂ ਲਗਾ ਰਹੇ ਸੀ ਨਾਬੜ ਜਾਂ ਲਾ ਰਹੇ ਸੀ ਨਾਬੀਓ, ਬਟ ਇਸ ਟਾਈਮ ਦਾ ਡਿਜੀਟਲ ਬੈਂਕਸ ਏ ਪ੍ਰਪੋਜ਼ਲ ਫॉर ਲਾਇਸੈਂਸ ਐਂਡ ਰੈਗੂਲੇਟਰੀ ਰੈਜ਼ਮੀ, ਇਹ ਮਤਲਬ ਜਿਹੜਾ ਪ੍ਰਪੋਜ਼ਲ ਕਿਹਨੇ ਦਿੱਤਾ, ਆਪਣੀ ਰਿਪੋਰਟ ਜਾਰੀ ਕੀਤੀ ਆ, ਇਹ ਕੀਤੀ ਆ ਜੀ ਨੀਤੀ ਆਯੋਗ ਨੇ। ਸੋ ਥੋੜਾ ਜਿਹਾ ਇਹੋ ਜਿਹੇ ਕੁਐਸਚਨ ਪੇਪਰ 'ਚ ਬਣ ਜਾਂਦੇ ਹੁੰਦੇ ਨੇ। ਹੁਣੇ ਰੀਸੈਂਟਲੀ ਪ੍ਰਧਾਨ ਮੰਤਰੀ ਜੀਵਨ ਵੰਦਨਾ ਯੋਜਨਾ, ਠੀਕ ਹੈ, ਇੱਕ ਪ੍ਰਧਾਨ ਮੰਤਰੀ ਵੰਦਨਾ ਜੀਵਨ ਯੋਜਨਾ ਸ਼ੁਰੂ ਹੋਈ ਸੀ, ਉਹਨੂੰ ਸ਼ੁਰੂਆਤ ਹੋਈ ਨੂੰ 5 ਸਾਲ ਪੂਰੇ ਹੋ ਗਏ। ਤਾਂ ਇਹ ਯੋਜਨਾ ਦਾ ਲਾਭ ਕਿਹੜੇ ਵਰਗ ਨੂੰ ਮਿਲਦਾ ਵਾ? ਸਕੂਲ ਦੇ ਸਟੂਡੈਂਟ ਨੂੰ ਮਿਲਦਾ, ਸੀਨੀਅਰ ਸਿਟੀਜ਼ਨ ਨੂੰ ਮਿਲਦਾ, ਬਿਲੋ ਪਾਵਰਟੀ ਲਾਈਨ ਦੀ ਜਿਹੜੇ ਵੂਮੈਨਸ ਨੇ ਉਹਨਾਂ ਨੂੰ ਮਿਲਦਾ, ਜਾਂ MSMEC ਨੂੰ ਮਿਲਦਾ ਵਾ? ਦੱਸੋ ਜੀ। ਸੋ ਬਿਲਕੁਲ ਸਹੀ ਜੀ, ਸੀਨੀਅਰ ਸਿਟੀਜ਼ਨਸ ਨੂੰ ਮਿਲਦਾ ਵਾ, ਠੀਕ ਆ। ਇਹ ਆਪਣਾ ਪ੍ਰਧਾਨ ਮੰਤਰੀ ਜੀਵਨ ਵੰਦਨਾ ਯੋਜਨਾ ਬਹੁਤ ਇੰਪੋਰਟੈਂਟ ਆ। ਕਦੋਂ ਸ਼ੁਰੂ ਹੋਈ ਸੀ? 2017 'ਚ ਸ਼ੁਰੂ ਹੋਈ ਸੀ LIC ਦੁਆਰਾ। ਨੈਕਸਟ ਆ ਗਿਆ ਜੀ, ਭਾਰਤ ਦੇ 15ਵੇਂ ਰਾਸ਼ਟਰਪਤੀ, ਮੋਸਟ ਇੰਪੋਰਟੈਂਟ ਕੁਐਸਚਨ ਜੀ। 15ਵੇਂ ਰਾਸ਼ਟਰਪਤੀ, ਇੰਡੀਆ ਦੇ ਪਹਿਲੇ ਵੂਮਨ ਟਰੈਵਲ ਪ੍ਰੈਜ਼ੀਡੈਂਟ ਕੌਣ ਰਹੇ ਨੇ? ਠੀਕ ਆ, ਦ੍ਰੌਪਦੀ ਮੁਰਮੂ, ਪ੍ਰਤਿਭਾ ਪਾਟਿਲ, ਸੰਧਿਆ ਰਾਣੀ। ਇਹ ਤਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੋਏਗਾ, ਮੇਰੇ ਅਕੋਰਡਿੰਗ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਪਏਗੀ, ਟੈਲੀਗ੍ਰਾਮ ਤੇ ਵੀ ਆਪਾਂ ਕਰਾਇਆ ਹੋਇਆ। ਦ੍ਰੌਪਦੀ ਮੁਰਮੂ ਰਹੇ ਨੇ, ਠੀਕ ਆ। ਸੋ ਦੋਨਾਂ 'ਚੋਂ ਕੋਈ ਵੀ ਕੁਐਸਚਨ ਬਣ ਸਕਦਾ ਵਾ ਪੇਪਰ ਦੇ ਵਿੱਚ। ਸੋ ਇਹਨਾਂ ਬਾਰੇ ਥੋੜਾ ਜਿਹਾ ਹੋਰ ਫੈਕਟ ਦੇਖ ਲਓ ਜੀ। 15ਵੇਂ ਪ੍ਰੈਜ਼ੀਡੈਂਟ ਨੇ ਪਹਿਲੀ ਗੱਲ ਤਾਂ ਇਹ ਇੰਡੀਆ ਦੇ, ਠੀਕ ਹੈ ਜੀ। ਸੈਕੰਡ ਵੂਮਨ ਪ੍ਰੈਜ਼ੀਡੈਂਟ ਨੇ, ਠੀਕ ਹੈ। ਇਸ ਤੋਂ ਪਹਿਲਾਂ ਜਿਹੜੇ ਫਸਟ ਵੂਮਨ ਪ੍ਰੈਜ਼ੀਡੈਂਟ ਕੌਣ ਸੀਗੇ? ਆਪਣੇ ਪ੍ਰਤਿਭਾ ਪਾਟਿਲ ਸੀਗੇ, 2007 ਤੋਂ ਲੈ ਕੇ 12 ਤੱਕ ਰਹੇ ਨੇ। ਫਸਟ ਟ੍ਰਾਈਬਲ ਵੂਮਨ ਪ੍ਰੈਜ਼ੀਡੈਂਟ ਨੇ, ਇਹ ਵੀ ਕੁਐਸਚਨ ਬਣਦਾ। ਦ੍ਰੌਪਦੀ ਮੁਰਮੂ ਦੀ ਜੇਕਰ ਆਪਾਂ ਗੱਲ ਕਰੀਏ 2022 ਤੋਂ ਲੈ ਕੇ 27 ਤੱਕ ਆਪਣੇ ਭਾਰਤ ਦੇ ਪ੍ਰੈਜ਼ੀਡੈਂਟ ਰਹਿਣਗੇ, ਠੀਕ ਹੈ ਜੀ। MP ਜਾਂ MLA, MP ਵੀ ਰਹੇ ਨੇ ਇਹ, MLA ਵੀ ਰਹੇ ਨੇ ਉੜੀਸਾ ਦੇ, ਤੇ ਗਵਰਨਰ ਦੇ ਉਹ ਐਕਸ ਗਵਰਨਰ ਵੀ ਰਹੇ ਨੇ। ਸੋ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਨੈਕਸਟ ਕਰ ਦਈਏ ਜੀ ਹੁਣ ਆਪਾਂ। ਹੁਣ ਇਹ ਨਾ ਰੀਸੈਂਟਲੀ ਇੱਕ ਵਰਡ ਰਿਹਾ ਵਾ ਜੀ, ਜੋਕਰ, ਹੈਡਲਾਈਨ ਦੇ ਵਿੱਚ ਰਿਹਾ ਵਾ। ਦੱਸੋ ਇਹ ਕਿਹਦੇ ਨਾਲ ਸਥਿਤ ਆ? ਮੈਸਕਟ ਆ, ਮਾਲਵੇਅਰ ਆ, ਹੌਰਸ ਆ, ਜਾਂ ਡਿਜ਼ੀਜ਼ ਆ? ਦੱਸੋ ਜੀ। ਸੋ ਇਹ ਮਾਲਵੇਅਰ ਰਿਹਾ ਵਾ, ਠੀਕ ਹੈ ਜੀ। ਗੂਗਲ ਦੇ ਉੱਤੇ ਜਿਹੜੀ ਐਂਡਰੋਇਡ ਐਪਲੀਕੇਸ਼ਨ ਦੇ ਵਿੱਚ ਹੁੰਦੀ ਆ, ਠੀਕ ਆ, ਕੋਈ ਐਪਲੀਕੇਸ਼ਨ ਸੀ, ਉਹ ਜੋਕਰ ਸ਼ਬਦ ਵੈਸੇ ਇਹ ਮਾਲਵੇਅਰ ਸੀਗਾ, ਉਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਿਹਾ ਵਾ। ਨੈਕਸਟ ਆਪਾਂ ਕਰਦੇ ਹਾਂ ਜੀ, ਐਂਡਰੋਇਡ ਆਨਲਾਈਨ ਟੈਕਸ ਭੁਗਤਾਨ ਸੇਵਾਵਾਂ ਦੀ ਪੇਸ਼ਕਸ਼ ਲਈ ਕਿਸ ਬੈਂਕ ਨੇ ਕੇਂਦਰੀ ਪ੍ਰਤੱਖ CBDT ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਆ, ਉਹਦੇ ਨਾਲ ਸਹਿਯੋਗ ਕੀਤਾ ਵਾ ਆਨਲਾਈਨ? ਫੈਡਰਲ ਬੈਂਕ ਆ, SBI ਆ, HDFC ਬੈਂਕ ਆ, ਜਾਂ UBI ਬੈਂਕ? ਫੈਡਰਲ ਬੈਂਕ ਨਾਲ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ ਆਪਾਂ। CBDT ਦੇ ਇਸ ਟਾਈਮ ਚੇਅਰਮੈਨ ਕੌਣ ਨੇ ਜੀ? ਨਿਤਿਨ ਗੁਪਤਾ। ਇਹ ਵੀ ਨਾਮ ਯਾਦ ਕਰਨਾ ਮੋਸਟ ਇੰਪੋਰਟੈਂਟ ਬਣਦਾ ਵਾ। ਕਿਹੜੇ ਰਾਜ ਦਾ ਮੁਹਾਰਨਪੁਰ ਜ਼ਿਲ੍ਹਾ ਦੇਸ਼ ਦਾ ਪਹਿਲਾ ਹਰ ਘਰ ਜਲ ਪ੍ਰਮਾਣਿਤ ਜ਼ਿਲ੍ਹਾ ਬਣ ਗਿਆ ਹੈ? ਉੱਤਰਾਖੰਡ ਦਾ ਵਾ ਇਹ, ਉੱਤਰ ਪ੍ਰਦੇਸ਼ ਦਾ ਵਾ, ਮੱਧ ਪ੍ਰਦੇਸ਼ ਦਾ ਵਾ, ਜਾਂ ਝਾਰਖੰਡ ਦਾ ਵਾ? ਮੋਸਟ ਇੰਪੋਰਟੈਂਟ ਕੁਐਸਚਨ ਬਣ ਰਿਹਾ, ਇਹ MP ਦਾ, ਮੱਧ ਪ੍ਰਦੇਸ਼ ਦਾ ਵਾ ਜੀ, ਠੀਕ ਹੈ ਜੀ। ਓਕਲਾ ਦੇ ਸਪੀਡ ਟੈਸਟ ਗਲੋਬਲ ਇੰਡੈਕਸ ਵਿੱਚ ਭਾਰਤ ਦਾ ਰੈਂਕ ਦੱਸੋ ਜੀ ਕਿਹੜਾ ਰਿਹਾ? 112 ਨੰਬਰ, 113 ਨੰਬਰ, 114 ਨੰਬਰ, ਜਾਂ 115 ਨੰਬਰ? ਦੱਸੋ ਜੀ। ਸੋ ਸਪੀਡ ਟੈਸਟ ਗਲੋਬਲ ਇੰਡੈਕਸ ਦੇ ਵਿੱਚ 115 ਨੰਬਰ ਰੈਂਕ ਰਿਹਾ ਵਾ ਜੀ ਭਾਰਤ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 2022 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਿਹੜਾ ਤਗਮਾ ਜਿੱਤਿਆ? ਇਹ ਤੁਹਾਨੂੰ ਮੈਂ ਵੈਸੇ ਮੇਰਾ ਕਰਵਾਇਆ ਹੋਇਆ ਵਾ, ਠੀਕ ਆ, ਉਹਦੇ ਵਿੱਚ ਮੈਂ ਕਰਵਾਤਾ ਸੀਗਾ ਟੈਲੀਗ੍ਰਾਮ ਦੇ ਉੱਤੇ, ਇਹ ਵੀ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ। ਸੋ ਸਿਲਵਰ ਜਿੱਤਿਆ ਇਹਨਾਂ ਨੇ ਸੀਗਾ 2022 ਦੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ। ਨੈਕਸਟ ਕਰਦੇ ਹਾਂ ਜੀ, 122 ਨੰਬਰ ਤੇ ਆ ਗਏ ਜੀ ਆਪਾਂ। ਹੁਣ 4-5 ਕੁਐਸਚਨ ਰਹਿ ਗਏ ਜੀ ਆਪਣੇ, ਹੁਣ ਖਤਮ ਹੋਣ ਵਾਲੀ ਆ। 77 ਕੁਐਸਚਨ ਇਹਦੇ ਨਾਲ ਹੀ ਆਪਾਂ ਖਤਮ ਕਰ ਲਾਂਗੇ।
WHO ਨੇ ਹਾਲ ਦੇ ਵਿੱਚ ਕਿਸ ਪ੍ਰਕੋਪ ਨੂੰ ਅੰਤਰਰਾਸ਼ਟਰੀ, ਠੀਕ ਆ, ਹੁਣੇ ਰੀਸੈਂਟਲੀ ਕੋਈ ਮਤਲਬ ਇਹਨਾਂ ਨੇ ਕਿਹਾ ਕਿ ਇਹ ਹੈਲਥ ਐਮਰਜੈਂਸੀ ਹੋ ਸਕਦੀ ਆ, ਠੀਕ ਆ, ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਵਜੋਂ ਘੋਸ਼ਿਤ ਕੀਤਾ। ਕਿਹੜੀ ਡਿਜ਼ੀਜ਼ ਆ ਇਸ ਟਾਈਮ ਦੇ ਉੱਤੇ? ਸੋ ਇਹ ਹੈਗੀ ਆ ਟਮਾਟੋ ਫਲੂ ਆ, ਮੰਕੀ ਪੌਕਸ ਆ, ਬਰਡ ਫਲੂ ਆ, ਜਾਂ ਅਫਰੀਕਨ ਸਵਾਈਨ। ਸੋ ਮੰਕੀ ਪੌਕਸ ਆ ਇਸ ਟਾਈਮ, ਠੀਕ ਹੈ ਜੀ। ਸੋ ਇਹ ਚਿੰਤਾ ਦਾ ਵਿਸ਼ਾ ਡਿਕਲੇਅਰ ਕਰ ਦਿੱਤਾ ਹੋਇਆ ਇਹਨਾਂ ਨੇ। ਹੁਣ ਮੰਕੀ ਕੇਸ ਦੁਨੀਆ ਦੇ ਉੱਤੇ ਪਹਿਲਾ ਮੰਕੀ ਕੇਸ ਕਿੱਥੇ ਆਇਆ ਜੀ? ਵਰਲਡ ਦੇ ਵਿੱਚ ਬ੍ਰਿਟੇਨ ਦੇ ਵਿੱਚ। ਮੰਕੀ ਪੌਕਸ ਭਾਰਤ ਦੇ ਵਿੱਚ ਮੈਂ ਕਰਵਾ ਚੁੱਕਿਆ, ਠੀਕ ਆ ਜੀ, ਕੇਰਲਾ ਦੇ ਵਿੱਚ ਆਇਆ ਵਾ। ਮੰਕੀ ਪੌਕਸ ਲਈ ਕੁਆਰੰਟਾਈਨ ਬੈਲਜੀਅਮ ਦੇ ਵਿੱਚ 21 ਦਿਨਾਂ ਦਾ ਕੁਆਰੰਟਾਈਨ ਕਰ ਵੀ ਦਿੱਤਾ ਹੋਇਆ, ਠੀਕ ਆ, ਜਿਹਨੂੰ ਹੋਇਆ। ਤੇ WHO ਡੇ 7 ਅਪ੍ਰੈਲ ਨੂੰ ਮਨਾਇਆ ਜਾਂਦਾ। WHO ਦੀ ਸਥਾਪਨਾ 7 ਅਪ੍ਰੈਲ 1948 ਨੂੰ ਹੋਈ ਸੀ। ਵਰਲਡ ਹੈਲਥ ਡੇ ਮਨਾਇਆ ਜਾਂਦਾ ਵਾ 7 ਅਪ੍ਰੈਲ ਨੂੰ ਹੀ, ਠੀਕ ਹੈ। ਤਾਂ ਹੀ ਇਹਦੇ ਕਰਕੇ ਥੀਮ ਇਸ ਵਾਰ 22 ਦੀ ਕਿਹੜੀ ਸੀ? ਅਵਰ ਪਲੈਨਟ ਅਵਰ ਹੈਲਥ, ਵਰਲਡ ਹੈਲਥ ਆਰਗੇਨਾਈਜੇਸ਼ਨ, ਠੀਕ ਹੈ ਜੀ। ਹੈਡ ਨੇ ਇਹਦਾ ਜੀ ਟੈਡਰੋਸ ਐਡਹਾਨਮ ਇਥੋਪੀਆ, ਠੀਕ ਹੈ ਜੀ, ਇੰਪੋਰਟੈਂਟ ਬਣਦਾ ਵਾ। ਨੈਕਸਟ ਕਰੀਏ ਜੀ ਹੁਣ ਆਪਾਂ ਕਾਰਗਿਲ ਵਿਜੇ ਦਿਵਸ ਕਿਹੜੇ ਦਿਨ ਮਨਾਇਆ ਜਾਂਦਾ ਵਾ? 23 ਜੁਲਾਈ, 24 ਜੁਲਾਈ, 25 ਜੁਲਾਈ ਜਾਂ 26 ਜੁਲਾਈ। ਸੋ ਇਹ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਏਗਾ। ਸੋ 26 ਜੁਲਾਈ ਨੂੰ ਮਨਾਇਆ ਜਾਂਦਾ ਕਾਰਗਿਲ ਵਿਜੇ ਦਿਵਸ। ਕਿਹਨੇ ਵਕਾਰੀ ਗਲੋਬਲ એનર્ਜੀ ਇਨਾਮ ਜਿੱਤਿਆ ਜੀ? ਪ੍ਰੈਸਟੀਜੀਅਸ ਗਲੋਬਲ એનર્ਜੀ ਅਵਾਰਡ ਕਿਹਨੂੰ ਜਿੱਤਿਆ ਜੀ? ਨੰਬੀ ਨਾਰਾਇਣ ਨੂੰ, ਕੇ ਭੱਟਾਚਾਰੀਆ ਨੂੰ, ਕੌਸ਼ਿਕ ਰਾਜਸ਼ੇਖਰਾ ਨੂੰ, ਜਾਂ ਪ੍ਰਭੂ ਬਾਂਸਲ ਨੂੰ? ਦੱਸੋ ਜੀ। 124 ਦਾ ਬਣਦਾ ਜੀ ਕੌਸ਼ਲ ਰਾਜਸ਼ੇਖਰਾ ਨੂੰ ਮਿਲਿਆ ਵਾ, ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ। ਆ ਗਿਆ ਜੀ F1 ਦੀ ਫ੍ਰੈਂਚ ਗ੍ਰੈਂਡ ਪ੍ਰਿਕਸ ਕਿਹਨੇ ਜਿੱਤੀ ਆ ਜੀ? ਮੈਕਸ ਵੈਸਟਰੋਨ ਨੇ ਜਿੱਤੀ ਆ, ਲੂਇਸ ਹੈਮਿਲਟਨ ਨੇ ਜਿੱਤੀ ਆ, ਜਾਂ ਜਾਰਜ ਰਸ਼ਲ ਨੇ ਜਿੱਤੀ ਆ? ਦੱਸੋ ਜੀ। ਸੋ ਇਹ ਕਿਹਨੇ ਜਿੱਤਿਆ? ਮੈਕਸ ਵੈਸਟਰੋਪਨ ਨੇ ਜਿੱਤੀ ਆ ਜੀ ਇਹ। 126ਵੇਂ ਦੇ ਆ ਗਏ ਜੀ। ਹੁਣ ਸੰਯੁਕਤ ਅਰਬ ਅਮੀਰਾਤ, ਠੀਕ ਆ, ਜਿਹਨੂੰ ਆਪਾਂ UAE ਕਹਿੰਦੇ ਆ, ਇਹਨੇ ਨਾ ਇੱਕ ਵਕਾਰੀ ਇੱਕ ਹੁਣ ਗੋਲਡਨ ਵੀਜ਼ਾ ਦਿੱਤਾ ਵਾ। ਕਿਹਨੂੰ ਦਿੱਤਾ ਜੀ? ਦੀਆ ਮਿਰਜ਼ਾ ਨੂੰ, ਅਜੇ ਦੇਵਗਨ ਨੂੰ, ਕਮਲ ਹਸਨ, ਜਾਂ ਸੂਰਿਆ ਨੂੰ? ਇਹ ਦਿੱਤਾ ਜੀ ਸੂਰਿਆ ਨੂੰ, ਸੂਰਿਆ ਦਿੱਤਾ। ਇੱਕ ਹੋਰ ਦੱਸੋ, ਹੁਣੇ ਰੀਸੈਂਟਲੀ ਕਿਸੇ ਹੋਰ ਐਕਟਰ ਨੂੰ ਵੀ ਦਿੱਤਾ ਸੀ, ਨਿਊਜ਼ ਦੇ ਵਿੱਚ ਸੀ, ਉਹ ਤੁਸੀਂ ਮੈਨੂੰ ਆਨਸਰ ਦੇ ਵਿੱਚ ਦੇਣਾ ਕਿ ਕਿਹਨੂੰ ਦਿੱਤਾ ਵਾ ਇਹ, ਠੀਕ ਆ। ਦੁਬਈ ਨੇ ਦਿੱਤਾ ਸੀ ਸ਼ਾਇਦ। ਕਿਸ ਸਾਲ ਤੱਕ ਭਾਰਤ ਦੀ ਜੀਵ ਆਰਥਿਕਤਾ, ਠੀਕ ਹੈ ਜੀ, ਹੁਣੇ ਰੀਸੈਂਟਲੀ ਬਾਇਓ ਇਕਨੋਮਿਕਸ ਆ ਜਿਹੜੀ 300 ਬਿਲੀਅਨ ਦੇ ਪਾਰ ਪਹੁੰਚਣ ਦੀ ਸੰਭਾਵਨਾ ਵਾ 2025 ਤੱਕ, 26 ਤੱਕ, 30 ਤੱਕ, ਜਾਂ 35 ਤੱਕ। ਸੋ ਇਹ ਬਣਦਾ ਜੀ 2030 ਤੱਕ ਬਾਇਓ ਇਕਨੋਮੀ ਆ ਜਿਹੜੀ 300 ਬਿਲੀਅਨ ਪਾਰ ਹੋ ਜਾਏਗੀ, ਠੀਕ ਹੈ ਜੀ, ਭਾਰਤ ਦੀ। ਸੋ ਇਹ ਸੀਗੇ ਜੀ ਆਪਣੇ ਕਰੰਟ ਅਫੇਅਰ 127। ਇਹਦੇ ਟੋਟਲ ਆਪਾਂ 2 ਪਾਰਟ 'ਚ ਕੀਤੇ ਆ। ਪਹਿਲੇ ਪਾਰਟ ਦੇ ਵਿੱਚ ਆਪਾਂ 1 ਤੋਂ 50 ਕੀਤੇ ਸੀ, ਮੈਂ ਪਹਿਲਾਂ ਵੀ ਕਿਹਾ ਸੀ, ਤੇ ਇਸ ਦੇ ਵਿੱਚ ਆਪਾਂ 77 ਕੁਐਸਚਨ ਕਰ ਚੁੱਕੇ ਹਾਂ, ਠੀਕ ਹੈ ਜੀ। ਸੋ 127 ਤੱਕ। ਸੋ ਇਹਦੀ PDF ਤੁਹਾਨੂੰ ਸੰਡੇ ਨੂੰ ਪਰਸੋਂ ਨੂੰ ਤਾਂ ਆਪਣੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗੀ। ਸੋ ਤੁਸੀਂ ਇੱਕ ਵਾਰ ਇਹਦੀ ਕਲਾਸ ਦੇਖੋ, ਠੀਕ ਆ, ਉਸ ਤੋਂ ਬਾਅਦ ਤੁਸੀਂ ਉਹਨੂੰ ਕਰ ਸਕਦੇ ਹੋ। ਹੁਣ ਅਗਲੀ ਕਲਾਸ ਆਪਣੀ, ਠੀਕ ਆ ਜੀ, 16 ਅਗਸਤ ਜਾਂ 17 ਅਗਸਤ ਨੂੰ ਹੋਏਗੀ, ਜਿਹਦੇ 'ਚ ਆਪਾਂ 1 ਅਗਸਤ ਤੋਂ 15 ਅਗਸਤ ਤੱਕ ਟੌਪ 50 MCQ ਕਰਾਂਗੇ। ਫਿਰ ਉਸੇ ਤਰ੍ਹਾਂ ਆਪਾਂ 16 ਅਗਸਤ ਤੋਂ ਲੈ ਕੇ 31 ਅਗਸਤ ਤੱਕ ਟੌਪ 50, ਚਾਹੇ 50 ਹੋ ਜਾਣ, ਚਾਹੇ 100 ਹੋ ਜਾਣ, ਵੱਧ ਵੀ ਹੋ ਜਾਣ। ਜਿੱਦਾਂ ਕਿ ਆਪਾਂ ਇਹਦੇ ਵਿੱਚ 100 ਕੀਤੇ ਸੀਗੇ, 100 ਕਰਾਂਗੇ। ਪਰ ਮੈਨੂੰ ਕੁਐਸਚਨ ਇਹੋ ਜਿਹੇ ਲੱਗੇ ਕਿ ਇਹ ਨਹੀਂ ਛੱਡਣੇ ਚਾਹੀਦੇ ਨੇ, ਤਾਂ ਕਰਕੇ ਵੱਧ ਕੇ 127 ਹੋ ਗਏ। 127 ਵੀ ਹੋ ਸਕਦਾ, 150 ਹੋਣਗੇ, ਆਪਾਂ 150 ਵੀ ਕਰਾਂਗੇ। ਪਰ ਜਿਹੜੇ ਇੰਪੋਰਟੈਂਟ ਨੇ, ਜਿਹੜੇ ਆਪਾਂ ਨੂੰ ਪਤਾ ਕਿ ਇਹ ਤਾਂ ਆਪਾਂ ਛੱਡ ਹੀ ਨਹੀਂ ਸਕਦੇ, ਉਹ ਤਾਂ ਆਪਾਂ ਕਰਨੇ ਹੀ ਕਰਨੇ ਨੇ। ਬਾਕੀ ਤੁਹਾਨੂੰ ਮੈਂ ਸੋਰਸ ਦੱਸੇ ਹੋਏ ਨੇ, ਆਪਦੇ ਰੈਗੂਲਰ ਬੇਸ ਦੇ ਉੱਤੇ ਉਹਨੂੰ ਫੋਲੋ ਕਰੋ, ਕਿਉਂਕਿ 30 ਨੰਬਰ ਦੀ GK ਆਉਣੀ ਆ ਉਹਦੇ ਵਿੱਚ। ਤਾਂ ਉਹਦੇ ਵਿੱਚ ਆਪਾਂ ਕਰੰਟ ਅਫੇਅਰ ਐਕਸਪੈਕਟ ਕਰ ਸਕਦੇ ਹਾਂ ਕਿ 5-7 ਨੰਬਰ ਦੇ ਕਰੰਟ ਅਫੇਅਰ ਇਸ ਵਾਰ ਪੁੱਛੇ ਜਾ ਸਕਦੇ ਨੇ। ਪਿਛਲੇ ਪੇਪਰਾਂ ਦੇ ਵਿੱਚ 1-2 ਕੁਐਸਚਨ ਹੀ ਆਉਂਦੇ ਹੁੰਦੇ ਸੀਗੇ ਕਰੰਟ ਅਫੇਅਰ ਦੇ। PSSS ਵੀ ਜ਼ਿਆਦਾ ਕਰੰਟ ਅਫੇਅਰ ਨਹੀਂ ਪੁੱਛਦਾ, ਬਟ PPSC ਪੁੱਛੇਗਾ, ਪੰਜਾਬ ਪੁਲਿਸ ਵੀ ਪੁੱਛੇਗਾ, ਠੀਕ ਆ। ਸੋ PSSS ਵੀ ਇਸ ਵਾਰ ਪੁੱਛ ਸਕਦਾ ਵਾ। ਮੈਂ ਬਾਰ-ਬਾਰ ਕਹਿ ਰਿਹਾ ਕਿ ਇਸ ਵਾਰ ਉਹ ਪੁੱਛ ਸਕਦਾ ਵਾ। ਕਰੰਟ ਅਫੇਅਰ ਦਾ ਵੇਟੇਜ 5-7 ਨੰਬਰ ਦਾ ਪੇਪਰ ਦੇ ਵਿੱਚ ਆ ਸਕਦਾ। ਸੋ ਇਹਨੂੰ ਛੱਡ ਕੇ ਨਾ ਜਾਇਓ ਇਸ ਵਾਰ, ਠੀਕ ਆ, ਕਿ ਪਿਛਲੀ ਵਾਰ ਨਹੀਂ ਸੀ ਆਏ, ਇਸ ਵਾਰ ਆਪਾਂ ਕਰਨੇ ਨਹੀਂ। ਭਾਵੇਂ ਘੱਟ ਕਰ ਲਿਓ, ਇੰਪੋਰਟੈਂਟ ਕਰ ਲਿਓ, ਪਰ ਕਰਨੇ ਜ਼ਰੂਰ ਨੇ, ਠੀਕ ਆ, ਛੱਡਣੇ ਨਹੀਂਗੇ। ਸੋ ਠੀਕ ਹੈ ਜੀ, ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ, ਠੀਕ ਹੈ। ਬਾਕੀ ਆਪਣੀਆਂ GK ਦੀਆਂ ਕਲਾਸਾਂ ਮੈਂ ਤੁਹਾਨੂੰ ਕਿਹਾ ਸੀਗਾ ਆਪਣੀਆਂ ਚੱਲ ਰਹੀਆਂ ਨੇ, ਤਾਂ ਜਲਦੀ ਹੀ ਤੁਹਾਨੂੰ ਕੱਲ੍ਹ ਨੂੰ ਆਪਣੀ ਨਵੀਂ GK ਦੀ ਕਲਾਸ ਦੇਖਣ ਨੂੰ ਤੁਹਾਨੂੰ ਮਿਲ ਜਾਏਗੀ। ਸੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। PDF ਲਈ ਟੈਲੀਗ੍ਰਾਮ ਚੈਨਲ ਜੁਆਇਨ ਕਰੋ, ਠੀਕ ਹੈ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਆਪਾਂ ਆਪਣੀ ਅਗਲੀ ਅਪਡੇਟ ਦੇ ਵਿੱਚ।